ਸਾਰੀਆਂ ਸੰਗਤਾਂ ਦੋ ਹੱਥ ਜੋੜ ਸਾਵਧਾਨ ਇਕਾਗਰਚਿਤ ਹੋ ਕੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਤਨ ਤਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਬਸ਼ਲ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਮਾਜੀ ਸਾਧ ਸੰਗ ਜੀਓ, ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗ ਜੀ, ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ। ਇਸ ਨਗਰ ਤਲਵੰਡੀ ਰਾਜਾ ਦੀਨਾਨਾਥ ਦੀ ਸੰਗਤ ਦੇ ਸਹਿਯੋਗ ਨਾਲ ਇੱਕ ਰੋਜ਼ਾ ਕੀਰਤਨ ਦਰਬਾਰ ਬੜੀ ਸ਼ਰਧਾ ਨਾਲ ਚੱਲ ਰਿਹਾ ਹੈ। ਪ੍ਰਬੰਧਕ ਵੀਰਾਂ ਨੇ ਸੁੰਦਰ ਸਟੇਜ ਗੁਰੂ ਪਾਤਸ਼ਾਹ ਦੇ ਨਾਲ ਸੋਹਣੇ ਉਹਨਾਂ ਦੇ ਸਥਾਪਨ ਕੀਤੇ ਹੋਏ ਨੇ। ਉੱਚੀਆਂ ਤਖਤ ਤੇ ਲਾਇਕ ਨੇ, ਤਖਤਾਂ ਤੇ ਬਿਰਾਜਮਾਨ ਨੇ, ਖੁੱਲੇ ਦਰਸ਼ਨ ਦੇ ਰਹੇ ਨੇ, ਚੰਗੀਆਂ ਬੱਤੀਆਂ ਲਾਈਆਂ, ਚੰਗੀ ਸਾਊਂਡ ਲਿਆਂਦੀ ਹੈ, ਗੁਰੂ ਕੀ ਦੇਗ ਵਰਤ ਰਹੀ ਹੈ, ਗੁਰੂ ਕੇ ਲੰਗਰ ਵਰਤ ਰਹੇ ਨੇ, ਜੋੜੇ ਦਾ ਇੰਤਜ਼ਾਮ ਕੀਤਾ ਹੈ, ਮੋਟਰਸਾਈਕਲ ਸਟੈਂਡ ਬਣਾਇਆ, ਜੋ ਇੱਕ ਜ਼ਰੂਰੀ ਦੇ ਇੱਕ ਗੁਰੂ ਘਰ ਵਿੱਚ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਦੇ, ਉਹ ਸਾਰੇ ਦੇ ਸਾਰੇ ਬੜੇ ਸ਼ਰਧਾ ਭਾਵਨਾ ਨਾਲ ਤਿਆਰ ਕੀਤਾ ਹੋਇਆ ਸੁੰਦਰ ਪੰਡਾਲ ਸਜਾਇਆ ਹੋਇਆ, ਜਿਹੜੇ ਕਾਫੀ ਜ਼ਿਆਦਾ ਪੈਸਾ ਲੱਗਿਆ ਹੋਇਆ। ਨਿਸ਼ਕਾਮ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾ ਰਹੀ ਹੈ ਔਰ ਕੀਰਤਨ ਨੂੰ ਸਾਹਮਣੇ ਭੇਜ ਕੇ ਪੜਦੇ ਤੇ ਉਹਦੇ ਅਰਥ ਬੋਧ, ਕਿਉਂਕਿ ਜਿੰਨਾ ਚਿਰ ਤੱਕ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਨਹੀਂ ਆਏਗੀ ਉਹਨਾਂ ਚਿਰ ਸੰਗਤ ਵਿੱਚ ਗੁਰਬਾਣੀ ਪ੍ਰਤੀ ਰੁਚੀ ਘਟਦੀ ਹੈ। ਤੇ ਜਦੋਂ ਇਹਨਾਂ ਨੂੰ ਗੰਦੇ ਗੰਦੇ ਗਾਣੇ ਸੁਣਾਏ ਜਾਂਦੇ ਨੇ ਉਹ ਇਹਨਾਂ ਦੀ ਸਮਝ 'ਚ ਬੜੀ ਛੇਤੀ ਪੈਂਦੇ ਨੇ, ਇਹ ਫਿਰ ਉਸ ਪਾਸੇ ਨੂੰ ਸਾਰੇ ਦੇ ਸਾਰੇ ਉਲਟ ਜਾਂਦੇ ਨੇ। ਚੱਲ ਰਹੇ ਕੀਰਤਨ ਵਿੱਚ ਪਹਿਲੇ ਵੀਰ ਜੀ ਨੇ ਆਪ ਜੀ ਨਾਲ ਜੋ ਕੀਰਤਨ ਦੀ ਸਾਂਝ ਪਾਈ ਹੈ ਉਹਨੇ ਆਪਣਾ ਟੌਪਿਕ ਰੱਖਿਆ, ਬਾਬਾ ਨਾਨਕ ਆਖੈ ਇਹ ਵਿਚਾਰ ਬਿਨ ਗੁਰ ਪੂਰੇ ਨਹੀਂ ਉਧਾਰ। ਬਾਬਾ ਨਾਨਕ ਜੀ ਦਾ ਨਿਚੋੜ ਵਿਚਾਰ ਜਿਹੜਾ ਹੈ ਸਾਰ ਰੂਪੀ ਹੈ, ਉਹ ਹੈ ਗੁਰੂ ਤੋਂ ਬਿਨਾਂ ਕਿਸੇ ਦਾ ਉਧਾਰ ਨਹੀਂ ਹੋ ਸਕਦਾ। ਪਰ ਇੱਕ ਸ਼ਬਦ ਵਰਤਿਆ ਬਿਨ ਗੁਰ ਪੂਰੇ, ਪੂਰੇ ਗੁਰੂ ਦੀ ਗੱਲ ਕੀਤੀ ਹੈ, ਭਾਵ ਅਧੂਰੇ ਵੀ ਗੁਰੂ ਹੁੰਦੇ ਹੋਣਗੇ ਤਦ ਹੀ ਪੂਰਾ ਕਹਿਣਾ ਪਿਆ। ਇਸ ਕਰਕੇ ਜੋ ਥੋੜ੍ਹੀ ਜਿਹੀ ਦੇਰ ਦਾਸ ਨੂੰ ਆਪ ਜੀ ਦੀ ਸੇਵਾ ਲਈ ਹੁਕਮ ਹੋਇਆ, ਉਹ ਸੇਵਾ ਵਿੱਚ ਦਾਸ ਕੋਈ ਖਾਸ ਵਿਸ਼ੇਸ਼ ਯੋਗਤਾ ਨਹੀਂ ਰੱਖਦਾ ਆਪ ਜੀ ਦੀ ਸੇਵਾ ਨਿਭਾਉਣ ਦੀ। ਮੇਰੀ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਵੀ ਖਾਲਸਾ ਪੰਥ ਵਿੱਚ ਦੋ ਪਾਸੇ ਬਹੁਤ ਹੀ ਜ਼ਰੂਰੀ ਨੇ। ਇੱਕ ਪਾਸੇ 'ਚ ਹੈਗੇ ਨੇ ਗ੍ਰੰਥੀ ਸਿੰਘ, ਪਾਠੀ ਸਿੰਘ, ਗੁਰੂ ਕੇ ਕੀਰਤਨੀਏ, ਢਾਡੀ, ਕਵੀਸ਼ਰੀ, ਕਵੀ, ਕਥਾਵਾਚਕ, ਪ੍ਰਚਾਰਕ ਤੇ ਜਥੇਦਾਰ ਸਾਹਿਬਾਨ ਪੰਜਾਂ ਤਖਤਾਂ ਦੇ। ਇਹ ਜਿਹੜੀ ਹੈ ਕੈਟੇਗਰੀ, ਇਹ ਸਾਰੇ ਦੇ ਸਾਰੇ ਸਤਿਕਾਰਯੋਗ ਪਦਵੀਆਂ ਨੇ ਗੁਰੂ ਪੰਥ ਵਿੱਚ। ਇਹਨਾਂ ਕੋਲ ਯੋਗਤਾ ਹੋਣੀ ਚਾਹੀਦੀ,
ਭਾਵ ਇਹਨਾਂ ਕੋਲ ਕੋਈ ਨਾ ਕੋਈ ਘੱਟੋ ਘੱਟ +2 ਤੋਂ ਵੱਧ ਵਿਦਿਆ, BA ਹੋਏ, MA ਵੀ ਹੋਏ, ਕੋਈ ਗੱਲ ਨਹੀਂ, ਫਿਰ ਇਨੀ ਸੰਥਿਆ ਲੈਣੀ ਹੋਈ ਚਾਹੀਦੀ। ਕਿੱਥੋਂ ਸਿੱਖਿਆ? ਪਾਠ। ਪਾਠ ਦੀ ਸ਼ੁੱਧਤਾ ਦੀ ਬਹੁਤ ਲੋੜ ਹੈ, ਗੁਰੂ ਦੇ ਅਦਬ ਦੀ ਲੋੜ ਹੈ, ਇਸ ਦੇ ਨਾਲ ਨਾਲ ਜੀਵਨ ਸਿੱਖੀ ਦੇ ਸੰਚ 'ਚ ਢਲੇ ਦੀ ਲੋੜ ਹੈ। ਫਿਰ ਇਹਨਾਂ ਗ੍ਰੰਥੀ ਦੀ ਬਹੁਤ ਹੀ ਅਹਿਮ ਪੋਸਟ ਹੈ ਸਿੱਖ ਪੰਥ ਵਿੱਚ। ਭਾਵ ਪਿੰਡਾਂ ਵਿੱਚ ਜਿੱਥੇ ਸਿੱਖਾਂ ਦੀ ਆਬਾਦੀ ਹੈ, ਉੱਥੇ ਗ੍ਰੰਥੀ ਸਿੰਘ ਦੀ ਗੁਰਦੁਆਰਾ ਤਾਂ ਬਣਾ ਲਿਆ, ਪਰ ਗ੍ਰੰਥੀ ਸਿੰਘ ਦੀ ਲੋੜ ਬਾਰੇ ਕੋਈ ਵੀ ਯਤਨ ਨਹੀਂ ਕੀਤਾ ਗਿਆ। ਇਸ ਪਿੰਡ ਵਿੱਚ ਵੀ ਗ੍ਰੰਥੀ ਸਿੰਘ ਦੀ ਡਿਊਟੀ ਨਹੀਂ ਹੈ। ਕੇਵਲ ਇੱਕ ਮੇਰਾ ਵੀਰ ਜੀ ਪੁਲਿਸ ਦਾ ਮੁਲਾਜ਼ਮ ਹੈ, ਉਹ ਮੇਰਾ ਖਿਆਲ ਅੰਮ੍ਰਿਤ ਵੇਲੇ ਦੀ ਡਿਊਟੀ ਸੰਭਾਲਦਾ, ਤੇ ਸ਼ਾਮ ਦੀ ਬੱਚੇ ਜਾਂ ਕੋਈ ਵੀ ਬੰਦਾ, ਮਤਲਬ ਕੋਈ ਜ਼ਿੰਮੇਵਾਰੀ ਨਹੀਂ ਹੈ। ਇਸ ਕਰਕੇ ਜਿੰਨਾ ਚਿਰ ਤੱਕ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਗਏ ਹੈ, ਇਹ ਬਹੁਤ ਅਹਿਮ ਹਿੱਸਾ ਹੈ। ਇਸ ਕਰਕੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਬਣੇ ਤੁਹਾਡੇ ਪਹਿਲੇ ਸਭ ਤੋਂ ਪਹਿਲੇ ਗ੍ਰੰਥੀ। ਕਿੰਨੇ ਵਿਦਵਾਨ, ਕਿੰਨੇ ਗੁਰੂ ਘਰ ਦੇ ਨਿਸ਼ਠੀ ਸੇਵਾਦਾਰ, ਔਰ ਕਿੰਨਾ ਉੱਚਾ ਸੁੱਚਾ ਜੀਵਨ, ਜਿਨ੍ਹਾਂ ਕੋਲ ਮਾਤਾ ਗੰਗਾ ਜੀ ਵੀ ਆ ਕੇ ਉਹਨਾਂ ਦੇ ਪ੍ਰਸ਼ਾਦੇ ਛਕਾ ਰਹੇ ਨੇ। ਐਸੇ ਮਹਾਂਪੁਰਖ ਤੁਹਾਡੇ ਗ੍ਰੰਥੀ ਸਿੰਘ ਬਣੇ। ਅੱਜ ਸਾਰਿਆਂ ਸਿੱਖਾਂ 'ਚ ਬਾਬਾ ਬਣਨ ਦੀ ਬੜੀ ਰੁਚੀ ਹੈ, ਗੁਰੂ ਬਣਨ ਦੀ ਰੁਚੀ ਹੈ, ਸੰਤ ਬਣਨ ਦੀ ਰੁਚੀ ਹੈ, ਤੇ ਗੁਰਸਿੱਖ ਬਣਨ ਦੀ ਵੀ ਰੁਚੀ ਨਹੀਂ ਹੈ, ਤੇ ਨਾ ਹੀ ਗ੍ਰੰਥੀ ਸਿੰਘ ਬਣਨ ਦੀ ਰੁਚੀ ਹੈ। ਗ੍ਰੰਥੀ ਇੱਕ ਜਿਵੇਂ ਘਰ ਇਸਤਰੀ ਤੋਂ ਬਿਨਾਂ ਨਹੀਂ ਸੰਭਾਲਿਆ ਜਾਂਦਾ, ਗੁਰਦੁਆਰੇ ਦੀ ਸੇਵਾ ਗ੍ਰੰਥੀ ਸਿੰਘ ਤੋਂ ਬਿਨਾਂ ਕਦੇ ਵੀ ਕੰਪਲੀਟ ਨਹੀਂ ਹੋਏਗੀ। ਹੁਣ ਤਾਂ ਤੁਹਾਨੂੰ ਨਿਹੰਗਾਂ ਸਿੰਘਾਂ ਨੇ ਉਦੋਂ ਵੀ ਚੈਲੰਜ ਕਰ ਦਿੱਤਾ ਵੀ ਜਿਹੜੇ ਵੀ ਪਿੰਡ ਵਿੱਚ ਰਾਤ ਨੂੰ ਕੋਈ ਵੀ ਗੁਰਦੁਆਰੇ ਵਿੱਚ ਪਹਿਰੇਦਾਰ ਨਹੀਂ ਹੋਏਗਾ, ਉੱਥੋਂ ਦਾ ਗੁਰੂ ਗ੍ਰੰਥ ਸਾਹਿਬ ਵੀ ਅਸੀਂ ਲੈ ਕੇ ਆਵਾਂਗੇ। ਜਿਹੜਾ ਉੱਥੇ ਦਾ ਪ੍ਰਬੰਧਕੀ ਪ੍ਰਧਾਨ ਬਣਿਆ ਗੁਰਦੁਆਰੇ ਦਾ, ਉਹਨੂੰ ਵੀ ਤਲਬ ਕੀਤਾ ਜਾਏਗਾ। ਕਾਫੀ ਸਖਤੀ ਨਾਲ ਉਹ ਬੋਲੇ, ਜਦੋਂ ਕਿ ਜਿੱਥੇ ਜੀ ਕੀਤਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਹੋਰ ਗੀਤਾ ਦੀ ਨਹੀਂ ਹੋਈ, ਕਿਸੇ ਹੋਰ ਗ੍ਰੰਥ ਦੀ ਨਹੀਂ ਹੋਈ, ਬਾਈਬਲ ਦੀ ਮੈਂ ਘੱਟ ਨਹੀਂ, ਕਿਤੇ ਨਹੀਂ ਜ਼ਿਆਦਾ ਨਹੀਂ ਸੁਣੀ ਗਈ, ਕੁਰਾਨ ਦੀ ਨਹੀਂ ਸੁਣੀ ਗਈ। ਜਿੰਨੀਆਂ ਵੀ ਬੇਅਦਬੀਆਂ ਜ਼ਿਆਦਾ ਕੀਤੀਆਂ ਗਈਆਂ, ਖਾਸ ਕਰਕੇ ਪੰਜਾਬ ਵਿੱਚ, ਉਹ ਕਿਹਦੀਆਂ ਕੀਤੀਆਂ ਜਾ ਰਹੀਆਂ ਨੇ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜੇ ਕਿ ਸਾਂਝੀਵਾਲ ਦਾ ਗ੍ਰੰਥ ਹੈ, ਇਹਦੇ 'ਚ ਹਿੰਦੂਆਂ ਦੇ ਰਾਮ ਦਾ ਵੀ ਜ਼ਿਕਰ ਹੈ, ਇਹਦੇ 'ਚ ਮੁਸਲਮਾਨਾਂ ਦੇ ਅੱਲਾ ਦਾ ਵੀ ਜ਼ਿਕਰ ਹੈ, ਇਹਦੇ 'ਚ ਬਾਕੀ ਵੀ ਜਿਹੜੇ ਸ਼ਬਦਾਵਲੀ ਕਾਫੀ ਜ਼ਿਆਦਾ ਸਨਾਤਨ ਧਰਮ 'ਚੋਂ ਵਰਤੀ ਹੋਈ ਹੈ। ਸੋ ਇਸ ਕਰਕੇ ਜਿੰਨਾ ਚਿਰ ਤੱਕ ਤੁਸੀਂ ਗ੍ਰੰਥੀ ਦੀ ਚੰਗੀ ਨੌਕਰੀ ਨਹੀਂ ਸਮਝਦੇ, ਉਹਦੀ ਚੰਗੀ ਸੇਵਾ, ਕਹਿਣ ਤੋਂ ਭਾਵ ਉਹਦੀ ਚੰਗੀ ਤਨਖਾਹ ਦੇਣੀ, ਉਹਦੀ ਇੰਟਰਵਿਊ ਲੈਣੀ। ਕੋਈ ਵੀ ਮੁਲਾਜ਼ਮ ਕਲਾਸ 4 ਵੀ ਰੱਖਿਆ ਜਾਂਦਾ ਗੁਰੂ ਪਿਆਰਿਓ, ਤਾਂ ਉਹਦੀ ਵੀ ਇੰਟਰਵਿਊ ਲਈ ਜਾਂਦੀ, ਉਹਦੀ ਸਨਦ ਦੇਖੀ ਜਾਂਦੀ ਵੀ ਕਿੱਥੋਂ ਪੜ੍ਹ ਕੇ ਆਇਆ, ਕਿੰਨਾ ਪੜ੍ਹਿਆ ਹੋਇਆ। ਫਿਰ ਇੰਟਰਵਿਊ ਵੀ ਸੀਨੀਅਰ ਅਫਸਰ ਲੈਂਦੇ ਨੇ, ਫਿਰ ਉਹਨੂੰ ਜਾ ਕੇ ਪਿਊਨ ਰੱਖਦੇ ਨੇ, ਪਿਊਨ, ਚੌਥੇ ਦਰਜੇ ਦਾ ਕਰਮਚਾਰੀ। ਗ੍ਰੰਥੀ ਇੱਕ ਰਿਸਪੈਕਟੇਬਲ ਪੋਸਟ। ਫੌਜ ਵਿੱਚ ਗ੍ਰੰਥੀ ਸੂਬੇਦਾਰ, ਹੁਣ ਵੀ ਜਾਓ ਫੌਜ ਵਿੱਚ ਗ੍ਰੰਥੀ ਬਣਨ ਵਾਸਤੇ, ਸੂਬੇਦਾਰ ਭਰਤੀ ਕਰਨਗੇ, ਸਿਪਾਹੀ ਭਰਤੀ ਨਹੀਂ ਕਰਨਗੇ। ਇਸ ਕਰਕੇ ਅਸੀਂ ਆਪ ਦੇ ਪਿੰਡਾਂ 'ਚ ਇਹ ਗੱਲ ਬੜੀ ਜ਼ੋਰਦਾਰ ਕਰਦੇ ਹਾਂ ਵੀ ਗੁਰਦੁਆਰੇ ਵਿੱਚ ਇੱਕ ਚੰਗਾ ਗ੍ਰੰਥੀ ਸਿੰਘ, ਗੁਰਦੁਆਰੇ ਦੇ ਨਾਲ ਲੰਗਰ ਹਾਲ, ਗੁਰਦੁਆਰੇ ਦਾ ਚੰਗਾ ਦੀਵਾਨ ਹਾਲ, ਆਬਾਦੀ ਦੇ ਹਿਸਾਬ ਨਾਲ 19 ਕੁ ਦੀ ਕੰਸਟਰਕਸ਼ਨ, ਤੇ ਨਾਲ ਨਾਲ ਪਾਰਕਿੰਗ ਅੱਜ ਦੇ ਸਮੇਂ ਵਿੱਚ ਇਹ ਬੜੀ ਹੀ ਜ਼ਰੂਰੀ ਹੈ। ਦੂਸਰੀ ਬੇਨਤੀ ਹੈ ਕਿ ਇਹਨਾਂ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ, ਤੇ ਇਹਨਾਂ ਦੀ ਇੱਜ਼ਤ ਵੀ ਪੂਰੀ ਹੋਣੀ ਚਾਹੀਦੀ। ਪਿੰਡ ਵਿੱਚ ਪਹਿਲੀ ਇੱਜ਼ਤ ਗ੍ਰੰਥੀ ਸਿੰਘ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਾਂ ਵੱਲੋਂ। ਦੂਸਰੀ ਇੱਜ਼ਤ ਜਿਹੜੀ ਹੈ ਦੂਸਰੇ ਨੰਬਰ ਤੇ ਉਹ ਸਰਪੰਚ ਦੀ ਹੈ। ਸਰਪੰਚ ਜਿਹੜਾ ਮੀਰੀ ਦਾ ਸੂਚਕ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗ੍ਰੰਥੀ ਪੀਰੀ ਦੇ ਸੂਚਕ ਨੇ। ਪੀਰੀ ਉੱਚੀ ਰੱਖੀ ਹੋਈ ਹੈ ਦਰਬਾਰ ਸਾਹਿਬ, ਤੇ ਮੀਰੀ ਥੋੜੀ ਨੀਵੀਂ ਕੀਤੀ ਹੋਈ ਹੈ। ਭਾਵ ਸਰਪੰਚ ਵੀ ਧਰਮ ਦੇ ਦਾਇਰੇ ਵਿੱਚ ਹੋ ਕੇ ਚੱਲੇਗਾ, ਧਰਮ ਦੀ ਉਲੰਘਣਾ ਕਰਨ ਦਾ ਉਹਨੂੰ ਕੋਈ ਹੱਕ ਨਹੀਂ। ਜੇ ਹਿੰਦੂ ਸਰਪੰਚ ਹੈ ਤੇ ਹਿੰਦੂ ਧਰਮ ਵਿੱਚ ਚੱਲੇ, ਜੇ ਕੋਈ ਈਸਾਈ ਸਰਪੰਚ ਬਣ ਗਿਆ ਉਹ ਈਸਾਈ ਧਰਮ ਦੇ ਦਾਇਰੇ ਵਿੱਚ ਰਹੇ, ਤੇ ਜੇ ਕੋਈ ਸਿੱਖ ਸਰਪੰਚ ਹੈ, ਸਿੱਖਾਂ ਨੂੰ ਲੋੜ ਹੈ ਖਾਸ ਕਰਕੇ ਪੰਜਾਬ ਵਿੱਚ ਅੱਜ ਇਹ ਗੱਲ ਸਮਝਣ ਦੀ। ਇਸ ਕਰਕੇ ਦੂਸਰੀ ਸਾਡੀ ਬੇਨਤੀ ਹੁੰਦੀ ਹੈ ਕਿ ਜਿਹੜੀ ਪਿੰਡ ਦੀ ਗੋਲਕ ਹੈ, ਉਹਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਜਿਹੜਾ ਆਪਣੇ ਪਿੰਡ ਦਾ ਪੈਸਾ ਪਾਣਾ। ਹੁਣੇ ਮੇਰੇ ਕੋਲ ਇੱਕ ਵੀਰ ਜੀ ਕਹਿ ਰਹੇ ਸਨ, ਇਹ ਕੇਵਲ ਖਾਲਸਾ ਪੰਥ ਹੈ ਜਿੱਥੇ ਇਹ ਗੱਲ ਕਹੀ ਗਈ ਹੈ, ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਇੱਕ ਦਿਨ ਦਾ ਤੁਸੀਂ ਮੋਟਰਸਾਈਕਲ ਦਾ ਸਫ਼ਰ ਜੌੜੇ ਤੱਕ ਜਾਂ ਕਲਾਨੌਰ ਤੱਕ ਸਾਈਕਲ ਤੇ ਕਰ ਲਓ, ਤੇ ਤੁਸੀਂ 10 ਰੁਪਏ ਵੀ ਗੋਲਕ 'ਚ ਪਾ ਦਿਓ ਤਾਂ ਵੀ ਬੜੀ ਵੱਡੀ ਬਹਾਦਰੀ। ਨਾਈ ਨੂੰ ਤੁਸੀਂ 150 ਰੁਪਈਆ 15 ਦਿਨ ਜਾ ਕੇ ਦਿਓ
ਤੁਸੀਂ ਮੈਂ ਨਾ 20 ਰੁਪਏ ਗੋਲਕ 'ਚ ਪਾ ਦਿਓ ਤੇ ਗੁਰੂ ਦੀ ਖੁਸ਼ੀ ਦੇ ਪਾਤਰ ਬਣੋ। ਉਹ 20 ਰੁਪਏ ਤੁਹਾਡੇ ਪਿੰਡ ਵਿੱਚ ਤਲਵੰਡੀ ਵਿੱਚ ਮੈਨੂੰ ਪਤਾ ਲੱਗਿਆ 3 ਕੈਟੇਗਰੀਆਂ ਬੈਠੀਆਂ ਨੇ। 5-6 ਘਰ ਮੇਰੇ ਰਾਜਪੂਤ ਭਰਾਵਾਂ ਦੇ ਨੇ, ਬਾਕੀ ਤੁਹਾਡੇ ਸਿੱਖਾਂ ਦੇ ਨੇ, 2 ਘਰ ਈਸਾਈਆਂ ਦੇ ਨੇ। ਹੁਣ ਈਸਾਈ ਕਿੱਦਾਂ ਨੇ, ਉਹਨਾਂ 'ਚ ਈਸਾਈਅਤ ਕਿੰਨਾ ਕੁ ਗੁਣ ਹੈ, ਰਾਜਪੂਤ ਕਿਹੜੇ ਗੁਰੂ ਨੂੰ ਮੰਨਦੇ ਨੇ ਮੈਨੂੰ ਨਹੀਂ ਪਤਾ। ਪਰ ਇਹ ਵੀ ਮੈਨੂੰ ਪਤਾ ਲੱਗਾ ਵੀ 2-3 ਮੁਸਲਮਾਨਾਂ ਦੀਆਂ ਕਬਰਾਂ ਵੀ ਪਿੰਡ ਵਿੱਚ ਹੈ, ਜਿੱਥੇ ਸਾਰੇ ਲੋਕ ਵੀਰਵਾਰੀ ਜਾਂਦੇ। ਜਦੇ ਕੋਈ ਵੀ ਮੁਸਲਮਾਨ ਕਬਰ ਤੇ ਮੱਥਾ ਨਹੀਂ ਟੇਕਦਾ। ਆ ਬਖਸ਼ੀ ਵਾਲੇ ਕਬਰ ਹੈ, ਉੱਥੇ ਲੋਕੀ ਸਿੱਖ ਮੱਥਾ ਟੇਕਦੇ ਨੇ। ਇਹਨਾਂ ਦਾ ਕਸੂਰ ਨਹੀਂ ਗਾ ਹੈ, ਇਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਵੀ ਤੁਹਾਡਾ ਗੁਰੂ ਕੌਣ ਹੈ, ਸਿੱਖ ਹੁੰਦੇ ਕੌਣ ਨੇ। ਇਹ ਜਿਹੜੇ ਬੰਦਿਆਂ ਨੇ ਦੱਸਣਾ ਸੀ ਉਹ ਆਪ ਨਹੀਂ ਸਿੱਖੀ ਨੂੰ ਤਿਆਰ ਹੋਏ, ਇਸ ਕਰਕੇ ਸਾਰਾ ਪੁਆੜਾ ਪਿਆ ਹੋਇਆ। ਤਾਂ ਅਸੀਂ ਤੁਹਾਡੇ ਨਾਲ ਸਾਂਝ ਪਾਣੀ ਹੈ। ਇੱਕ ਮੈਂ ਛੋਟੀ ਜਿਹੀ ਸਾਖੀ ਤੁਹਾਡੇ ਨਾਲ ਗੁਰੂ ਘਰ ਵਿੱਚੋਂ ਸਾਂਝੀ ਕਰਨੀ ਹੈ ਕਿ ਗੁਰੂ ਪਾਤਸ਼ਾਹ ਦੇ ਟਾਈਮ ਵਿੱਚ ਜਿਹੜੇ ਬੜੇ ਅਤੀ ਸਤਿਕਾਰਯੋਗ ਭਾਈ ਵਿਧੀ ਚੰਦ ਜੀ ਹੋਏ ਨੇ, ਛੋਟੀ ਬਿਲਕੁਲ 2 ਮਿੰਟ ਦੀ ਸਾਖੀ ਹੋਗੀ। ਉਹਦੇ ਬਾਰੇ ਕਿਸ ਤਰੀਕੇ ਨਾਲ ਇਸ ਕਾਬਲ ਸਾਈਡ ਤੋਂ ਘੋੜੇ ਲੈ ਕੇ ਇੱਕ ਸਿੱਖ ਆ ਰਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਲਈ। ਉਹ ਸਿੱਖਾਂ ਦੇ ਘੋੜੇ ਜਾ ਕੇ ਲਾਹੌਰ ਦੇ ਸੂਬੇਦਾਰ ਨਾਲ ਕਿੱਦਾਂ ਖੋਹ ਲਏ ਧੱਕੇ ਨਾਲ। ਘੋੜੇ ਬਹੁਤ ਸੁੰਦਰ ਸਨ, ਦਿਲਬਾਗ ਤੇ ਦਾ ਨਾਂ ਸੀ, ਇੱਕ ਦਾ ਨਾਂ ਦੂਜਾ ਸੀ, ਹਾਂਜੀ ਦਿਲਬਾਗ ਗੁਰਲਬਾਗ। ਉਹ ਦੋਏ ਘੋੜੇ ਬਹੁਤ ਸੁੰਦਰ ਚੋਟੀ ਦੇ ਘੋੜੇ ਸਿੱਖ ਲੈ ਕੇ ਆਇਆ ਗੁਰੂ ਦੀ ਸ਼ਰਧਾ ਨਾਲ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰ ਅਨਾਉਂਸ ਕੀਤਾ ਸੀ 5ਵੇਂ ਗੁਰੂ ਤੱਕ ਸਾਡੀ ਬੜੇ ਠੰਡੇ ਤੇ ਸ਼ਹੀਦੀ ਤੱਕ ਚੱਲਦੇ ਗਏ, ਬੜੇ ਹਥਿਆਰ ਨਹੀਂ ਰੱਖੇ, ਅਸੀਂ ਫਕੀਰੀ ਦਾਵੇ ਨਾਲ ਗੁਰੂ ਪਾਤਸ਼ਾਹ ਚੱਲਦੇ ਰਹੇ ਨੇ। ਅੱਗੇ ਜਾ ਕੇ ਸਾਨੂੰ ਪੀਰੀ ਤੇ ਮੀਰੀ ਨੂੰ ਸਮੇਲ ਕਰਨਾ ਪਿਆ, ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬਿਠਾਲਣਾ ਪਿਆ। ਇਸ ਤਰੀਕੇ ਨਾਲ ਜ਼ੁਲਮ ਕੀਤਾ, ਜਿਹੜਾ ਜ਼ੁਲਮ ਦਾ ਕੋਈ ਅੱਤ ਕਰ ਦਿੱਤੀ ਹੈ। ਫਿਰ ਗੁਰੂ ਪਾਤਸ਼ਾਹ ਨੇ ਉਸੇ ਗੁਰੂ ਅਰਜਨ ਦੇਵ ਨੇ 6ਵੇਂ ਜਾਮੇ ਵਿੱਚ ਹਥਿਆਰਾਂ ਨੂੰ ਹੱਥ ਰੱਖਿਆ। ਬਾਬੇ ਬੁੱਢਾ ਸਾਹਿਬ ਜੀ ਨੇ 2 ਤਰਵਾਲਾਂ ਪਵਾਈਆਂ ਵੀ ਹੁਣ ਮੀਰੀ ਤੇ ਪੀਰੀ ਦੋਏ ਸਮੇਲ ਬਣੇਗਾ, ਭਗਤੀ ਤੇ ਸ਼ਕਤੀ ਨੂੰ ਜੋੜਿਆ ਜਾਏਗਾ। ਹੁਣ ਉਹ ਜਿਹੜੇ ਘੋੜੇ ਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਆਪਣੇ ਬੈਠਦਿਆਂ ਸਾਰ ਗੁਰਗੱਦੀ ਤੇ ਉਹ ਕਹਿ ਰਹੇ ਨੇ ਕਿ ਜਿਹੜੇ ਵੀ ਗੁਰੂ ਨਾਨਕ ਦੇ ਦਰ ਘਰ ਦੇ ਸ਼ਰਧਾਲੂ ਸਿੱਖ ਨੇ, ਜੇ ਉਹਨੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਉਹ ਨੌਜਵਾਨ ਬੱਚੇ ਸਿੱਖ ਫੌਜ ਵਿੱਚ ਭਰਤੀ ਹੋਣਗੇ ਤੇ ਚੰਗੇ ਸ਼ਸਤਰ ਤੇ ਘੋੜੇ ਲੈ ਕੇ ਆਣਗੇ, ਉਹਨਾਂ ਤੇ ਗੁਰੂ ਦੀ ਜ਼ਿਆਦਾ ਖੁਸ਼ੀ ਹੋਗੀ। ਉਸ ਲੜੀ ਵਿੱਚ ਉਹ ਸਿੱਖ ਘੋੜੇ ਲੈ ਕੇ ਆ ਰਿਹਾ, ਦਿਲਬਾਗ ਤੇ ਗੁਲਬਾਗ ਦੋਏ ਇੱਥੇ ਖੋਹ ਲਏ ਤੇ ਉਹ ਬੜਾ ਨਿੰਮੋ ਝੂਣਾ ਹੋ ਕੇ ਗੁਰੂ ਦਰਬਾਰ ਵਿੱਚ ਪਹੁੰਚਿਆ। ਸਿੱਖ ਰੋਣ ਹਾਖਾ ਹੋਇਆ। ਗੁਰੂ ਪਾਤਸ਼ਾਹ ਅੰਤਰਜਾਮੀ ਨੇ ਆਂਦੇ ਵੀ ਸਿੱਖਾ ਕੀ ਗੱਲ ਹੈ, ਇਹਨਾਂ ਦਿਲ ਕਿਉਂ ਛੱਡਿਆ? ਪਾਤਸ਼ਾਹ ਮੈਂ ਬੜੇ ਸੰਗਤ ਦੇ ਦਸਵੰਧ ਦਾ ਇਕੱਠਾ ਕਰਕੇ 2 ਘੋੜੇ ਤੁਹਾਡੇ ਲਈ ਬੜੇ ਸੁੰਦਰ ਲਿਆਂਦੇ ਸਨ, ਉਹ ਦੋਏ ਘੋੜੇ ਮੇਰੇ ਸੂਬੇ ਲਾਹੌਰ ਨੇ ਖੋਹ ਲਏ ਹੈ ਵੀ ਅਸੀਂ ਗੁਰੂ ਨੂੰ ਨਹੀਂ ਜਾਣ ਦੇਣੇ, ਘੋੜੇ ਮੇਰੇ ਲਾਇਕ ਹੈ। ਤੇ ਉਹ ਇਸ ਕਰਕੇ ਮੇਰਾ ਦਿਲ ਦੁਖ ਗਿਆ। ਮੈਂ ਚਾਹੁੰਦਾ ਸੀ ਮੇਰੇ ਸਾਹਮਣੇ ਤੁਸੀਂ ਘੋੜੇ ਤੇ ਸਵਾਰੀ ਹੁੰਦੀ ਤੇ ਮੇਰਾ ਮਨ ਬਾਗੋ ਬਾਗ ਹੁੰਦਾ, ਤੇ ਇਸ ਕਰਕੇ ਮੇਰਾ ਮਨ ਦੁਖੀ। ਤੇ ਫਿਰ ਉਹ ਭਰੀ ਸੰਗਤ ਵਿੱਚ ਆਂਦੇ ਵੀ ਸਿੱਖਾ ਤੂੰ ਘਬਰਾ ਨਾ, ਜੇ ਗੁਰੂ ਦੇ ਘੋੜੇ ਹੋਣਗੇ ਤੇ ਗੁਰੂ ਕੋਲੇ ਆਣਗੇ, ਉਹਨੂੰ ਨਹੀਂ ਰੱਖ ਸਕਦੇ। ਇਸ ਕਰਕੇ ਉਹਨੇ ਭਰੇ ਦੀਵਾਨ ਵਿੱਚ ਕਿਹਾ ਵੀ ਕੋਈ ਗੁਰੂ ਕਾ ਸਿੱਖ ਉੱਠੇ ਜਿਹੜਾ ਘੋੜੇ ਲੈ ਕੇ ਆਏ। ਉਸ ਬਾਰਨਗ ਤੋਂ ਭਾਈ ਵਿਧੀ ਚੰਦ ਸ਼ੀਨਾ ਜਿਹੜੇ ਨੇ ਉਹ ਉੱਠਦੇ ਨੇ ਤੇ ਕਹਿੰਦੇ ਗੁਰੂ ਪਾਤਸ਼ਾਹ ਤੁਹਾਡੀ ਮਿਹਰ ਦੀ ਨਜ਼ਰ ਚਾਹੀਦੀ ਹੈ, ਤੁਹਾਡੀ ਮਿਹਰ ਤੋਂ ਬਿਨਾਂ ਕੰਮ ਨਹੀਂ ਹੋਣ ਵਾਲਾ, ਕੰਮ ਜ਼ਰੂਰ ਹੋਏਗਾ, ਤੁਹਾਡੀ ਕਿਰਪਾ ਚਾਹੀਦੀ, ਥਾਪੜਾ ਦਿਓ ਆਪਣੇ ਬੱਚੇ ਨੂੰ, ਮੈਂ ਜਾਣਾ ਇਸ ਕੰਮ ਵਾਸਤੇ। ਤੇ ਪਹਿਲਾ ਘੋੜਾ ਜਦੋਂ ਲੈ ਕੇ ਆਉਂਦੇ ਨੇ ਕਾਹੀ ਬਣ ਕੇ, ਮੈਂ ਬਹੁਤ ਲੰਮਾ ਨਹੀਂ ਟੌਪਿਕ ਲਾਣਾ, ਕਾਹੀ ਬਣ ਕੇ ਆਉਂਦੇ ਨੇ। ਤੇ ਜਦੋਂ ਦੂਸਰੀ ਵਾਰ ਉਹ ਘੋੜਾ ਜਦੋਂ ਦਿਲਬਾਗ ਆ ਗਿਆ, ਉਹ ਹੁਣ ਉੱਥੇ ਪੱਠੇ ਨਹੀਂ ਖਾਂਦਾ, ਕਿਲੇ ਦੀ ਕੰਧ ਤੋਂ ਛਾਲ ਮਰਾ ਦਿੰਦੇ ਨੇ ਰਾਵੀ ਦਰਿਆ ਵਿੱਚ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਸਿੱਖ ਕਹਿੰਦੇ ਮਹਾਰਾਜ ਘੋੜਾ ਉਦਾਸ ਹੋਇਆ ਹੋਇਆ, ਪੱਠੇ ਨਹੀਂ ਖਾਂਦਾ। ਆਂਦੇ ਵੀ ਇਹ ਉਦਾਸ ਹੈ, ਇਹਦਾ ਭਰਾ ਦੂਰ ਨਾਲ ਦਾ ਉੱਥੇ ਵੱਜਿਆ ਹੈ, ਇਹ ਚਾਹੁੰਦਾ ਵੀ ਉਹ ਭਰਾ ਵੀ ਮੇਰੇ ਕੋਲ ਆ ਜਾਏ। ਤੇ ਇਸ ਕਰਕੇ ਫੇਰ ਕੋਈ ਸਿੱਖ ਉੱਠੇ ਜਿਹੜਾ ਦੂਸਰਾ ਘੋੜਾ ਵੀ ਨਾਲ ਲੈ ਕੇ ਆਏ, 2 ਇਕੱਠੇ ਹੋਣੇ ਚਾਹੀਦੇ ਨੇ। ਤੇ ਫੇਰ ਵਿਧੀ ਚੰਦ ਉੱਠਦਾ, ਫੇਰ ਥਾਪੜਾ ਲੈਂਦਾ, ਫੇਰ ਜਾ ਕੇ ਨਜੂਮੀਆਂ ਬਣਦਾ, ਭਾਵ ਜਿਹੜੇ ਕਹਿੰਦੇ ਨੇ ਵੀ ਗੁਆਚੀਆਂ ਚੀਜ਼ਾਂ ਲੱਭ ਜਾਣਗੀਆਂ, ਐਦਾਂ ਦੇ ਮੰਤਰ ਜੰਤਰ ਹੁੰਦੇ ਨੇ। ਉਹ ਨਜੂਮੀਆਂ ਦੀ ਸ਼ਕਲ ਧਾਰ ਕੇ ਕਿਸ ਤਰੀਕੇ ਨਾਲ ਉਸੇ ਕਿਲੇ ਵਿੱਚ ਜਾਂਦਾ, ਔਰ ਗੁਰੂ ਪਾਤਸ਼ਾਹ ਮਗਰ ਹੱਥ ਰੱਖਦੇ ਨੇ। ਜਿਹੜਾ ਦਰੋਗਾ ਹੈ ਉਹਨੂੰ ਕੋਈ ਕੰਮ ਹੈ,
ਜਿਹੜਾ ਉੱਥੋਂ ਦਾ ਸੂਬਾ ਹੈ ਉਹਦੀ ਕੋਈ ਲੜਕੇ ਨੂੰ ਢਿੱਲ ਹੈ ਤੇ ਵਿਧੀ ਚੰਦ ਜਾ ਕੇ ਠੀਕ ਕਰ ਦਿੰਦਾ, ਉਹਨਾਂ ਦੀ ਸ਼ਰਧਾ ਬਣ ਜਾਂਦੀ, ਪਛਾਣ ਨਹੀਂ ਸਕਦੇ। ਮੁੜ ਕੇ ਵਿਧੀ ਚੰਦ ਦੂਸਰੇ ਘੋੜੇ ਨੂੰ ਕਹਿੰਦਾ ਵੀ ਪਹਿਲਾ ਘੋੜਾ ਤੁਹਾਡਾ ਮੈਂ ਲੱਭ ਕੇ ਦਊਂਗਾ, ਮੇਰੀ ਬੜੀ ਗੁਰੂ ਪਾਤਸ਼ਾਹ ਦੀ ਰਹਿਮਤ ਹੈ, ਮੇਰਾ ਇਲਮ ਬਹੁਤ ਪੱਕਾ ਹੈ, ਲੱਭ ਦਊਂਗਾ। ਤੇ ਜਦੋਂ ਲੱਭਣ ਲੱਗਦਾ ਤੇ ਕੀ ਕਰਦਾ, ਉਹ ਆਂਦਾ ਵੀ ਰਾਤ ਨੂੰ ਸਾਰੇ ਕਿਲੇ ਦੇ ਦਰਵਾਜ਼ੇ ਬੰਦ ਕਰ ਦੋ, ਜਿੰਨੇ ਵਜੇ ਘੋੜਾ ਨਿਕਲਿਆ ਜਦੋਂ ਉਹ ਟਾਈਮ ਆਊਗਾ ਮੇਰਾ ਨਜੂਮ ਪੂਰਾ ਨਿਕਲੇਗਾ, ਮੈਂ ਘੋੜਾ ਜਿਹੜਾ ਉਹ ਤੁਹਾਨੂੰ ਦੱਸੂਗਾ ਵੀ ਕੌਣ ਲੈ ਗਿਆ, ਕਿੱਥੇ ਲੈ ਕੇ ਗਿਆ ਤੇ ਕਿੱਦਾਂ ਲੈ ਕੇ ਗਿਆ, ਸਾਰੀ ਗੱਲ ਸਮਝਾ ਦੂੰਗਾ। ਉਨੇ ਦਿਨ ਤੱਕ ਉਹ ਪਹਿਲਾਂ ਦਰਿਆ ਵਿੱਚ ਪੱਥਰ ਸੁੱਟਦਾ ਰਿਹਾ ਤਾਂ ਕਿ ਇਹਨਾਂ ਨੂੰ ਜਦੋਂ ਘੋੜੇ ਨਾਲ ਛਾਲ ਮਾਰਨੀ ਇਹਨਾਂ ਨੂੰ ਭੁਲੇਖਾ ਪੈ ਜਾਏ ਵੀ ਇੱਥੇ ਤਾਂ ਰੋਜ਼ ਕੋਈ ਮੱਛ ਉਛਲਦਾ। ਹੁਣ ਦੂਸਰੇ ਘੋੜੇ ਨੂੰ ਉਹ ਸਾਰਾ ਕੰਮ ਕਰਾ ਕੇ ਬਾਦਸ਼ਾਹ ਉਹ ਜਿਹੜਾ ਉੱਥੋਂ ਸੂਬਾ ਹੈ ਉਹਨੂੰ ਵੀ ਕਹਿੰਦਾ ਤੂੰ ਵੀ ਬਹਿ ਜਾ ਉੱਚੇ ਥਾਂ ਤੇ, ਸਾਰੇ ਜਿਹੜੇ ਜਿੱਥੇ ਜਿੱਥੇ ਬੰਦੇ ਨੇ ਸਾਰੇ ਆਪਣੇ ਕਮਰਿਆਂ 'ਚ ਹੋ ਜਾਓ। ਉਹਨਾਂ ਨੂੰ ਬੰਦ ਕਰਕੇ ਘੋੜੇ ਨੂੰ ਲਾਉਂਦਾ, ਕਾਠੀ ਵੀ ਪਾਓ, ਇਹ ਘੋੜਾ ਦੱਸੂਗਾ ਮੈਨੂੰ ਸਾਰਾ ਕੁਝ। ਕਾਠੀ ਨੂੰ ਮਾਰਦਾ ਚਾਬਕ ਘੋੜੇ ਨੂੰ ਉਸੇ ਕੰਧ ਤੋਂ ਜਿੱਥੇ ਸਟਾਇਆ ਸੀ, ਨਾਲੇ ਕਹਿੰਦਾ ਤੁਹਾਡਾ ਘੋੜਾ ਦੂਜਾ ਵੀ ਚੱਲਿਆ, ਵਿਧੀ ਚੰਦ ਲੈ ਕੇ ਚੱਲਿਆ, ਗੁਰੂ ਕੋਲ ਲੈ ਕੇ ਚੱਲਿਆ, ਮਹਾਰਾਜ ਤੁਸੀਂ ਆਣਾ ਤੇ ਆ ਜਿਓ, ਘੋੜੇ ਲੈਣੇ ਤੇ ਹੁਣ ਆ ਕੇ ਲੈ ਲਿਓ, ਤੁਸੀਂ ਤਾਂ ਖੋਲੇ ਸੀ ਅਸੀਂ ਲੈ ਲਏ ਐ, ਸਾਡੇ ਘੋੜੇ ਸੀ। ਉਹ ਜਦੋਂ ਇਹ ਸਾਰੀ ਕਾਰਵਾਈ ਹੁੰਦੀ ਹੈ ਤੇ ਉਦੋਂ ਗੁਰੂ ਪਾਤਸ਼ਾਹ ਖੁਸ਼ ਹੁੰਦੇ ਨੇ ਵਿਧੀ ਚੰਦ ਤੇ। ਮੁਗਲਾਂ ਵੱਲੋਂ ਖੋਏ 2 ਘੋੜਿਆਂ ਤੋਂ ਜਦ ਪਹਿਲਾ ਘੋੜਾ ਭਾਈ ਵਿਧੀ ਚੰਦ ਖੋਲ ਕੇ ਲਿਆਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਖੁਸ਼ ਹੋਏ, ਕਹਿਣ ਲੱਗੇ ਮੰਗ ਵਿਧੀ ਚੰਦ ਕੁਝ ਵੀ ਮੰਗ, ਤੂੰ ਆਪਣੀ ਜਾਨ ਤਲੀ ਤੇ ਰੱਖ ਕੇ ਕੰਮ ਕੀਤਾ ਹੈ। ਵਿਧੀ ਚੰਦ ਨੇ ਕੀ ਮੰਗਿਆ? ਸਤਿਗੁਰੂ ਕਾ ਅੰਗ। ਕੀ ਮੰਗਦਾ? ਸਤਿਗੁਰੂ ਕਾ ਅੰਗ। ਤੇ ਦੂਸਰਾ ਕੀ ਮੰਗਦਾ? ਸਾਧ ਕਾ ਸੰਗ, ਮੈਨੂੰ ਰੋਜ਼ ਸੰਗਤ ਪ੍ਰਾਪਤ ਹੋਏ। ਜਿੱਦੋਂ ਤੁਸੀਂ ਟੁੱਟੇ ਬੈਠੇ ਮਾੜੀ ਸੰਗਤ 'ਚ ਇਕੱਠੇ ਹੋ ਗਏ, ਤੁਹਾਨੂੰ ਗਾਣੇ ਦੇਤੇ ਗੰਦੇ, YouTube ਤੋਂ ਗੰਦੀਆਂ ਫਿਲਮਾਂ ਦੇਤੀਆਂ, ਤੁਹਾਡਾ ਭਵਿੱਖ ਬਹੁਤ ਧੁੰਦਲਾ ਕੀਤਾ ਜਾ ਰਿਹਾ। ਦੂਸਰਾ ਚੰਦ ਚਾਹੀਦਾ ਸਤਿਗੁਰੂ ਦਾ ਅੰਗ, ਸਤਿਗੁਰੂ ਮੇਰੇ ਬਲ ਹੋਏ ਤੇ ਨਾਲ ਮੈਨੂੰ ਸਾਧ ਕਾ ਸੰਗ ਤੇ ਨਾਮ ਕਾ ਰੰਗ, ਬਿਨ ਗੁਰ ਪੂਰੇ ਨਹੀਂ ਉਧਾਰ, ਨਾਮ ਦਾ ਰੰਗ ਇਹ ਮੈਨੂੰ ਚਾਹੀਦਾ। ਚੌਥਾ ਕੀ ਚਾਹੀਦਾ? ਨਿਸ਼ਚਾ ਭੰਗ, ਮੇਰੀ ਸ਼ਰਧਾ ਬੇਅੰਤ ਚਾਹੀਦੀ ਹੈ, ਮੈਨੂੰ ਯਕੀਨ ਚਾਹੀਦਾ ਤੁਹਾਡੇ ਤੇ। ਇਹ 4 ਮੰਗ ਮੰਗਦਾ ਤੇ ਫਿਰ ਗੁਰੂ ਜੀ ਨੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਜਦੋਂ ਦੂਜਾ ਘੋੜਾ ਲਿਆਂਦਾ ਤਾਂ ਗੁਰੂ ਜੀ ਫਿਰ ਮੇਰ ਦੇ ਘਰ ਆਏ ਤੇ ਕਿਹਾ ਵਿਧੀ ਚੰਦ ਕੁਝ ਮੰਗ। ਭਾਈ ਸਾਹਿਬ ਨੇ ਕਿਹਾ ਕੀ ਮੰਗਾ? ਆਪ ਹੀ ਮਿਹਰ ਕਰ ਦਿਓ। ਗੁਰੂ ਜੀ ਨੇ ਬਖਸ਼ਿਸ਼ ਭਰਿਆ ਬਚਨ ਕਰਕੇ 3 ਵਾਰ ਦੇ ਦਿੱਤੇ। ਵਿਧੀ ਚੰਦ ਛੀਨਾ, ਵਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤੀ ਪੀਨਾ, ਪ੍ਰੇਮਾ ਭਗਤੀ ਵੀ ਦਿੱਤੀ ਤੇ ਤੈਨੂੰ ਆਪਣਾ ਦਿਲ ਬਣਾਤਾ। ਇਹ 3 ਵਾਰ ਦੇ ਦਿੰਦੇ। ਹੁਣ ਭਾਈ ਵਿਧੀ ਚੰਦ ਕਹਿਣ ਲੱਗੇ ਪਿਛਲੀ ਵਾਰ 4 ਬਖਸ਼ਿਸ਼ਾਂ ਕੀਤੀਆਂ ਇੱਕ ਘੋੜੇ ਨਾਲ, ਇਸ ਵਾਰ 3 ਕਰਨ ਲੱਗੇ, 1 ਤਾਂ ਹੋਰ ਕਰ ਦਿਓ। ਗੁਰੂ ਜੀ ਕਹਿਣ ਲੱਗੇ ਤੂੰ ਮੰਗ ਲੈ। ਤਾਂ ਭਾਈ ਜੀ ਨੇ ਮੰਗਿਆ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਮੁੱਕ ਜਾਏ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ। ਇਹ ਹੁਣ ਮੈਂ ਮੰਗਣ ਲੱਗਿਆ, ਹੁਣ ਮੈਨੂੰ ਤੁਹਾਡੇ ਕੋਲ ਕੋਈ ਵੀ ਚੀਜ਼ ਮੰਗਣ ਦੀ ਲੋੜ ਨਾ ਰਹੇ, ਜੇ ਮੇਰਾ ਨਾਮ ਚੱਲਦਾ ਰਹੇ, ਮੇਰੀ ਪ੍ਰੀਤ ਤੁਹਾਡੇ ਨਾਲ ਨਿਭ ਜਾਏ। ਇਹ ਸੀ ਉਹਨਾਂ ਦੇ ਜੀਵਨ ਵਿੱਚ ਇੱਕ ਛੋਟੀ ਜਿਹੀ ਗਾਥਾ ਇਤਿਹਾਸਕ ਪੱਖ ਤੋਂ। ਹੁਣ ਜਿਹੜੀ ਮੇਨ ਪੁਆਇੰਟ ਹੈ ਸਾਡਾ, ਉਹ ਅਸੀਂ ਤੁਹਾਡੇ ਨਾਲ ਇਹ ਸਾਂਝਾ ਬਾਰ-ਬਾਰ ਕਰਦੇ ਹਾਂ ਕਿ ਸਾਨੂੰ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਉਹਦੇ 'ਚ ਰਹਿਤ ਮਰਿਆਦਾ ਇੱਕ ਬਹੁਤ ਵਿਸ਼ੇਸ਼ ਚੀਜ਼ ਹੈ, ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਰਹਿਤ ਮਰਿਆਦਾ ਕੀ ਹੁੰਦੀ ਹੈ ਕਿ ਸਿੱਖਾਂ ਦੇ ਬੱਚੇ ਦੇ ਜਨਮ ਦੇ ਟਾਈਮ ਕੀ ਕਰਨਾ। ਇੱਕ ਗੱਲ ਖਾਸ ਹੈ ਕਿ ਜਦੋਂ ਇੱਥੋਂ ਬੰਦਾ ਮਰਦਾ ਹੈ, ਇਹ ਸਾਰੇ ਧਰਮ ਮੰਨਦੇ ਨੇ ਵੀ ਮਰਨ ਤੋਂ ਬਾਅਦ ਇਹਦੀ ਰੂਹ ਅੱਗੇ ਜਾਂਦੀ ਹੈ, ਰੂਹ ਇਹਦੀ ਸਰੀਰ ਛੱਡ ਕੇ ਅੱਗੇ ਚੱਲਦੀ ਹੈ, ਦਰਗਾਹ ਨੂੰ ਜਾਂਦੀ ਹੈ, ਪਰਲੋਕ ਨੂੰ ਕਿਹਾ, ਲੋਕ ਸੁਖੀਏ ਪਰਲੋਕ ਸੇਲੇ। ਉਹ ਰੂਹ ਉੱਥੇ ਜਦੋਂ ਜਾਂਦੀ ਹੈ, ਗੁਰੂ ਤੋਂ ਬਿਨਾਂ ਜਿਹੜੀ ਨਗੁਰੀ ਰੂਹ ਜਾਂਦੀ ਹੈ, ਉਹਦੀ ਬਹੁਤ ਭੈੜੀ ਦਸ਼ਾ ਹੁੰਦੀ ਹੈ ਤੇ ਉਹ 84 ਲੱਖ ਜੂਨੀਆਂ ਵਿੱਚ ਉਸ ਤੋਂ ਬਾਅਦ ਫਸ ਜਾਂਦੀ ਹੈ। ਹੁਣ ਜਿਹੜੀ ਰੂਹ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਜਾਂਦੀ ਹੈ, ਉਹ ਰੂਹ ਵੀ ਗੁਰੂ ਜੀ ਸਿਫਾਤ ਪੜਦੇ ਨੇ, ਜਿਹੜੇ ਸ਼ਬਦ ਵਿੱਚ ਟੂਕ ਲਾਈ ਸੀ ਕਿ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ, ਹਰ ਨਾਮੋ ਮੰਤਰ ਦਰੜਾਇਂਦਾ।
ਆ ਖਾਸ ਗੱਲ ਹੈ ਗੁਰੂ ਦੀ, ਜਿਹੜਾ ਸਾਨੂੰ ਮੰਤਰ ਪੱਕਾ ਕਰਾਉਂਦੇ ਨੇ। ਭਾਵ ਰੋਜ਼ ਮੰਤਰ ਦਾ ਅਭਿਆਸ ਕਰਨਾ ਸਿੱਖ ਨੇ। ਉਹ ਮੰਤਰ ਲੈਣਾ ਕਿਵੇਂ ਹੈ, ਉਹ ਵਿੱਚ ਦੱਸਿਆ ਜਾਂਦਾ ਕਿ ਪੀਵੋ ਪਹੁਲ ਖੰਡੇ ਤਾਰ, ਇਸ ਤਰੀਕੇ ਨਾਲ ਮੰਤਰ ਲੈਣਾ। ਹੁਣ ਗੁਰੂ ਪਾਤਸ਼ਾਹ ਰਹਿਮਤ ਕਰਨ, ਹੁਣ ਇੱਕ ਛੋਟੀ ਜਿਹੀ ਟੌਪਿਕ ਹੈ ਤੁਹਾਡੇ ਨਾਲ ਕਿ ਸਾਡੇ ਨਾਲ ਜਿੱਥੇ ਆਪਾਂ ਸਿੱਖ ਬੈਠੇ ਆਂ ਇਸ ਪੰਜਾਬ ਵਿੱਚ, ਉੱਥੇ ਈਸਾਈ ਵੀਰ ਬੈਠੇ ਨੇ, ਹਿੰਦੂ ਬੈਠੇ ਨੇ, ਮੁਸਲਮਾਨ ਬਹੁਤ ਘੱਟ ਨੇ। ਮੁਸਲਮਾਨਾਂ ਦੀਆਂ ਕਬਰਾਂ ਬਹੁਤ ਜ਼ਿਆਦਾ ਨੇ ਤੇ ਉਹਨਾਂ ਦੀ ਆਬਾਦੀ ਬਹੁਤ ਹੀ ਘੱਟ ਹੈ। ਉਹ ਪਾਕਿਸਤਾਨ ਵੱਲ ਨੂੰ ਚਲੇ ਗਏ, ਉਦੋਂ ਸਾਡਾ ਬੜਾ ਦੁਖਾਂਤ ਹੋਇਆ, ਉਹ ਵੱਢੇ ਗਏ। ਇੱਧਰ ਸਿੱਖ ਉਧਰੋਂ ਵੱਢੇ ਗਏ, ਸਾਡਾ ਲਹੂ ਨਾਲੇ ਰਾਵੀ ਚੱਲ ਗਈ। ਇਹ 1947 ਦੀ ਗੱਲ ਹੈ, ਕੋਈ ਲੰਮਾ ਚੌੜਾ ਨਹੀਂ ਹੋਇਆ। ਹੁਣ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਜਿਹੜੇ ਮੁਸਲਮਾਨ ਨੇ ਉਹ ਸਾਰੇ ਸੁਨਨਤ ਕਰਾ ਕੇ ਮੁਸਲਮਾਨ ਧਰਮ 'ਚ ਰਲਦੇ ਨੇ ਤੇ ਇੱਕ ਅੱਲਾ ਤੇ ਯਕੀਨ ਕਰਦੇ ਨੇ, ਇੱਕ ਮੁਹੰਮਦ ਸਾਹਿਬ ਤੇ ਸਿੱਧ ਕਰਦੇ ਨੇ, ਨਮਾਜ਼ਾਂ ਤੇ ਰੋਜ਼ੇ ਸਾਰੇ ਰੱਖਦੇ ਨੇ, ਜਾਤਾਂ ਉਹਨਾਂ ਦੀਆਂ ਕੋਈ ਨਹੀਂ ਹੁੰਦੀਆਂ। ਦੂਸਰੇ ਪਾਸੇ ਹੈਗੇ ਨੇ ਈਸਾਈ, ਜਿਹੜੇ ਈਸਾਈ ਵੀਰ ਨੇ ਇਹਨਾਂ 'ਚ ਪਾਣੀ 'ਚ ਗੋਤਾ ਲੈ ਕੇ ਈਸਾ ਤੇ ਯਕੀਨ ਕਰਦੇ ਨੇ, ਬਾਈਬਲ ਪੜ੍ਹਦੇ ਨੇ ਤੇ ਗਿਰਜੇ ਨੂੰ ਜਾਂਦੇ ਨੇ ਤੇ ਪ੍ਰਮਾਤਮਾ ਤੇ ਦੋਏ ਬੰਦੇ ਸਿਦਕ ਰੱਖਦੇ ਨੇ। ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਕਬਰ ਨੂੰ ਨਹੀਂ ਮੰਨਦੇ, ਮੜੀ ਮਸਾਣ ਜਠੇਰੇ ਨੂੰ, ਧਾਗੇ ਤਬੀਤ ਜੰਤਰ ਮੰਤਰ ਕੋਈ ਚੀਜ਼ ਨਹੀਂ ਮੰਨਦੇ। ਹੁਣ ਰਹੇ ਹੈਗਾ ਹਿੰਦੂ। ਹਿੰਦੂ ਜਨੇਊ ਪਾ ਕੇ ਹਿੰਦੂ ਧਰਮ 'ਚ ਰਲਦਾ ਸੀ, ਪਰ ਉਹ ਕੀ ਕਰਦੇ ਸਨ, ਉਹਨਾਂ ਵਿੱਚ ਇੱਕ ਤਾਂ ਵਰਨ ਆਸ਼ਰਮ ਦੀ ਵੰਡ ਕੀਤੀ ਸੀ, ਜਿਹਦੇ ਕਰਕੇ ਅਸੀਂ ਗੁਲਾਮ ਹੋਏ। ਵਰਨ ਆਸ਼ਰਮ ਦਾ ਕੀ ਮਤਲਬ ਸੀ ਕਿ ਇਹ ਬਾਹਮਣ ਹੁੰਦੇ ਨੇ, ਆ ਖੱਤਰੀ ਹੁੰਦੇ ਨੇ, ਰਾਜਪੂਤ, ਆ ਜਿਹੜੇ ਵੈਸ਼ ਵਪਾਰੀ ਤੇ ਬਾਈ ਜੋਤੀ ਕਰਨ ਵਾਲੇ ਹੁੰਦੇ ਨੇ, ਆ ਤੀਜੇ ਸ਼ੂਦਰ ਹੁੰਦੇ ਨੇ। ਇਹ ਸ਼ੂਦਰ ਜਿਹੜੇ ਨੇ, ਜਿੰਨੀਆਂ ਵੀ ਅੱਜ ਜਿਨ੍ਹਾਂ ਨੂੰ ਐਸੀ ਕੈਟੇਗਰੀ ਦੱਸਿਆ ਹੈ ਨਹੀਂ, ਭਾਵ ਸ਼ਡਿਊਲ ਕਾਸਟ, ਨੀਵੀਂ ਜਾਤ ਦੇ ਬੰਦੇ ਜਿਨ੍ਹਾਂ ਨੂੰ ਗਰਦਾਨਿਆ ਗਿਆ, ਇਹ ਸਾਰੇ ਦੇ ਸਾਰੇ ਬੰਦੇ ਮੰਦਿਰ ਵਿੱਚ ਨਹੀਂ ਸੀ ਜਾ ਸਕਦੇ। ਇਹ ਬੰਦੇ ਕਦੇ ਆਪਣੀ ਜ਼ੁਬਾਨ ਤੋਂ ਰਾਮ ਨਹੀਂ ਸੀ ਕਹਿ ਸਕਦੇ। ਹੁਣ ਵੀ ਅੱਜ ਕੱਲ ਦੀ ਇੱਕ ਵਾਕਿਆ ਹੈ, ਗੁਜਰਾਤ ਵਿੱਚ ਇੱਕ ਮੰਦਿਰ ਵਿੱਚ 6 ਚਲੇ ਗਏ ਮੇਰੇ ਭਰਾ, ਨੀਵੀਂ ਜਾਤ ਵਾਲੇ, ਜਿਨ੍ਹਾਂ ਨੂੰ ਇਹਨੇ ਸ਼ੂਦਰ ਕਿਹਾ, ਉਹਨਾਂ ਨੂੰ ਕੁੱਟ-ਕੁੱਟ ਕੇ ਲਹੂ ਲੁਹਾਨ ਕਰ ਦਿੱਤਾ ਉਹਨੀ ਬੰਦਿਆਂ ਨੇ। ਇਸ ਕਰਕੇ ਇੱਥੇ ਗੁਰੂ ਨਾਨਕ ਦੀ ਮਿਹਰ ਹੋਈ ਹੈ, ਇਹਨਾਂ ਨੂੰ ਬਰਾਬਰਤਾ ਦਿੱਤੀ ਹੋਈ ਹੈ ਨੀਵੀਂ ਜਾਤਾਂ ਨੂੰ। ਜਿਹੜਾ ਵੀ ਖੰਡੇ ਦੀ ਪੌਲ ਛਕੇ ਉਹਦੀ ਜਾਤ ਖਤਮ ਕੀਤੀ ਗਈ, ਉਹਦਾ ਪਹਿਲਾ ਧਰਮ ਖਤਮ ਹੋ ਜਾਂਦਾ। ਹੁਣ ਖੰਡੇ ਦੀ ਪੌਲ ਛਕਣੀ ਸੀ ਸਿੱਖ ਨੇ ਤੇ ਹਿੰਦੂ ਨੇ ਪਾਣਾ ਸੀ ਜਨੇਊ, ਤੇ ਹਿੰਦੂ ਦੇ ਦੇਵੀ ਦੇਵਤੇ ਬਹੁਤ ਨੇ, ਉਹਨਾਂ ਦੇ ਗੁਰੂ ਵੀ ਬਹੁਤ ਨੇ। ਪਰ ਰਹੀ ਗੱਲ ਸਿੱਖਾਂ ਦੀ, ਸਿੱਖਾਂ ਦਾ ਗੁਰੂ ਅਜੋਕੇ ਸਮੇਂ ਵਿੱਚ ਜਿਵੇਂ ਮਗਰੋਂ ਕਿਹਾ ਕਿ ਆਗਿਆ ਭਾਈ ਅਕਾਲ ਕੀ ਤਬੇ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਇਹ ਪਹਿਲਾ ਗ੍ਰੰਥ ਹੈ ਦੁਨੀਆ 'ਚ ਜਿਹਨੂੰ ਗੁਰੂ ਦਾ ਲਖਬ ਪ੍ਰਾਪਤ ਹੋਇਆ। ਕੁਰਾਨ ਨੂੰ ਗੁਰੂ ਨਹੀਂ ਮੰਨਿਆ ਜਾਂਦਾ, ਬਾਈਬਲ ਗੁਰੂ ਨਹੀਂ ਮੰਨੀ ਜਾਂਦੀ, ਗੀਤਾ ਰਮਾਇਣ ਗੁਰੂ ਨਹੀਂ ਮੰਨੇ ਜਾਂਦੇ। ਇਹਨਾਂ ਨੂੰ ਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਕਰ ਦਿੱਤਾ ਵੀ ਜਿੰਨੇ ਸਿੱਖ ਨੇ ਗੁਰੂ ਨਾਨਕ ਨਾਮ ਲੇਵਾ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਗੇ ਤੇ ਬਣਾਣਗੇ 5 ਪਿਆਰੇ, ਤੇ 5 ਪਿਆਰੇ ਸਾਈਡ ਤੇ ਹੋ ਜਾਣਗੇ ਤੇ ਸਾਨੂੰ ਪੂਰੀ ਮਰਿਆਦਾ ਦੱਸਣਗੇ, ਤੇ ਮਰਿਆਦਾ ਦੱਸ ਕੇ ਸਾਨੂੰ ਕਹਿਣਗੇ ਕਿ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ, ਤੇ ਨਾਲ ਨਾਲ ਤੁਸੀਂ ਅੱਜ ਤੋਂ ਤੁਹਾਡਾ ਜਨਮ ਕੇਸਗੜ੍ਹ ਸਾਹਿਬ ਦਾ ਹੋਇਆ, ਤੁਹਾਡਾ ਧਰਮ ਦਾ ਪਿਓ ਬਣਿਆ ਗੁਰੂ ਗੋਬਿੰਦ ਸਿੰਘ, ਕਿਸੇ ਕੌਮ ਦਾ ਪਿਓ ਨਹੀਂ ਬਣਾਇਆ ਗਿਆ। ਤੁਹਾਡੀ ਮਾਂ ਬਣੀ ਮਾਤਾ ਸਾਹਿਬ ਕੌਰ, ਤੇ ਤੁਹਾਡਾ ਪਿੰਡ ਬਣਿਆ ਆਨੰਦਪੁਰ ਸਾਹਿਬ, ਤੇ ਤੁਸੀਂ ਇੱਕ ਦੂਜੇ ਨੂੰ ਮਿਲਣਾ ਹੈ ਤੇ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਤੁਸੀਂ ਇਹ ਗੱਲਾਂ ਨਹੀਂ ਲਈਆਂ, ਹੌਲੀ ਹੌਲੀ ਪੰਜਾਬ ਵਿੱਚ ਗੁਰੂਆਂ ਦੇ ਡੇਰੇ ਵਧਾ ਦਿੱਤੇ ਗਏ। ਇੱਥੋਂ ਵੀ ਮੈਨੂੰ ਪਤਾ ਲੱਗਿਆ, ਇੱਥੇ ਵੀ ਇੱਕ ਬਾਬਾ ਜੀ ਨੇ ਉਹ 2-3 ਰਿਸ਼ਤੇ ਕਰਾਏ, ਉਹ ਰਿਸ਼ਤੇ ਵਾਲੇ ਮੇਰੇ ਕੋਲ ਆ ਕੇ ਰੋਣ ਡੇ ਸੀ ਵੀ ਸਾਰਾ ਕੰਮ ਖਰਾਬ ਹੋ ਗਿਆ ਵਾ। ਇਹਨਾਂ ਨੂੰ ਇਹਨਾਂ ਗੱਲਾਂ 'ਚ ਇੰਟਰਸਟ ਨਹੀਂ ਲੈਣਾ ਚਾਹੀਦਾ, ਇਹਨਾਂ ਨੂੰ ਕੇਵਲ ਖੰਡੇ ਦੀ ਪੌਲ ਦਾ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ। ਮੈਂ ਜਿਹੜੀ ਪਹਿਲੀ ਬੇਨਤੀ ਸ਼ੁਰੂ ਕੀਤੀ ਵੀ ਜਿਹੜੇ ਪਾਠੀ ਗ੍ਰੰਥੀ ਨੇ ਇਹਨਾਂ ਦੀ ਇਹ ਯੋਗਤਾ ਦੂਸਰੇ ਲੜੀ ਵਿੱਚ ਜਿਹੜੀ ਹੈਗੀ ਹੈ ਸਿੱਖ ਸਮੁਦਾਇ ਵਿੱਚ, ਉਹ ਹੈਗੇ ਨੇ ਤੁਹਾਡੇ ਵੱਲੋਂ ਥਾਪੇ ਹੋਏ ਸੰਤ ਜੀ, ਬਾਬੇ ਬਣਾਏ ਤੁਸੀਂ, ਜਾਂ ਕਿਸੇ ਨੂੰ ਬ੍ਰਹਮ ਗਿਆਨੀ ਕਿਹਾ, ਜਾਂ ਕਿਸੇ ਨੂੰ ਤੁਸੀਂ ਹਜੂਰ ਮਹਾਰਾਜ ਕਿਹਾ, ਜਾਂ ਕੋਈ ਨਾ ਕੋਈ ਕਿਸੇ ਨੂੰ ਮਹਾਂਪੁਰਖ ਦਾ ਲਕਬ ਦਿੱਤਾ। ਤੇ ਨਾਲ ਨਾਲ ਇੱਥੇ ਹੈਗੇ ਨੇ 5 ਪਿਆਰੇ, ਭਾਵ 5 ਪਿਆਰੇ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਥਾਪੇ ਜਾ ਰਹੇ ਨੇ। ਇੱਕ ਹੈਗੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ, ਉਹਨਾਂ ਨੂੰ ਗੁਰੂ ਕੀ ਲਾਡਲੀ ਫੌਜ ਕਰਕੇ ਜਾਣਦੇ ਨੇ। ਤੇ ਉਹਦੇ ਨਾਲ ਨਾਲ ਜਿਹੜੇ ਆ ਰਤਬੇ ਤੁਸੀਂ ਦਿੱਤੇ ਆ, ਜਾਂ ਕਿਸੇ ਕਿਸੇ ਨੂੰ ਰੁਤਬਾ ਦਿੱਤਾ ਅਕਾਲ ਤਖਤ ਤੋਂ, ਪੰਥ ਰਤਨ ਭਾਈ
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ, ਜਿਨ੍ਹਾਂ ਬਹੁਤ ਕਥਾ ਕੀਤੀ, ਹਿੰਦੂਆਂ ਨੇ ਵੀ ਸੁਣੀ, ਮੁਸਲਮਾਨਾਂ ਨੇ ਵੀ ਸੁਣੀ, ਬੜੀ ਸਾਂਝੀ ਕਥਾ ਕਰਕੇ ਲੋਕਾਂ ਨੂੰ ਗੁਰੂ ਨਾਨਕ ਦੀ ਵਿਸ਼ੇਸ਼ਤਾ ਹੀ ਦੱਸੀ ਹੈ। ਔਰ ਸਾਰੇ ਵਰਲਡ ਵਿੱਚ ਫਿਰਿਆ, ਉਹਨੇ ਯਤਨ ਕੀਤਾ ਜਿੱਥੇ ਤੱਕ ਵੀ ਗਿਆ। ਇਸ ਕਰਕੇ ਉਹਨੂੰ ਖਿਤਾਬ ਪੰਥ ਰਤਨ ਦਾ ਅਕਾਲ ਤਖਤ ਤੋਂ ਦਿੱਤਾ ਗਿਆ। ਦੂਸਰਾ ਹੈਗਾ ਖਿਤਾਬ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਪਦਮ ਭੂਸ਼ਣ ਦਾ। ਪਦਮ ਭੂਸ਼ਣ ਭਾਈ ਨਿਰਮਲ ਸਿੰਘ ਜੀ ਖਾਲਸਾ ਕੀਰਤਨ ਦੇ ਤੌਰ ਤੇ ਉਹ ਰਾਸ਼ਟਰਪਤੀ ਖਿਤਾਬ ਦਿੰਦਾ। ਜਿਹੜੇ ਤੁਸੀਂ ਖਿਤਾਬ ਦਿੱਤੇ ਹੋਏ ਬਾਬੇ ਜੀ, ਬ੍ਰਹਮ ਗਿਆਨੀ ਜੀ, ਸੰਤ ਜੀ, ਬਾਬਾ, ਤੁਸੀਂ ਲੋਕਾਂ ਕੋਲ ਇੰਨੀ ਕੁ ਸੋਚ ਹੈ ਕਿ ਕੋਈ ਬੰਦਾ ਬਿਮਾਰ ਹੋਇਆ ਉਹ ਬਾਬਾ ਠੀਕ ਕਰ ਦੇ, ਜਾਂ ਬਾਬਾ ਕਿਸੇ ਨੂੰ ਮੁੰਡਾ ਦੇ ਦੇ, ਜਾਂ ਕੋਈ ਬਾਬਾ ਨੌਕਰੀ ਤੇ ਲਵਾ ਦੇ, ਜਾਂ ਬਾਬਾ ਬਾਹਰ ਭੇਜ ਦੇ, ਜਾਂ ਬਾਬਾ ਰਿਸ਼ਤਾ ਕਰਾ ਦੇ ਜਿਹਦਾ ਨਹੀਂ ਹੁੰਦਾ, ਜਾਂ ਬਾਬਾ ਕੋਈ ਛੋਟਾ ਮੋਟਾ ਮੁਕੱਦਮਾ ਹੈ ਉਹ ਹੱਲ ਕਰਾ ਦੇ। ਉਹ ਤੁਹਾਡਾ ਬਾਬਾ ਹੁੰਦਾ। ਉਹ ਕਰਾਦਾ ਕਿ ਨਹੀਂ ਕਰਾਂਦਾ, ਇੱਕ ਦਾ ਹੋ ਗਿਆ, 20 ਦਾ ਨਹੀਂ ਹੋਇਆ ਤਾਂ ਸਾਰੇ ਉੱਥੇ ਤੁਰ ਗਏ। ਤੁਹਾਨੂੰ ਜਾਣਾ ਚਾਹੀਦਾ ਸੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ। ਤੇ ਜਿੰਨੇ ਇਹ ਲਕਬ ਦਿੱਤੇ ਗਏ ਨੇ, ਇਹ ਜਿੰਨੇ ਵੀ ਮਹਾਂਪੁਰਖ ਨੇ ਖਾਲਸਾ ਪੰਥ ਦੇ, ਇਹਨਾਂ ਦਾ ਫਰਜ਼ ਬਣਦਾ ਸੀ, ਜਿਨ੍ਹਾਂ ਦੇ ਨਾਮ ਅਗਰ ਸਿੰਘ ਤੇ ਕੌਲ ਲੱਗੇ ਨੇ, ਇਹਨਾਂ ਦਾ ਫਰਜ਼ ਬਣਦਾ ਸੀ ਸਾਰੇ ਮਹਾਂਪੁਰਖਾਂ ਦਾ ਵੀ ਇਹ ਸਾਰੇ ਹੀ ਮਹਾਂਪੁਰਖ ਖੰਡੇ ਦੀ ਪੌੜ ਦਾ ਪ੍ਰਚਾਰ ਕਰਕੇ ਪੰਥ ਤੇ ਗ੍ਰੰਥ ਨੂੰ ਇੱਕ ਹੀ ਲੜੀ ਵਿੱਚ ਪਰੋ ਕੇ ਅੱਗੇ ਸਾਹਮਣੇ ਦੇ ਲੋਕਾਂ ਦੇ ਕਰਦੇ, ਤੇ ਆਪਣੀ ਪੂਜਾ ਨਾ ਕਰਾਂਦੇ, ਆਪਣੇ ਡੇਰੇ ਨਾ ਖੋਲਦੇ। ਹਰ ਪਿੰਡ ਦਾ ਇੱਕ ਵਧੀਆ ਗੁਰਦੁਆਰਾ, ਇੱਕ ਵਧੀਆ ਗ੍ਰੰਥੀ ਸਿੰਘ, ਤੇ ਜੇ ਕੋਈ ਮਹਾਂਪੁਰਖ ਹੈਗਾ ਸੀ ਤੇ ਉਹ ਵੀ ਸਾਨੂੰ ਗ੍ਰਸਤੀ ਚਾਹੀਦਾ ਸੀ, ਭਾਵ ਉਹ ਆਪਣੀ ਕਿਰਤ ਕਰਕੇ ਰੋਟੀ ਖਾਣ ਵਾਲਾ ਚਾਹੀਦਾ ਸੀ। ਜਿਵੇਂ ਬਾਬਾ ਬੁੱਢਾ ਜੀ ਨੇ ਸਾਰੀ ਜ਼ਿੰਦਗੀ ਕਿਰਤ ਕਰਕੇ ਲੰਘਾਈ ਹੈ, ਭਾਈ ਲਾਲੋ ਨੇ ਕਿੱਲੇ ਘੜੇ ਨੇ ਸਾਰੀ ਜ਼ਿੰਦਗੀ, ਕਬੀਰ ਜੀ ਨੇ ਤਾਣੇ ਤਣਕੇ ਆਪਣੀ ਰੋਟੀ ਖਾਧੀ, ਰਵਿਦਾਸ ਜੀ ਨੇ ਜੁੱਤੀਆਂ ਗੰਢ ਕੇ ਖਾਧੀ ਹੈ, ਨਾਮਦੇਵ ਨੇ ਆਪਣੀ ਛਬਾਈ ਕਰਕੇ ਛਪਾਈ ਕਰਦਾ ਰਿਹਾ, ਉਸ ਤਰੀਕੇ ਨਾਲ ਧੰਨਾ ਆਪਣੀ ਵਾਹੀ ਕਰਦਾ ਰਿਹਾ। ਪਰ ਅੱਜ ਇਹਨਾਂ ਬਾਬਿਆਂ ਨਾਲ ਤੁਹਾਨੂੰ ਇਸ ਤਰੀਕੇ ਦਾ ਚੱਕਰ ਪਾਇਆ ਵਾ ਕਿ ਤੁਸੀਂ ਉਹਨਾਂ ਤੋਂ ਨਿਕਲ ਨਹੀਂ ਸਕਦੇ, ਇਸ ਤਰੀਕੇ ਨਾਲ ਫਸ ਚੁੱਕੇ ਵੇ। ਤੇ ਤਾਂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਆਪਣੇ ਗ੍ਰੰਥੀ ਦਾ ਸਤਿਕਾਰ ਕਰੋ। ਗ੍ਰੰਥੀ ਪਿੰਡ ਵਿੱਚ ਸਿੱਖੀ ਨੂੰ ਅੱਗੇ ਲਿਆਏ। ਜਿਹੜੇ ਬੰਦੇ ਸਿੱਖ ਨਹੀਂ ਬਣਨਾ ਚਾਹੁੰਦੇ, ਉਹ ਜੇ ਕਿਸੇ ਹੋਰ ਧਰਮ 'ਚ ਰਲਣਾ ਚਾਹੁੰਦੇ ਨੇ, ਜਿਵੇਂ ਇੱਥੇ ਸਾਡੀ ਬੜਾ ਤਵਾ ਲੱਗਿਆ ਗੁਰਦਾਸਪੁਰ ਦਾ ਵੀ ਇੱਥੇ ਈਸਾਈ ਲੋਕ ਬੜੇ ਬਣਦੇ ਜਾਂਦੇ ਨੇ। ਹਜੇ ਮੈਨੂੰ ਨਹੀਂ ਪਤਾ ਕਿੰਨੇ ਕੁ ਬਣੇ ਜ਼ਰੂਰ ਹੋਣਗੇ, ਮੈਂ ਨਹੀਂ ਕਹਿੰਦਾ ਨਹੀਂ ਬਣੇ, ਪਰ ਇੰਨਾ ਜਿੰਨਾ ਤਵਾ ਲਾਤਾ ਇੰਨੇ ਬਣੇ ਨਹੀਂ ਇੱਥੇ, ਇਹ ਨਹੀਂ ਗੱਲ ਹੋਈ। ਪਰ ਕੁਝ ਬੰਦੇ ਉਹਨਾਂ ਕੋਲ ਦੁਆਵਾਂ ਜਾ ਕੇ ਕਰਾਉਂਦੇ ਨੇ। ਇੱਕ ਗੱਲ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਵੀ ਬੰਦਾ ਇਸ ਤਰੀਕੇ ਨਾਲ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਤੇ ਦਰ ਤੇ ਜਾਣਾ ਚਾਹੁੰਦਾ, ਡੈਮੋਕ੍ਰੇਸੀ ਲੋਕਤੰਤਰ ਪ੍ਰਣਾਲੀ ਵਿੱਚ ਤੁਸੀਂ ਧਰਮ ਬਦਲ ਸਕਦੇ ਆ। ਤੁਹਾਡਾ ਕੀ ਫਰਜ਼ ਬਣਦਾ? ਤੁਹਾਡਾ ਫਰਜ਼ ਬਣਦਾ ਵੀ ਉਹ ਬੰਦੇ ਨੂੰ ਕੁੜੀ ਨਹੀਂ ਦੇਣੀ, ਉਹਦੇ ਕਿਸੇ ਵੀ ਸਮਾਗਮ ਤੇ ਨਹੀਂ ਜਾਣਾ, ਰੋਟੀ ਬੇਟੀ ਦੀ ਸਾਂਝ ਖਤਮ ਕਰਨੀ ਹੈ। ਉਹਦੀਆਂ ਮਾਸੀਆਂ, ਉਹਦੀਆਂ ਚਾਚੀਆਂ, ਤਾਈਆਂ, ਉਹ ਸਾਰੇ ਉਹਨੂੰ ਛੇਕਣਗੇ ਵੀ ਭਾਈ ਤੂੰ ਅੱਜ ਤੋਂ ਈਸਾਈਆਂ ਵਾਲੇ ਹੀ ਆਇਆ, ਉੱਥੇ ਜਾਣਾ, ਉੱਥੇ ਨਿਕਾਹ ਕਰਨੇ, ਤੇਰੇ ਗੁਰਦੁਆਰੇ ਕੋਈ ਵੀ ਆਨੰਦ ਕਾਰਜ ਨਹੀਂ ਹੋਣੇ। ਕੋਈ ਈਸਾਈ ਸਾਡੇ ਕੋਲ ਇੱਥੇ ਆਨੰਦ ਕਾਰਜ ਨਹੀਂ ਕਰਵਾਉਣ ਆਉਂਦਾ, ਕੋਈ ਮੁਸਲਮਾਨ ਨਹੀਂ ਆਉਂਦਾ, ਕੋਈ ਹਿੰਦੂ ਨਹੀਂ ਆਉਂਦਾ। ਹਿੰਦੂ ਬੇਦੀ ਕੱਢ ਕੇ ਵਿਆਹ ਪੜ੍ਹਦੇ ਨੇ, ਰਾਤ ਨੂੰ ਪੜ੍ਹਦੇ ਨੇ, ਈਸਾਈ ਨਿਕਾਹ ਕਰਦੇ ਨੇ, ਅਸੀਂ ਕਰਦੇ ਆਨੰਦ ਕਾਰਜ। ਜਦੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਨਹੀਂ ਗਈਆਂ, ਜਿਹੜਾ ਬੰਦਾ ਸਿੱਖ ਨਹੀਂ ਬਣਦਾ ਉਹਦੇ ਘਰੇ ਅੱਗੇ ਥੋੜੇ ਜਿਹੇ ਤੁਸੀਂ ਖੜੇ ਹੋ। ਉਹ ਮੁੱਢਲੀ ਗੱਲ ਇੱਕ ਬੇਨਤੀ ਹੈ ਸਾਰੇ ਧਰਮਾਂ ਦੀ ਸਾਂਝੀ, ਹਰ ਧਰਮ ਵਿੱਚ ਇਹ ਗੱਲ ਕਹੀ ਜਾਂਦੀ ਵੀ ਝੂਠ ਨਹੀਂ ਬੋਲਣਾ। ਕੀ ਨਹੀਂ ਬੋਲਣਾ? ਝੂਠ ਨਹੀਂ ਬੋਲਣਾ। ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੇ। ਔਰ ਜਿਹੜੇ ਕਿਸੇ ਨੂੰ ਕੋਈ ਡਿਗਰੀ ਦੇਣੀ ਸੀ, ਸੰਤ ਬਣਾਉਣਾ ਸੀ, ਮੈਨੂੰ ਕੋਈ ਇਤਰਾਜ਼ ਨਹੀਂ। ਘੱਟੋ ਘੱਟ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੇ, ਹਜੇ ਉਹ ਵੀ ਅਕਾਲ ਤਖਤ ਵੀ ਤੁਹਾਡਾ ਕਿਸੇ ਦਵਾ ਥੱਲੇ ਪਿਆ ਵਾ। ਇਹਨੂੰ ਅਸੀਂ ਕਿੱਦਾਂ ਛਡਾਵਾਂਗੇ? ਜੇ ਤੁਸੀਂ ਪਿੰਡਾਂ ਵਿੱਚ ਕਬਰਾਂ ਤੇ ਤੇਲ ਪਾਉਣ ਲੱਗ ਪਏ, ਜੇ ਤੁਸੀਂ ਬਾਹਮਣ ਕੋਲੋਂ ਪੱਤਰੀ ਖਿਲਾਉਣ ਲੱਗ ਪਏ ਲਾਲਚ ਵਸ ਹੋ ਕੇ, ਜੇ ਤੁਸੀਂ ਕਿਸੇ ਪਾਦਰੀ ਕੋਲ ਦੁਆ ਕਰਾਉਣ ਚਲੇ ਗਏ, ਆਪਣੇ ਗੁਰੂ ਦਾ ਘਰ ਨਹੀਂ ਫੋਲ ਕੇ ਦੇਖਿਆ, ਆਪਣਾ ਘਰ ਦੇਖਿਆ ਨਹੀਂ, ਤੇ ਦੂਜੇ ਦੇ ਘਰ ਨੂੰ ਮੰਗਣ ਤੁਰ ਪੈਣਾ, ਇਹ ਤੋਂ ਘਟੀਆ ਕੋਈ ਵੀ ਹੋਰ ਕਰਤੂਤ ਨਹੀਂ ਹੋ ਸਕਦੀ। ਤੁਹਾਨੂੰ ਦੱਸਿਆ ਨਹੀਂ ਪਿੰਡਾਂ ਚ ਗਿਆ, ਮੈਂ ਦੇਖਿਆ ਕਿਸੇ ਬੰਦੇ ਨਾਲ ਇਸ ਗੱਲ ਤੇ ਜ਼ੋਰੇ ਨਹੀਂ ਲਾਇਆ। ਟਕਸਾਲ ਨੇ ਵੀ ਇਸ ਗੱਲ ਤੇ ਜ਼ੋਰ ਨਹੀਂ ਲਾਇਆ ਵੀ ਸਾਰਿਆਂ ਨੂੰ ਪੌਲ ਛਕਣੀ ਚਾਹੀਦੀ। ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਭ ਸਿੱਖਣ ਕੋ, ਤੇ ਉਹ ਚੰਦ ਸਿੱਖਾਂ ਨੂੰ ਤਾਂ ਨਹੀਂ ਕਹਿ ਰਹੇ ਨੇ, ਉਹ ਕਹਿ ਰਹੇ ਨੇ ਸਭ ਸਿੱਖਣ ਕੋ ਹੁਕਮ ਹੈ।
ਇੱਕ ਛੋਟਾ ਜਿਹਾ ਜੱਜ ਕੋਈ ਹੁਕਮ ਕਰਦੇ, ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਹਾਈ ਕੋਰਟ ਤੋਂ ਥੱਲੇ, ਜਾਂ ਤੁਸੀਂ ਸੁਪਰੀਮ ਕੋਰਟ ਤੋਂ ਥੱਲੇ ਜੱਜ ਨੂੰ ਚੈਲੰਜ ਨਹੀਂ ਕਰ ਸਕਦੇ। ਤੇ ਇੱਕ ਲੋਕ ਪਰਲੋਕ ਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਹੁਕਮ ਕਰਨ ਰਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਤੁਸੀਂ ਉਹਨੂੰ ਸ਼ਰਾਬ ਪੀ ਕੇ ਚੈਲੰਜ ਕੀਤਾ, ਉਹਨੂੰ ਕੇਸ ਕਟਾ ਕੇ ਚੈਲੰਜ ਕੀਤਾ, ਉਹਨੂੰ ਕਬਰਾਂ ਤੇ ਤੇਲ ਪਾ ਕੇ ਚੈਲੰਜ ਕੀਤਾ, ਝੂਠੀਆਂ ਗਵਾਹੀਆਂ ਦੇ ਕੇ ਚੈਲੰਜ ਕੀਤਾ। ਇਹ ਜ਼ਿੰਦਗੀ ਦਾ ਇੱਕ ਪੜਾਅ ਆ ਜਾਊਗਾ ਜਿੱਦਣ ਅਸੀਂ ਮੰਜੇ ਤੇ ਪਵਾਂਗੇ, ਜਾਨ ਟੁੱਟੂਗੀ ਨਾ, ਕਦੇ ਲੱਤ ਹਿੱਲਣੀ ਨਹੀਂ, ਕਦੇ ਕੈਂਸਰ ਹੋ ਜਾਣਾ, ਕਦੇ ਪਾਸੇ ਮਰਨੇ ਆ, ਕਦੇ ਅੱਖਾਂ ਅੰਨੀਆਂ ਹੋਣੀਆਂ, ਕਿੱਦਾਂ ਮੌਤ ਤੱਕ ਪਹੁੰਚਣਾ। ਕਿਤੇ ਵਿਹਲੇ ਪੈਰ ਦੇਖਿਆ ਕਰੋ ਕਿੱਦਾਂ ਕਿੱਦਾਂ ਮੌਤ ਆਉਂਦੀ ਹੈ, ਅੱਗੇ ਕਿੱਥੇ ਜਾਣਾ। ਤੁਸੀਂ ਇਹ ਸੋਚ ਲਿਆ ਵੀ ਗ੍ਰੰਥੀ ਖੜਾ ਹੋ ਕੇ ਕਹਿ ਦਊਗਾ ਜਿਹਾ ਚੇਰੀ ਲਿਖਿਆ ਤੇ ਇਹ ਹੁਕਮ ਕਮਾਹੇ, ਘੱਲੇ ਆਵੇ ਨਾਨਕ। ਇਹਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਸਾਰੀ ਜ਼ਿੰਦਗੀ ਧਰਤੀ ਤੇ ਰਹਿ ਕੇ ਗੁਰੂ ਦੇ ਚਰਨਾਂ 'ਚ ਥਾਂ ਲੈਣ ਦਾ ਯਤਨ ਨਹੀਂ ਕੀਤਾ, ਹੁਣ ਗ੍ਰੰਥੀ ਸਿੰਘ ਇਕੱਠੇ ਹੋ ਕੇ ਕਹਿ ਦੇਣਗੇ ਵੀ ਇਹਨੂੰ ਚਰਨਾਂ 'ਚ ਥਾਂ ਦੇ ਦਿਓ, ਫੇਰ ਤਾਂ ਬੜਾ ਸੌਖਾ ਜਿਹਾ ਕੰਮ ਹੈ। ਫਿਰ ਤਾਂ ਖੰਡੇ ਦੀ ਪੌਲ ਛਕਣ ਦੀ ਕਿਸੇ ਵੀ ਨਹੀਂ ਲੋੜ, ਇਹ ਗ੍ਰੰਥੀ ਕਹੀ ਜਾਣ। ਪਹਿਲਾਂ ਜੀਂਦੇ ਜੀ ਇਹ ਕੰਮ ਕਰਨਾ ਪੈਣਾ, ਨਗੁਰੇਪਣ ਦੀ ਝੂਠ ਲਾਣੀ ਪੈਣੀ। ਹੁਣ ਜੇ ਅਸੀਂ ਇਕੱਠੇ ਹੋਵਾਂਗੇ, ਸਾਰੇ ਇੱਕੋ ਗੁਰੂ ਦੇ ਸਿੱਖ ਹੋਵਾਂਗੇ, ਅਮਰੀਕਾ ਦੇ, ਯੂਪੀ ਦੇ, ਬਿਹਾਰ ਦੇ, ਸ਼੍ਰੀਨਗਰ ਦੇ, ਪਾਕਿਸਤਾਨ 'ਚ ਸਿੱਖ ਬੈਠੇ ਹੈ, ਅਫਗਾਨਿਸਤਾਨ 'ਚ ਸਿੱਖ ਬੈਠੇ ਹੈ, ਤੁਹਾਡੀ ਸਰਦਾਰੀ ਹੈ। ਦੁਨੀਆ 'ਚ ਸਰਦਾਰ ਕਿਹਨੂੰ ਕਹਿੰਦੇ ਨੇ? ਕੋਨੇ ਨੂੰ ਕੋਈ ਸਰਦਾਰ ਕਹੂਗਾ? ਇਸ ਕਰਕੇ ਉਹਨਾਂ ਵਾਸਤੇ ਮੁਬਾਰਕ ਹੈ, ਪ੍ਰਮਾਤਮਾ ਨੇ ਕਿੱਦਾਂ ਸਾਨੂੰ ਦਾੜੇ ਦਿੱਤੇ ਨੇ, ਸਾਰੀ ਦੁਨੀਆ ਦੇ ਬੰਦਿਆਂ ਨੂੰ ਦਿੱਤੇ ਨੇ। ਈਸਾ ਦਾ ਦਾੜਾ, ਥੋੜੇ ਵਾਲ ਨੇ, ਸਿਰ ਦੇ ਵਾਲ ਈਸਾ ਨੇ ਸੰਭਾਲੇ ਹੋਏ ਆ, ਮੁਹੰਮਦ ਨੇ ਸੰਭਾਲੇ ਹੋਏ ਆ। ਇਹ ਜਿਹੜੇ ਹਿੰਦੂਆਂ ਵਿੱਚ ਕੋਈ ਕ੍ਰਿਸ਼ਨ ਦੀ ਗੱਲ ਹੈ, ਰੁਕਮਣੀ ਨੂੰ ਜਦੋਂ ਖੜਦਾ ਖੋ ਖਿੰਝ ਕੇ, ਉਦੋਂ ਕੋਈ ਗੱਲ ਹੁੰਦੀ ਹੈ ਕਿ ਉਹਦਾ ਭਰਾ ਲੜਦਾ ਵੀ ਮਹਿਜੀ ਸ਼ਸ਼ੀਪਾਲ ਨਾਲ ਵਿਆਹਣੀ ਹੈ, ਤੂੰ ਇਹਨੂੰ ਆ ਕੇ ਲੈ ਚੱਲਿਆ। ਕਾਫੀ ਕੋਈ ਮੈਂ ਉਹ ਛੇੜਨੀ ਗੱਲ ਨਹੀਂ ਛੇੜਨੀ। ਉਹ ਫਿਰ ਰੁਕਮਣੀ ਕਹਿੰਦੀ ਉਹਦੇ ਭਰਾ ਨੂੰ ਕ੍ਰਿਸ਼ਨ ਬੰਨ ਲੈਂਦਾ, ਰੁਕਮਣ ਹੈ ਉਹਦਾ ਨਾਂ। ਜਦੋਂ ਉਹਨੂੰ ਬੰਨ ਕੇ ਲੈ ਜਾਂਦਾ, ਆਂਦਾ ਦੱਸ ਇਹ ਤੈਨੂੰ ਤੇ ਮੈਨੂੰ ਇਕੱਠੇ ਨਹੀਂ ਸੀ ਹੋਣ ਦਿੰਦਾ, ਦੱਸ ਹੁਣ ਇਹਨੂੰ ਕੀ ਸਜ਼ਾ ਦੇਣੀ। ਆਂਦੀ ਕੋਈ ਨਹੀਂ, ਮੇਰਾ ਭਰਾ ਆ, ਇਹਦੀ ਇੱਕ ਪਾਸੇ ਦੀ ਦਾੜੀ ਮੁੱਢ ਦੋ ਤੇ ਇਹਦਾ ਕੇਸ ਕੱਟ ਦੋ ਤੇ ਇਹਨੂੰ ਕੋਈ ਇਹੋ ਜਿਹੀ ਡਿਜ਼ਾਈਨ ਬਣਾ ਦੋ ਵੀ ਜਿਹੜਾ ਮਹੀਨਾ 2 ਮਹੀਨੇ ਘਰ ਤੋਂ ਬਾਹਰ ਨਾ ਨਿਕਲ ਜੋਗਾ ਰਹੇ। ਆਹੇ ਬੜੀ ਸਜ਼ਾ ਹੈ। ਇਹਦੇ ਜਿਹਦੇ ਵਾਲ ਕੱਟ ਦਿੱਤੇ ਜਾਏ ਉਹਨੂੰ ਕਹਿੰਦੇ ਸੀ ਇਹਦੇ ਧੌਣ ਹੀ ਕੱਟੀ ਗਈ। ਐਸੀ ਸੋਚ ਸੀ। ਪਰ ਅੱਜ ਉਹ ਲੋਕ, ਤੁਸੀਂ ਉਹਨਾਂ ਵੱਲ ਚੱਲਣ ਦੇ, ਤੁਹਾਡੀ ਆਪਣੀ ਦਿੱਖ ਹੈ। ਤੁਹਾਡੇ ਨਾਮ ਅਗਰ ਸਿੰਘ ਤੇ ਕੌਰ ਲੱਗਿਆ, ਦੁਨੀਆ ਦੀ ਪਹਿਲੀ ਕੌਮ ਹੈ ਜਿਹੜੀ ਕਨਾਹ ਥੱਲੇ ਬੰਨੀ ਹੈ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਹੋਇਆ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਜਨਾਨੀ ਤੇ ਮਰਦ ਨੂੰ ਇੱਕ 9 ਇੰਚੀ ਦੀ ਕਿਰਪਾਨ ਦਿੱਤੀ ਹੋਈ ਹੈ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਗੁਰਦੁਆਰੇ ਦੇ ਨਾਲ ਲੰਗਰ ਹਾਲ ਬਣਿਆ ਹੋਇਆ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿੱਥੇ ਕੜਾਹ ਪ੍ਰਸ਼ਾਦੀ ਦੇਗ ਖੁਸ਼ੀ ਤੇ ਗਮੀ ਵਿੱਚ ਤਿਆਰ ਕੀਤੀ ਜਾਂਦੀ ਹੈ। ਹਰ ਸਮਾਗਮ ਵਿੱਚ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ, ਉਹਦੇ 'ਚ ਬਰਾਬਰ ਆਟਾ ਤੇ ਮਿੱਠਾ ਤੇ ਘਿਓ ਪਾਇਆ ਜਾਂਦਾ, 2 ਬਾਣੀਆਂ ਦਾ ਜਾਪ ਕੀਤਾ ਜਾਂਦਾ, ਇਹਨੂੰ ਸਿਰ ਤੇ ਉਠਾ ਕੇ ਉੱਚੇ ਥਾਂ ਤੇ ਰੱਖਿਆ ਜਾਂਦਾ ਸਤਿਕਾਰ ਨਾਲ। ਤੁਹਾਡੇ ਕੋਲ ਬਹੁਤ, ਇਹ ਦੁਨੀਆ ਦਾ ਪਹਿਲਾ ਕੌਮ ਹੈ ਜਿਹਦਾ ਸਭ ਤੋਂ ਉੱਚਾ ਧਰਮ ਦਾ ਨਿਸ਼ਾਨ ਹੈ। ਤੁਹਾਡਾ ਧਰਮ ਦਾ ਨਿਸ਼ਾਨ ਖੰਡਾ ਹਰ ਗੁਰਦੁਆਰੇ ਦੇ ਵਿੱਚ ਤੁਸੀਂ ਲਾਇਆ ਹੋਇਆ। ਇਹ ਕਿਸੇ ਮੰਦਿਰ ਵਿੱਚ ਨਹੀਂ ਖੰਡਾ ਲੱਗੂਗਾ। 2 ਰੰਗ ਨੇ ਤੁਹਾਡੇ, ਜਿਹੜੇ ਸੁਰਮਈ ਤੇ ਬਸੰਤੀ ਕੇਸਰੀ ਲਾ ਲਓ, ਇਹ 2 ਰੰਗ ਨੇ। ਔਰ ਤੁਹਾਨੂੰ ਇਸ ਬਾਤ ਦਾ ਪਤਾ ਹੋਣਾ ਚਾਹੀਦਾ ਕਿ ਬਾਬਾ ਖੜਕ ਸਿੰਘ ਨੇ ਜਦੋਂ ਭਾਰਤ ਆਜ਼ਾਦ ਹੋਇਆ, ਜਦੋਂ ਇਹਨੇ ਪਹਿਲਾਂ ਝੰਡਾ ਤਿਆਰ ਕੀਤਾ, ਉਹ ਝੰਡੇ ਦੇ ਉੱਤੇ ਨਹੀਂ ਚਿੱਟਾ ਰੰਗ ਉੱਤੇ ਲਾਇਆ ਤੇ ਬਾਬਾ ਖੜਕ ਸਿੰਘ ਤਕੜੇ ਹੋ ਕੇ ਕਹਿੰਦੇ ਉਹ ਆਜ਼ਾਦੀ ਖੂਨ ਪਾ ਕੇ ਲਈ ਹੈ, ਬੱਕਰੀ ਦੇ ਦੁੱਧ ਨਾਲ ਨਹੀਂ ਮਿਲੀ ਹੈ। ਉੱਤੇ ਜੇ ਲਾਣਾ ਤੇ ਉੱਤੇ ਕੇਸਰੀ ਦਾ ਲਾਓ, ਝੰਡੇ ਦੇ ਉੱਤੇ ਕੇਸਰੀ ਫੱਟੀ ਲਾਓ, ਇਹ ਸਾਡੀ ਸ਼ਹੀਦੀ ਦੀ ਫੱਟੀ ਹੋਏਗੀ ਸਿੱਖਾਂ ਦੀ। ਤੁਹਾਡੇ ਰੰਗ ਨੇ। ਮੁਸਲਮਾਨਾਂ ਦੀ ਕਬਰ ਤੇ ਹਰਾ ਕੱਪੜਾ ਪਊਗਾ, ਉੱਥੇ ਕੋਈ ਚਿੱਟਾ ਜਾਂ ਲਾਲ ਨਹੀਂ ਪਏਗਾ। ਹਿੰਦੂਆਂ ਦੇ ਲਾਲ ਕਾਲੇ ਕਿੰਨੇ ਰੰਗ, ਮੈਂ ਨਹੀਂ ਕਹਿੰਦਾ ਉਹਨਾਂ ਨੂੰ ਕੀ ਵੀ ਕੁਝ ਵੀ ਹੈ, ਪਰ ਤੁਸੀਂ ਆਪਣੇ ਵਿਰਸੇ ਤੋਂ ਜਾਗੋ। ਤੁਹਾਡੀਆਂ ਕੁੜੀਆਂ ਸਿੱਖਾਂ ਦੇ ਘਰ ਜਾਣੀਆਂ। ਜਿਹੜੀ ਵੀ ਕੁੜੀ ਸ਼ਰਾਬੀ ਦੇ, ਇੱਥੇ ਸ਼ਰਾਬ ਵੀ ਤੁਹਾਡੇ ਪਿੰਡ ਚੱਲਦੀ ਹੈ, ਉਹ ਮੈਂ ਨਾ ਕੋਈ ਹਿੰਦੂ ਮੁਸਲਮਾਨ ਈਸਾਈ ਕਿਸੇ ਧਰਮ 'ਚ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੈ। ਕਿਸੇ ਵੀ ਧਰਮ 'ਚ ਝੂਠ ਬੋਲਣ ਦੀ ਇਜਾਜ਼ਤ ਨਹੀਂ ਹੈ। ਕਿਸੇ ਵੀ ਧਰਮ ਵਿੱਚ ਠੱਗੀ ਮਾਰ ਕੇ ਕਮਾਈ ਕਰਨ ਦੀ ਇਜਾਜ਼ਤ ਨਹੀਂ ਹੈ। ਕਿਸੇ ਵੀ ਧਰਮ ਵਿੱਚ ਦੂਜੇ ਦੇ ਬੁਰਾ ਕਰਨ ਦੀ ਇਜਾਜ਼ਤ ਨਹੀਂ ਹੈ।
हर धर्म इस गल से खड़ा किया गया भी रब है, परमात्मा है। इत्थों धर्म का शुरुआत होंदा। ते बंदियां दे धर्म हुंदे ने, डंगरां दा वास्ता कोई धर्म नहीं, ना उन्हां दा लेखा हुंदा, बंदे दा लेखा हुंदा। वो भोग जूनियां ने, वो तो अगे डंगर बनिया वा हुण, पर डंगर कोई भी नशा नहीं पींदे। धक्के नाल भी उन्हां नूं प्याल दो तां भी बेचारे मूँह मोड़दे भी मैं नहीं कुछ पीना। ना वो झूठ बोलते हैं, ना वो बलात्कार करते हैं। थानू गंदियां फिल्मां दे दे के थोड़े इन्ना गिर चुक्या समाज, इहदे च जीना दुबर होया पिया। कुड़ियां दे छड्ड छडाई, कुड़ियां दी हजे नशियां तो बचियां ने पिंडां दियां। आबादी थोड़ी पिंडां विच, पिंडां च तुसीं चार चार पार्टियां बना के एक दूजे ते झूठे केस काई जाने आ, झूठियां गवाहियां देण नूं मूँह चुके तुर पैने आ, शराब पी के किसी दा बुरा करन तुर पैने आ। ये गल्लां थानू भोगणियां पैणियां, थोड़ी औलाद अगे आ जाणी, थोड़े बुढ़ियां दी पग नीवी हो रही है। तो जे थोड़े च कौम की अणख है, अपनी कौम का प्यार है, जिथे असी भारत लई मरांगे जीवांगे ते भारत लई सब कुछ करांगे, उत्थे असी भारती हैं। जिथे असी पंजाबी हैं, पंजाब साडी जम्मण भों है। मैनू हुण ये भी बेनती करनी पई है भी इत्थे बहुत मेरे भरा जिहड़े हायर एजुकेटेड होके वो बिहार तो आ रहे हैं, वो पंजाब का साडा टैक्स का पैसा उन्होंने तनख्वाह विच दिता जाएगा, वो पैसे की डिवेलपमेंट जाके बिहार विच कीती जाएगी। तो वो जदों भी इत्थे किते अपॉइंटमेंट हो, वो हैगा सीनियर अफसर, अपॉइंटमेंट होएगी किसी मुलाजम की, 3 बिहारीए होर आ गए तो सब तो पहला वो बिहारीए नूं अगे लियाउण दा जतन करेगा, पंजाबी नूं अगे लियाउण दा जतन नहीं करेगा। वो तुसीं +2 नकला मार के करदे आ, घरदियां कोलों पैसे तुहानूं, वो लोकां नूं गरीबी देखी। बिहार ने की देखिया, वो की देखिया बिहार ने? भुखमरी देखी, गरीबी देखी, फिर आई अकल। हुण तुहानू अकल आनी चाहिए, थोड़े दिन आन लगे ने। हुण थोड़ी गरीबी आन लगी है, बीमारियां थोड़ियां बहुत हो जानियां, आमदन के सोर्स थोड़े बंद हो जाने। वो इस उठे तां आके इत्थे अफसर बन लगे। थानू हजे रज के रोटी मिलती है, कपड़ा मिलता है, थोड़ी छत्तां हैगियां ने, तुसीं उन्हां करके आफर गए हैं ते एक एक न्याणा जमदे हो। बहुत थोड़ी हालत तरसयोग होई पई है। ये कौम की गिणती हुंदी है, क्वांटिटी हुंदी है, क्वालिटी हुंदी। क्वालिटी मतलब सारे आपां जिद्दां सारे मुसलमान सुनत करा के मुसलमान बन जाते 9 साल की उम्र में। ईसाई पानी च गोता लैके ईसाई धर्म च रल जाते। थानू किसी ने वह नाम दे दिता, जेठू वालिया ने कोई नाम दे दिता, किसी होर ने कोई नाम दे दिता, तुसी किसी पासे जुगे भी नहीं रहे। जिन्हें आनंद कारज ने गुरु ग्रंथ साहब नाल हो रहे हैं, बुजुर्गों की मौत तो बाद पाठ पढ़िया जा रहा, इसका कोई सत्कार नहीं है। पिंडां च गुरु ग्रंथ साहब के दर्शन करन कोई नहीं जाता, तो बाबियां दे डेरियां नूं ट्रालियां लैके तुरे ने। किसी भी बाबे ने थानू कख नहीं देना, तेल फूक के आ जाओगे। जे ज्ञान लेना तो श्री गुरु ग्रंथ साहब तो लो। जीवन की जुगत दसणगे भी धरती ते किद्दां जीना है, नाल दसणगे कि मर के कित्थे जाना है, दसणगे पिछों कित्थों आए हैं। भ्रम 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 होने शब्द उचाया सी, घूम घूम के मैं बड़े लम्मे चक्कर च पै के तेरे मनुखा जन्म च आया, तो हुण मेरे ते रहमत कर बाबा नानक, मैनू अपने दर करदा नवाणा सिख बना। मैं अपनी जिंदगी नूं उच्चा लैके जावां, मैं अपने बच्चों नूं उच्चा जीवन दे के जावां, मैं इस देश का भला करके जावां। मैं जिहड़े पिंड विच रहना पिंड का ही भला करां, मैं गुआंढी का ही भला कर देवां। असीं तां गुआंढी का भी बुरा करन डे हैं। ते ये पहली कौम है जिहड़ी कहंदी नानक नाम चढ़दी कला तेरे भाणे। सच्ची देखो तुसी लालच बस हो गए सगे दा बुरा कर दें कि नहीं? किद्दां तुसी आस रखोगे भी साडी दरगाह च ढोई हो जाऊगी? ऐसी थोड़े सिद्धांत। नशा कोई नहीं लेना। लड़की ते लड़के ने ब्याह तो पहला अपने शरीर नूं जाबते च रखना, कदे पुठा काम नहीं करना। ये धर्म है जिहड़ा सब कुछ खराब हो गया थोड़ा। उस तो बाद लड़की ने अपना शरीर एक लड़के लिए अमानत करके पालना। लड़के ने अपने शरीर नूं संभाल के रखना एक होने वाली स्त्री लई। फिर समाज में उन्हों का रिश्ता होना, रिश्तेदारों ने कट्ठे होकर गुरु ग्रंथ साहब की हजूरी च पल्ला फड़ा जाना।
ਇਹ ਤਾਂ ਤੁਹਾਡਾ ਸਭ ਕੁਝ ਮੁੱਕਦਾ ਜਾਂਦਾ। ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਨੂੰ ਤੁਰ ਪਈ, ਨਾ ਉਹਨੂੰ ਪਤਾ ਵੀ ਬੰਦਾ ਕੌਣ ਹੈ ਕੌਣ ਨਹੀਂ ਹੈ। ਚਾਰ ਉਹਨੇ ਲੋਲੋ ਪੋਪੋ ਗੱਲਾਂ ਕੀਤੀਆਂ, ਮੈਂ ਤੈਨੂੰ ਆਹ ਕਰ ਦੂੰਗਾ, ਮੈਂ ਤੈਨੂੰ ਆਹ ਕਰ ਦੂੰਗਾ। ਵਿਚਾਰੀ ਭੋਲੀ ਉੱਧਰ ਨੂੰ ਤੁਰ ਪਈ ਹੈ ਸਦੈਣ ਜਿਹੀ। ਕਈਆਂ ਦੇ ਮੈਂ ਦੇਖੇ ਜਦ ਅੱਗੇ ਜਾਨੀਆਂ ਨੇ 1-2 ਵਿਆਹ ਪਹਿਲਾਂ ਹੋਏ ਹੁੰਦੇ ਨੇ, ਉਹਨੂੰ ਦੱਸਦਾ ਕੁਛ ਨਹੀਂਗਾ ਹੈ। ਉਹ ਅਕਲ ਨੂੰ ਮਾਰੋ ਹੱਥ, ਮੈਨੂੰ ਇਹ ਗੱਲਾਂ ਕਰਨਾ ਸਟੇਜ ਤੇ ਕੋਈ ਚਾਅ ਨਹੀਂਗਾ ਹੈ। ਇਹ ਸਮਾਜ ਦੀ ਬਣਤਰ ਹੋ ਚੁੱਕੀ ਹੈ। ਇਹ ਬੰਦੇ ਬੋਲਦੇ ਨਹੀਂਗੇ ਕੋਈ ਵੀ, ਤੇ ਮੈਨੂੰ ਆਦਤ ਪੈ ਗਈ ਹੈ ਸਦਾਈ ਹੋ ਕੇ ਵੀ ਇਹ ਕੰਮ ਖਰਾਬ ਹੋ ਗਿਆ। ਇਹ ਕੌਮ ਦਾ ਤੁਹਾਨੂੰ ਕੋਈ ਦਰਦ ਨਹੀਂ ਰਿਹਾ। ਇੱਕ ਦਰਦ ਹੁੰਦਾ ਬੰਦੇ ਦੇ ਦਿਲ 'ਚ ਵੀ ਮੈਂ ਤੁਹਾਨੂੰ ਬੇਨਤੀ ਕਰੂੰਗਾ, ਤੁਸੀਂ ਆਪਣੇ ਕੋਠੇ ਚੰਗੇ ਬਣਾ ਲਏ, ਤੁਸੀਂ ਆਪਣੇ ਕੋਈ ਨੌਕਰੀ ਕਰ ਲਈ ਹੈ, ਬਾਈ ਕਰ ਲਈ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਕਰੋ। ਕੋਈ ਮੋਟਰਸਾਈਕਲ ਲੈ ਲਓ, ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਇਹ ਇਤਰਾਜ਼ ਹੈ ਤੁਸੀਂ ਭਾਰਤ ਵਾਸਤੇ ਟੈਕਸ ਘਟਾਇਆ, ਜਿੰਨਾ ਟੈਕਸ ਸਾਡਾ ਗਿਆ 67% ਟੈਕਸ ਸਾਡਾ ਗਿਆ ਭਾਰਤੀ ਲੋਕਾਂ ਦਾ, ਜਿਹਦੇ ਕਰਕੇ ਮੋਦੀ ਹੋਰੀ ਹੈਲੀਕਾਪਟਰ ਲਈ ਫਿਰਦੇ ਨੇ, ਜਿਹਦੇ ਕਰਕੇ ਜਿਹੜੇ ਸਾਡੇ ਖੂਨ ਦੇ ਪਿਆਸੇ ਹੋਏ ਨੇ ਉਹ ਸਾਡੀ ਤਨਖਾਹ ਤੇ ਪਲਦੇ, ਸਾਡੇ ਟੈਕਸਾਂ ਤੇ ਪਲਦੇ ਲੋਕ। ਹਾਂ, ਪੰਜਾਬ ਵਿੱਚ ਤੁਸੀਂ ਟੈਕਸ ਦਿੱਤਾ, ਅੱਜ ਕਿੰਨਾ ਤੁਹਾਡਾ ਡੀਜ਼ਲ ਮਹਿੰਗਾ ਹੋਣ ਡਿਆ, ਕਿੰਨੀ ਤੁਹਾਡੀ ਪੈਟਰੋਲ ਕਿੱਥੇ ਜਾਣ ਡਿਆ। ਤੁਸੀਂ ਫੇਰ ਵੀ ਮੋਟਰਸਾਈਕਲ ਨਹੀਂ ਛੱਡਦੇ, ਇੱਕ ਦਿਨ ਤੁਹਾਨੂੰ ਛੱਡਣੇ ਪੈਣੇ, ਸਾਰੀਆਂ ਚੀਜ਼ਾਂ ਖੜੀਆਂ ਕਰਨੀਆਂ ਪੈਣੀਆਂ। ਹੁਣੇ ਕਰ ਦੋ ਤੇ ਚੰਗੀ ਰਹੋਗੇ। ਦੂਸਰੀ ਬੇਨਤੀ ਇਹ ਹੈ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ, ਪੰਜਾਬ ਵਾਸਤੇ ਤੁਸੀਂ ਟੈਕਸ ਘਟਾਇਆ। ਕਈ ਭੋਲਿਆਂ ਨੂੰ ਪਤਾ ਨਹੀਂ ਵੀ ਅਸੀਂ ਟੈਕਸ ਕਿੱਥੇ ਘਟਾਉਂਦੇ ਆ, ਅਜੇ ਤੱਕ ਘਟਾਉਂਦੇ ਨਹੀਂ। ਇਹ ਤਾਂ ਜਿਹੜੇ ਮੁਲਾਜ਼ਮ ਹੁੰਦੇ ਉਹ ਰਿਬੇਟ ਭਰਦੇ ਨੇ, ਉਹ ਰਿਟਰਨ ਭਰਦੇ ਨੇ, ਉਹਨਾਂ ਦਾ ਟੈਕਸ ਕੱਟਿਆ ਜਾਂਦਾ, ਸਾਡਾ ਕਿੱਥੇ ਟੈਕਸ ਕੱਟਿਆ ਜਾਂਦਾ। ਉਹ ਭੋਲਿਓ, ਜੇ ਤੁਸੀਂ ਗਾਈ ਡੰਗਰਾਂ ਵਾਸਤੇ ਫੀਡ ਲੈ ਕੇ ਆਏ ਤੇ ਟੈਕਸ ਦੇ ਕੇ ਆਏ ਆ, ਜੇ ਤੁਸੀਂ ਪਲਾਸਟਿਕ ਦੀ ਬਾਲਟੀ ਲਈ ਹੈ ਤੇ ਟੈਕਸ ਦੇ ਦਿੱਤਾ, ਜੇ ਤੁਸੀਂ ਵਿੱਤੀ ਫੋਕੀ ਹੈ ਤੇ ਉਹਦੇ ਵਿੱਚ ਟੈਕਸ ਦੇ ਦਿੱਤਾ, ਤੁਸੀਂ ਕੋਈ ਵੀ ਕੰਮ ਕੀਤਾ ਜਿਹੜਾ ਬਾਜ਼ਾਰ ਨਾਲ ਰਿਲੇਟਡ ਹੈ ਉਹਦੇ 'ਚ ਤੁਸੀਂ ਟੈਕਸ ਦਿੱਤਾ। ਪੰਜਾਬ ਨੂੰ ਤੁਸੀਂ ਟੈਕਸ ਘਟਾਇਆ, ਸੈਂਟਰ ਨੂੰ ਟੈਕਸ ਘਟਾਇਆ। ਮੈਨੂੰ ਕੋਈ ਇਤਰਾਜ਼ ਨਹੀਂ, ਪੰਜਾਬ ਦੀ ਤਰੱਕੀ ਹੋਏ, ਸੈਂਟਰ ਦੇਸ਼ ਅਮੀਰ ਹੋਏ, ਜਿਹੜਾ ਗਰੀਬ ਹੁੰਦਾ ਜਾਂਦਾ ਤੁਹਾਡੇ ਟੈਕਸ ਨਾਲ ਅਮੀਰ ਹੋ ਜਾਏ। ਪਰ ਮੈਂ ਹੁਣ ਤੁਹਾਨੂੰ ਇੱਕ ਸਵਾਲ ਕਰਨਾ, ਆਪਣਾ ਘਰ ਬਣਾਇਆ, ਤੁਸੀਂ ਆਪਣੀ ਕੌਮ ਬਾਰੇ ਕੀ ਕੀਤਾ? ਵੀ ਮੈਂ ਸਿੱਖਾਂ ਦੀ ਕੌਮ 'ਚ ਜੰਮਿਆ, ਮੈਂ ਕੌਮ ਵਿੱਚ ਕੋਈ ਜ਼ਿੰਮੇਵਾਰੀ ਪੂਰੀ ਕਰਾਂ, ਕੀ ਕੀਤਾ ਹੈ? ਕਿਤੇ ਵਿਹਲੇ ਬਹਿ ਕੇ ਸੋਚੋ। ਇਸ ਕਰਕੇ ਤੁਹਾਡੇ ਚਰਨਾਂ 'ਚ ਅਸੀਂ ਬਾਰ-ਬਾਰ ਇੱਕ ਬੇਨਤੀ ਕਰਦੇ ਹਾਂ। ਹੁਣ ਮੈਨੂੰ ਜਾ ਕੇ ਕਹਿ ਜਾਂਦੇ ਨੇ, ਜਿੱਦਾਂ ਥਾਣੇਦਾਰ ਕਹਿਣ ਲੱਗੇ ਤੁਸੀਂ ਜ਼ਰੂਰ ਆਇਓ, ਇੱਕ ਬੀਬੀ ਕਹਿਣ ਲੱਗੀ ਤੁਸੀਂ ਜ਼ਰੂਰ ਆਇਓ, ਕਿ ਮੇਰੀ ਜ਼ਰੂਰਤ ਦੀ ਕੀ ਲੈਣ? ਇਹ ਤਾਂ ਫਿਰ ਆਪਾਂ ਢੀਠ ਹੋ ਗਏ ਆ ਵੀ ਅਸੀਂ ਤੁਹਾਨੂੰ ਏਦਾਂ ਕਹੀ ਜਾਈਏ, ਤੁਸੀਂ ਸਾਨੂੰ ਕਹੋ ਵੀ ਆ ਜਾਓ, ਅਸੀਂ ਚੁੱਪ ਕਰਕੇ ਆਪਣੇ ਸਾਥ ਚੁੱਕੇ ਬਿਨਾਂ ਤੁਹਾਡੇ ਕੋਲ ਪੈਸੇ ਲੈਣ ਤੋਂ ਆ ਜਾਈਏ, ਤੇ ਅਸੀਂ ਤੁਹਾਨੂੰ ਕਹੀਏ ਵੀ ਖੰਡੇ ਦੀ ਪੌਲ ਛਕੋ, ਤੁਸੀਂ ਆਕੜ ਜਾਓ ਵੀ ਅਜੇ ਤੱਕ ਕੇਸ ਕਟਾਣੇ ਨਾ ਆਇਆ ਕਰੋ। ਜੇ ਅਸੀਂ ਤੁਹਾਡੇ ਨਾਲ ਸਾਂਝ ਕਿੱਦਾਂ ਨਿਭਦੀ ਹੈ? ਹੱਥ ਨੂੰ ਹੱਥ ਹੈ। ਜੇ ਅਸੀਂ ਤੁਹਾਡੇ ਹੁਕਮ ਮੰਨ ਕੇ ਆ ਜਾਂਦੇ ਆ ਤੇ ਤੁਸੀਂ ਵੀ ਸਾਡੀਆਂ ਬੇਨਤੀਆਂ ਮੰਨੋ। ਸਾਰੀਆਂ ਕੁੜੀਆਂ ਅੰਮ੍ਰਿਤ ਛਕੋ, ਸਾਰੇ ਮੁੰਡੇ ਅੰਮ੍ਰਿਤ ਛਕੋ, ਜਿੱਥੇ ਵੀ ਇੱਕ ਦੂਜੇ ਨੂੰ ਮਿਲਦੇ ਆ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਉਹ ਸਲਾਮ ਅਲੈਕਮ ਕਹਿਣ, ਉਹ ਰਾਮ ਰਾਮ ਕਰਨ, ਸਾਨੂੰ ਕੋਈ ਦੁੱਖ ਨਹੀਂ ਗਾ। ਉਹ ਜਾਣ ਮੰਦਿਰਾਂ ਨੂੰ, ਉਹ ਮੂਰਤੀ ਪੂਜਾ ਕਰਨ, ਤੇ ਹਿੰਦੂ ਨੂੰ ਵੀ ਕਬਰ ਤੇ ਤੇਲ ਪਾਣ ਦੀ ਲੋੜ ਨਹੀਂ ਹੈ, ਤੇ ਸਿੱਖ ਨੂੰ ਵੀ ਕਬਰ ਤੇ ਤੇਲ ਪਾਣ ਦੀ ਲੋੜ ਨਹੀਂ ਹੈ। ਔਰ ਇਹਦਾ ਚ ਤੁਹਾਡੀ ਇੱਕ ਮਾਨਸਿਕਤਾ ਇੰਨੀ ਥੱਲੇ ਡਿੱਗ ਪੈਣੀ ਹੈ, ਜੇ ਤੁਸੀਂ ਕਬਰ ਤੇ ਤੇਲ ਪਾ ਕੇ ਤੁਹਾਡੇ 2 ਡੰਗਰ ਮਰ ਗਏ, ਤੁਸੀਂ ਕਦੇ ਨਹੀਂ ਕਬਰ ਦਾ ਨਾਂ ਲੈਣਾ ਵੀ ਕਬਰ ਕਰਕੇ ਮਰੇ। ਜੇ ਤੁਸੀਂ ਤੇਲ ਨਾ ਪਾਇਆ ਫਿਰ ਤੁਹਾਡਾ ਇੱਕ ਡੰਗਰ ਵੀ ਮਰ ਗਿਆ, ਤੇ ਤੁਸੀਂ ਉਹ ਪੱਕੀ ਗੱਲ ਉਹਦੇ ਨਾਲ ਜੋੜ ਦੇਣੀ ਵੀ ਡੰਗਰ ਤਾਂ ਮਰਿਆ, ਇਸ ਵਾਰ ਤੇਲ ਨਹੀਂ ਪਾਣਗਾ। ਇਹ ਤੁਹਾਡੇ 'ਚ ਇੰਨੀ ਗਿਰਾਵਟ ਆ ਚੁੱਕੀ ਹੈ। ਔਰ ਉਹ ਤੋਂ ਬਾਅਦ ਜੇ ਤੁਹਾਡੇ ਮੁੰਡੇ ਦਾ ਕੋਈ ਕੰਮ ਨਹੀਂ ਹੋਇਆ, ਤੁਸੀਂ ਉਹਨੂੰ ਵੀ ਕਹਿਣਾ ਵੀ ਤੂੰ ਇਹ ਜਿਹੜਾ ਅੰਮ੍ਰਿਤ ਛਕ ਲਿਆ ਨਾ, ਇਹਦੀ ਨਹੀਂ ਸੀ ਲੋੜ, ਉੱਥੇ ਤੇਲ ਪਾਣਾ ਸੀ। ਜੇ ਤੇਲ ਪਾ ਕੇ ਫਸਲ ਮਰ ਗਈ ਕੋਈ ਪ੍ਰੋਬਲਮ ਨਹੀਂ, ਤੇ ਜੇ ਤੇਲ ਨਹੀਂ ਪਾਇਆ ਤੇ ਫਸਲ ਮਰੀ, ਫਿਰ ਪ੍ਰੋਬਲਮ ਇਹ ਆਣੀ ਵੀ ਤੇਲ ਨਹੀਂ ਪਾਇਆ ਕਬਰ ਤੇ ਤਾਂ ਮਰੀ। ਐਨੇ ਵਹਿਮ ਵਿੱਚ ਨਾ ਫਸੋ। ਇਹ ਪ੍ਰਮਾਤਮਾ ਦੀ ਕਾਇਨਾਤ ਹੈ, ਬਹੁਤ ਲੰਮੀ ਚੌੜੀ। ਕੋਈ ਵੀ ਕਾਮਰੇਡ ਕਦੇ ਵੀ ਕਿਸੇ ਕਬਰ ਤੇ, ਉਹ ਗੁਰਦੁਆਰੇ ਵੀ ਨਹੀਂ ਜਾਂਦੇ, ਉਹਨਾਂ ਦੇ ਮੁੰਡੇ ਹੈਗੇ, ਨੌਕਰੀਆਂ ਹੈਗੀਆਂ, ਉਹਨਾਂ ਦੀ ਤਰੱਕੀ ਹੈਗੀ। ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਕਾਮਰੇਡ ਬਣ ਜਾਓ, ਉਹ ਜਾ ਕੇ ਜ਼ਿੰਦਗੀ ਦੇ ਅਖੀਰ ਤੇ ਪਛਤਾਉਂਦੇ ਨੇ ਜਦੋਂ ਜਾਨ ਟੁੱਟਦੀ ਹੈ। ਮੈਂ ਤੁਹਾਨੂੰ ਤਾਂ ਬੇਨਤੀ ਕਰਦਾ ਵੀ ਤੁਸੀਂ ਜੋ ਸਾਡੇ ਸਿਧਾਂਤ ਨੇ, ਸਾਰੇ ਨੌਜਵਾਨ ਚੁੱਕੋ, ਪਹਿਲੇ ਬੁੱਢਿਆਂ ਨੂੰ ਛੱਡ ਦਿਓ। ਪਰ ਮੈਨੂੰ ਇਸ ਗੱਲ ਦਾ ਫਿਰ ਵੀ ਬੜਾ ਦੁੱਖ ਹੈ ਕਿ ਸਾਡੇ ਬੁੱਢਿਆਂ ਨੂੰ ਨਹੀਂ ਦੱਸਿਆ ਗਿਆ ਪੌਲ ਛਕਣ ਬਾਰੇ। ਪੜ੍ਹਾਈ ਹੈ ਨਹੀਂ ਸੀ, ਲੋਕੀ ਵਿਚਾਰੇ ਉਦਾਂ ਹੀ ਬਾਹਮਣ ਵਾਲੀ ਗੱਲ ਕਰਦੇ ਸੀ। ਤੁਸੀਂ ਅੱਜ ਉੱਥੇ ਖੜ ਗਏ।
ਬਾਹਮਣ ਨੇ ਤੁਹਾਡੇ ਵਿਆਹ ਪੜਾ ਦੇਣੇ, ਬਾਹਮਣ ਨੇ ਤੁਹਾਨੂੰ ਪੱਤਰੀ ਖੋਲ ਕੇ ਦੱਸ ਦੇਣਾ ਵੀ ਸੰਗਰਾਂਦ ਕਦੋਂ ਤੇ ਮੱਸਿਆ ਕਦੋਂ ਹੈ, ਬਾਹਮਣ ਨੇ ਤੁਹਾਨੂੰ ਨਾਂ ਰੱਖ ਦੇਣਾ, ਕੁੜੀ ਨੂੰ ਚੌਂਕੇ ਚੜਾ ਜਾਣਾ, ਵੱਡੇ ਦੇ ਪੱਤਲ ਮੂੰਹ ਦੇ ਮਰਾ ਦੇਣੇ, ਵਿਆਹ ਪੜਾ ਦੇਣਾ, ਸੰਗਰਾਂਦ ਤੇ ਮੱਸਿਆ ਦੱਸ ਦੇਣੀ, ਜਾਂ ਵਹਿਮ ਪਾ ਦੇਣਾ ਵੀ ਇਹ ਕੁੜੀ ਦੀ ਫਲਾਣੇ ਮੁੰਡੇ ਨਾਲ ਨਾ ਵਿਆਹ ਕਰ ਦਿਓ, ਇਹ ਦੋਹਾਂ ਦੀ ਲਗਨ ਰਲਦੇ ਨਹੀਂ, ਆਦੇ ਆ ਨਹੀਂ ਹੁੰਦਾ। ਇਹੋ ਜਿਹੀ ਗੱਲ ਸੀ ਬਾਹਮਣ ਕੋਲ, ਸਮਝ ਆਈ। ਬਾਕੀ ਉਹਨਾਂ ਬਾਹਮਣ ਨੇ ਕਿਸੇ ਨੂੰ ਨਹੀਂ ਕਿਹਾ ਵੀ ਸ਼ਰਾਬ ਨਹੀਂ ਪੀਣੀ, ਝੂਠ ਨਹੀਂ ਬੋਲਣਾ, ਆਹ ਮੰਤਰ ਜਪਣਾ, ਇਹ ਕਿਸੇ ਨੂੰ ਨਹੀਂ ਕਿਹਾ। ਇਸ ਕਰਕੇ ਉਹਨਾਂ ਦੇ ਅਧਿਆਤਮ ਗੁਰੂ ਹੋਰ ਹੋ ਗਏ ਤੇ ਧਰਮ ਦਾ ਗੁਰੂ ਬਾਹਮਣ ਬਣ ਗਿਆ। ਇਸ ਕਰਕੇ ਸਿੱਖਾਂ ਵਿੱਚ ਵੀ ਅੱਜ ਉਹ ਗੱਲ ਆ ਗਈ ਹੈ ਵੀ ਗ੍ਰੰਥੀ ਸਿੰਘ ਸਾਡੇ ਆਨੰਦ ਕਾਰਜ ਕਰਦੇ ਤੇ ਗ੍ਰੰਥੀ ਸਿੰਘ ਮਰੇ ਬੰਦੇ ਦਾ ਭੋਗ ਪਾ ਦੇ ਤੇ ਗ੍ਰੰਥੀ ਸਿੰਘ ਕੋਈ ਮਾੜੀ ਮੋਟੀ ਨੀਂਹ ਰੱਖਣੀ ਤੇ ਰੱਖ ਦੇ, ਤੇ ਇਹ ਤੋਂ ਬਾਅਦ ਗ੍ਰੰਥੀ ਸਾਨੂੰ ਕੋਈ ਨਹੀਂ ਕਹਿ ਸਕਦਾ ਵੀ ਸ਼ਰਾਬ ਨਾ ਪੀਓ ਜਾਂ ਪੌਲ ਛਕੋ ਜਾਂ ਆਹ ਮੰਤਰ ਜਪੋ ਜਾਂ ਮੂਲ ਮੰਤਰ ਕਰੋ। ਇਹ ਗ੍ਰੰਥੀ ਦੀ ਲੋੜ ਨਹੀਂ ਐਸੇ ਦੀ। ਗ੍ਰੰਥੀ ਉਹੇ ਆਹੇ ਕੰਮ ਕਰੀ ਜਾਏ ਤੇ ਸੰਗਰਾਂਦ ਵਾਲੇ ਦਿਨ ਸਾਡੀ ਦੇਗ ਬੋਲਦੇ ਤੇ ਅੱਗੇ ਪਿੱਛੇ ਅਸੀਂ ਜੋ ਮਰਜੀ ਕੇਸ ਕਟਾਈਏ, ਜੋ ਮਰਜੀ ਨਸ਼ੇ ਪੀਏ, ਜਿੱਥੇ ਮਰਜੀ ਜਾਈਏ, ਗ੍ਰੰਥੀ ਸਾਡੇ ਗੱਲ 'ਚ ਕੋਈ ਵੀ ਦਖਲਅੰਦਾਜ਼ੀ ਨਹੀਂ ਦੇ ਸਕਦਾ। ਇਹ ਗੱਲ ਖਰਾਬ ਹੋ ਗਈ ਵੀ ਹੈ। ਤਾਂ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਪਿੰਡਾਂ 'ਚ ਲੋਕ ਬੈਠੇ ਹੋ, ਤੁਹਾਡੇ ਪਿੰਡਾਂ ਦੀ ਹਾਲਤ ਹੋਰ ਮਾੜੀ ਹੋ ਜਾਣੀ ਹੈ। ਮੁੰਡੇ ਗਾਂ ਪੜ੍ਹਦੇ ਨਹੀਂ ਗਏ, BA MA PH ਕਰਨ ਤੱਕ ਇਹਨਾਂ ਦਾ ਜ਼ਰੂਰਤ ਨਹੀਂ ਰਹੀ। ਨਕਲ ਮਾਰ ਕੇ ਤੁਸੀਂ ਆਪ ਪਿਓ ਇਹਨਾਂ ਦੇ ਮਗਰ ਜਾ ਕੇ ਨਕਲ ਮਰਾ ਦਿੰਦੇ ਆ ਵੀ ਮੁੰਡੇ ਨੂੰ ਚਲੋ ਜ਼ਿਆਦਾ ਨੰਬਰ ਆ ਜਾਣਗੇ, ਪਤਾ ਨਹੀਂ ਕਿੱਥੇ ਚਲੇ ਜਾਏਗਾ। ਉਹ ਇੱਥੇ ਪੰਜਾਬ ਵਿੱਚ ਰਹੋ, ਇੱਕ ਤੁਹਾਡਾ ਨਿਆਣਾ, ਦੋ ਨਿਆਣੇ ਵੱਧ ਤੋਂ ਵੱਧ ਰਹਿ ਗਏ ਤੇ ਉਹ ਵੀ ਤੁਸੀਂ ਬਾਹਰ ਨੂੰ ਦੌੜੋ। ਪੰਜਾਬ ਕੀ ਨਾ ਭਈਆਂ ਦੇ ਹਵਾਲੇ ਕਰਨਾ ਤੇ ਤੁਸੀਂ ਮੈਨੂੰ ਤਾਂ ਸਾਰੇ ਜਿਨੀ ਕੇਸ ਨਹੀਂ ਰੱਖੇ ਉਹ ਸਾਰੇ ਭਈਏ ਲੱਗਦੇ ਨੇ। ਇੱਥੇ ਰੱਜ ਕੇ ਰੋਟੀ ਖਾਈ ਜਾਓ, ਕੀ ਹੋ ਗਿਆ ਤੁਹਾਨੂੰ? ਤੇ ਮਹਾਰਾਜ ਕਿਰਪਾ ਕਰੇ, ਤਿੰਨ ਚੀਜ਼ਾਂ ਦੀ ਲੋੜ ਹੈ, ਕੁੱਲੀ, ਗੁੱਲੀ ਤੇ ਜੁੱਲੀ ਦੀ। ਇੱਕ ਕੱਪੜਾ ਚਾਹੀਦਾ, ਸਾਦਾ ਜਿਹਾ ਕੱਪੜਾ ਰੱਖੋ। ਖਾਣਾ ਚਾਹੀਦਾ, 2 ਟਾਈਮ ਦੇ ਪ੍ਰਸ਼ਾਦੇ ਸਾਦੇ ਜਿਹੇ ਰੱਖੋ, ਬਹੁਤੀਆਂ ਚੀਜ਼ਾਂ ਨਾ ਖਾਓ। ਤੀਜਾ ਹੈਗਾ ਥੋੜੀ ਬਹੁਤ ਛੱਤ ਚਾਹੀਦੀ। ਜਿੱਦਾਂ ਦੀ ਹੁਣ ਤੁਸੀਂ ਕੋਠੀਆਂ ਬਾਣੇ, ਉਹ ਕੋਠੀਆਂ ਵਿੱਚ ਤੁਹਾਡੇ ਨਿਆਣੇ ਮਸਾਂ 2 ਹੁੰਦੇ ਨੇ ਤੇ ਕੋਠੀਆਂ ਦੀ ਕਮਰੇ 6 ਹੈ ਤੁਹਾਡੇ। ਤੇ ਮੈਂ ਉਸ ਗੱਲ ਤੋਂ ਬੜਾ ਬਰਖਲਾਫ ਹਾਂ ਵੀ ਕਿੰਨੇ ਪੈਸੇ ਤੁਸੀਂ ਉਹਦੇ 'ਚ ਫੂਕ ਦੇਣੇ ਆ, ਤੇ ਉਹ ਪੈਸਾ ਕਿਸੇ ਚੰਗੇ ਥਾਂ ਤੇ ਲਾ ਦਿਓ, ਕਿਸੇ ਲੋੜ ਬੰਦੇ ਦੀ ਮਦਦ ਤੇ ਲਾ ਦਿਓ। ਪਿੰਡ ਦੇ ਗੁਰਦੁਆਰੇ ਵਿੱਚ ਸਵੇਰੇ ਸਾਰੇ ਇਕੱਠੇ ਹੋ, ਸ਼ਾਮ ਨੂੰ ਇਕੱਠੇ ਹੋ। ਜੇ ਕੋਈ ਮਾੜੀ ਮੋਟੀ ਕਿਸੇ ਦੀ ਆਪੋ 'ਚ ਭਰਾਵਾਂ ਦੀ ਬੈਰ ਵਿਰੋਧ ਹੈ ਤੇ ਪਿੰਡ ਵਿੱਚ ਬੈਠ ਕੇ ਉਹਨੂੰ ਨਜਿੱਠੋ ਗੁਰੂ ਦੀ ਹਜ਼ੂਰੀ ਵਿੱਚ। ਥਾਣੇ ਜਾਣ ਦਾ ਯਤਨ ਨਾ ਕਰੋ, ਝੂਠ ਬੋਲਣ ਦਾ ਯਤਨ ਨਾ ਕਰੋ। ਜਿਹੜੇ ਪਿੰਡ ਦੇ ਬੰਦੇ ਨਸ਼ਾ ਵੇਚਦੇ ਨੇ, ਸਮੈਕ ਵੀ ਹੈ ਪਿੰਡ ਵਿੱਚ ਮਾੜੀ ਮੋਟੀ ਵਿਕਦੀ, ਮੈਨੂੰ ਪਤਾ ਲੱਗਿਆ। ਇਹ ਪੁਲਿਸ ਨਾਲ ਨਹੀਂ ਕੁਝ ਵੀ ਕਰਨਾ, ਤੁਹਾਨੂੰ ਆਪ ਪਿੰਡ ਦਾ ਇੰਤਜ਼ਾਮ ਕਰਨਾ ਪੈਣਾ। ਆਪਣੇ ਪਿੰਡ ਨੂੰ ਆਪਣਾ ਘਰ ਬਣਾ ਕੇ, ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਉਹਦੇ ਘਰ ਤੇ 5-7 ਮੁੰਡੇ ਇਕੱਠੇ ਹੋ ਕੇ ਜਾ ਕੇ ਬਹਿ ਜਾਓ ਤੇ ਉੱਥੇ ਸਤਨਾਮ ਵਾਹਿਗੁਰੂ ਬੈਠੇ ਕਰੋ, ਦਲੀਆਂ ਵਿਛਾ ਲਓ ਤੇ ਉਹਨੂੰ ਕਹਿ ਦਿਓ ਵੀ ਬਾਹਰ ਨਹੀਂ ਨਿਕਲ ਦੇਣਾ, ਜੇ ਨਿਕਲੇਗਾ ਤੇਰੇ ਲੱਤਾਂ ਭੰਨਾਂਗੇ ਡਾਂਗਾਂ ਨਾਲ। ਉਹ ਅੰਦਰ ਵੜ ਜਾਓ ਤੇ ਉਹਦੇ ਨਿਆਣਿਆਂ ਦਾ ਮਾੜਾ ਮੋਟਾ ਇੰਤਜ਼ਾਮ ਕਰੋ। ਜੇ ਉਹਦਾ ਕੰਮ ਨਹੀਂ ਬੰਦ ਹੋ ਜਾਣਾ, ਕੰਮ ਤਾਂ ਉਹਨੇ ਵੇਚ ਕੇ, ਸਮੈਕ ਵੇਚ ਕੇ ਰੋਟੀ ਖਾਣੀ ਆ, ਕੰਮ ਤਾਂ ਉਹਦਾ ਇਹੋ ਬੰਦ ਹੋਣਾ, ਹੋਰ ਉਹਨਾਂ ਕਿਹੜਾ ਬਾਈ ਕਰਨੀ, ਤੇ ਉਹਦਾ ਕੰਮ ਹੋ ਜਾਣਾ ਬੰਦ। ਉਹਦੇ ਬੱਚਿਆਂ ਦੀ ਥੋੜੀ ਜਿਹੀ ਲੰਗਰ ਚੋਂ ਪ੍ਰਸ਼ਾਦਾ ਛਕਾ ਦਿਓ ਤੇ ਬਾਕੀ ਉਹਨਾਂ ਦੀ ਪੜ੍ਹਾਈ ਦਾ ਵਿੱਚ ਉਹ ਤੇ ਤਖਤੀ ਤੇ ਲਿਖ ਦੇਣਾ ਕਿ ਜਾਂ ਤਾਂ ਪ੍ਰਸ਼ਾਸਨ ਅਸੀਂ ਅਗਵਾਈ ਦੇਵਾਂਗੇ ਪਿੰਡ ਵਾਲੇ ਸਾਰੇ, ਇਹ ਬੰਦੇ ਨੂੰ ਫੜ ਕੇ ਅੰਦਰ ਕਰੇ, ਜਾਂ ਫਿਰ ਇਹ ਬੰਦਾ ਅਸੀਂ ਬਾਹਰ ਨਹੀਂ ਨਿਕਲ ਦੇਣਾ, ਇਹਨੂੰ ਇੱਕ ਦਿਨ ਦੀਆਂ 2 ਰੋਟੀਆਂ ਦੇਣੀਆਂ ਤੇ 2 ਗਲਾਸ ਪਾਣੀ ਦੇ ਦੇਣੇ ਆ। ਇਹ ਤੋਂ ਬਾਅਦ ਇਹਨੂੰ ਕੋਈ ਚੀਜ਼ ਨਹੀਂ ਦੇਣੀ, 1 ਕੌਲੀ ਦਾਲ ਦੀ ਤੇ 2 ਰੋਟੀਆਂ ਤੇ 1-2 ਗਲਾਸ ਪਾਣੀ ਦੇ ਸਾਰੇ ਦਿਨ 'ਚ ਦੇਵਾਂਗੇ। ਅੰਦਰ ਤੋਂ ਬਾਹਰ ਨਹੀਂ ਨਿਕਲ ਦੇਵਾਂਗੇ। ਜੇ ਚਾਹੁੰਦਾ ਵੀ ਅੱਗੇ ਤੋਂ ਮੈਂ ਕੰਮ ਛੱਡਣਾ ਚਾਹਨਾ ਤੇ ਬਾਹਰ ਆਏ, ਸਾਡੇ ਨਾਲ ਕਰੇ ਫਤਿਹਬਾਦ ਦੀ ਸਾਂਝ ਪਾਏ ਤੇ ਅਸੀਂ ਲਿਖ ਕੇ ਦੇ ਕਿ ਅੱਜ ਤੋਂ ਬਾਅਦ ਮੈਂ ਕੰਮ ਨਹੀਂ ਕਰੂੰਗਾ, ਜੇ ਕਰੂੰਗਾ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ, ਮੈਂ ਇਹ ਕੰਮ ਨਹੀਂ ਪਿੰਡ 'ਚ ਕਰੂੰਗਾ। ਫਿਰ ਉਹ ਸਾਡੇ ਨਾਲ ਵਿਚਰੇ, ਫਿਰ ਸਾਨੂੰ ਪੁਲਿਸ ਕੋਲ ਜਾਣ ਦੀ ਕੋਈ ਵੀ ਲੋੜ ਨਹੀਂ ਹੈ। ਐਦਾਂ ਕੰਮ ਤੁਹਾਡੇ ਰੋਕਾਣੇ ਆ। ਨਸ਼ੇ ਬੰਦ ਕਰ ਦਿਓ ਤੇ ਨਸ਼ਾ ਲਓ ਬਾਣੀ ਦਾ, ਨਸ਼ਾ ਲਓ ਪ੍ਰਸ਼ਾਦੇ ਦਾ, ਨਸ਼ਾ ਲਓ ਨਾਮ ਦਾ, ਨਸ਼ਾ ਲਓ ਜਵਾਨੀ ਦਾ, ਨਸ਼ਾ ਲਓ ਆਪਣੇ ਮਾਂ ਪਿਓ ਜੀ ਦੇ ਜੀਂਦੇ ਨੇ, ਉਹ ਵੀ ਨਸ਼ਾ ਹੈ। ਜਦੋਂ ਮਰ ਜਾਂਦਾ, ਮੈਂ ਤੁਹਾਡੇ ਪਿੰਡ ਇੱਥੇ ਕਿਤੇ ਲਾਗੇ ਗਿਆ ਸੀ ਭੰਗਵੀਂ, ਉੱਥੇ ਮੁੰਡਾ ਸ਼ਰਾਬ ਪੀ ਕੇ ਐਕਸੀਡੈਂਟ ਹੋ ਕੇ ਮਰਿਆ, 1 ਸਾਲ ਪਿਆ ਰਿਹਾ, 2 ਨਿਆਣੇ ਜੰਮੇ ਹੋਏ ਨੇ, ਕੁੜੀ ਅੰਮ੍ਰਿਤਸਰ ਵੱਲਦੀ ਹੈ ਤੇ ਟੁੱਟਾ ਜਿਹਾ ਘਰ ਹੈ ਤੇ ਸ਼ਰਾਬ, ਐਕਸੀਡੈਂਟ ਤੋਂ ਬਾਅਦ ਵੀ ਸ਼ਰਾਬ ਪੀਂਦਾ, ਸ਼ਰਾਬ ਪੀਂਦਾ ਹੀ ਮਰ ਗਿਆ।
ਉਹ ਹੁਣ ਕੁੜੀ 2 ਨਿਆਣੇ ਲੈ ਕੇ ਕਿੱਥੇ ਜਾਏ। ਉਹ ਮੈਨੂੰ ਵੀਰ ਕਹਿੰਦਾ ਸੀ ਪਤਾ ਨਹੀਂ ਭਗਟਾਣੇ ਦੀ ਕੋਈ ਲੜਕੀ ਹੈ, ਉਹਦੇ ਘਰ ਵਾਲਾ ਮਰ ਗਿਆ, ਉਹਦੇ ਕੋਈ ਰਾਸ਼ਨ ਪਾਣੀ ਦਾ ਇਹਦਾ ਇੰਤਜ਼ਾਮ ਕਰ ਦਿਓ। ਵੀ ਜਿੱਦਾਂ ਸਾਡੀ ਜਥੇਬੰਦੀ ਨੂੰ ਕਹਿ ਰਿਹਾ ਵਿਚਾਰਾ, ਹਾਈ ਕਹਿੰਦੇ ਵੀ ਆਪਣੇ ਪਿੰਡ ਦਾ ਜਿਹੜਾ ਥੋੜਾ ਬਹੁਤ ਉਹਨੂੰ ਮੈਂ ਕਿਹਾ ਵੀ ਜੇ ਉੱਥੋਂ ਭਗਟਾਣੇ ਤੋਂ ਲੈ ਕੇ ਜੇ ਅਸੀਂ ਉਪਰਾਲਾ ਕਰਕੇ ਉਹਨੂੰ 400 ਦਾ ਰਾਸ਼ਨ ਦੇ ਵੀ ਦਿੱਤਾ, ਉਹ 150 ਦਾ ਕਿਰਾਇਆ ਖਰਚ ਕੇ ਆਊਗੀ ਰਾਸ਼ਨ ਲੈਣ। ਤੇ ਇੱਕ ਦਿਨ ਦਾ ਮੁੰਡੇ ਪਿੰਡ ਦੇ ਮੋਟਰਸਾਈਕਲ ਬੰਦ ਕਰ ਲੈਣ, ਇੱਕ ਦਿਨ ਮੋਟਰਸਾਈਕਲ ਕੋਈ ਬੰਦਾ ਨਾ ਚੜੇ, ਤੇ ਉਹ ਜਿਹੜਾ ਪੈਟਰੋਲ ਦਾ ਪੈਸਾ ਬਚਿਆ ਉਹ ਤੁਸੀਂ ਆਪਣੀ ਗੁਲਕ ਚ ਪਾ ਕੇ ਆਪਣੇ ਪਿੰਡ ਦੇ ਇੰਤਜ਼ਾਮ ਕਰ ਲਓ। ਜੇ ਕੱਲ ਨੂੰ ਤੁਹਾਡੀ ਧੀ ਇਦਾਂ ਦੀ ਹੋ ਗਈ, ਤੁਹਾਡੀ ਭੈਣ ਇਦਾਂ ਹੋ ਜਾਏ, ਤੇ ਉਹਦੇ ਵਾਸਤੇ ਜੇ ਤੁਸੀਂ ਯਤਨ ਕਰੋਗੇ, ਉਹ ਵੀ ਪਿੰਡ ਦੀ ਨੂੰਹ ਹੈ, ਵਿਚਾਰੋਂ ਬਾਹਰੋਂ ਆ ਕੇ ਬੈਠੀ ਹੈ, ਕਿਸੇ ਤੇ ਇਹੋ ਜਿਹੇ ਔਖੇ ਦੇ ਦਿਨ ਆ ਜਾਣ, ਯਾਰ ਤੁਸੀਂ ਇੰਨਾ ਵੀ ਜੀ ਕਰ ਸਕਦੇ। ਜਿਹੜੇ ਤੁਸੀਂ ਕਹਿੰਦੇ ਸਰਬੱਤ ਦਾ ਭਲਾ, ਤੁਸੀਂ ਤੇ ਜਿਹਦੀ ਲੋੜ ਬੰਦਾ ਉਹਦਾ ਵੀ ਭਲਾ ਕਰਨ ਨੂੰ ਤਿਆਰ ਨਹੀਂ ਹੋਏ, ਉਹਦੀ ਤੇ ਲੋੜ ਹੈ ਉਹਨੂੰ ਪਿੰਡਾਂ 'ਚ ਇਹ ਕੰਮ ਕਰੋ। ਪਿੰਡ ਦੀ ਗੋਲਕ ਦਾ ਪੈਸਾ ਇਸ ਤਰੀਕੇ ਨਾਲ ਲਾਓ। ਹੋਰ ਡੇਰਿਆਂ ਤੇ ਜੇ ਤੁਹਾਨੂੰ ਬਹੁਤ ਕੋਈ ਬਾਬਾ ਚੰਗਾ ਲੱਗਦਾ ਤੇ ਉਹਦੇ ਤੁਸੀਂ ਦਰਸ਼ਨ ਕਰਨ ਚਲੇ ਜਾਓ, ਉਹਨੂੰ ਪੈਸੇ ਦੇਣ ਨਾ ਜਾਓ, ਨਾ ਉਹਨੂੰ ਆਟਾ ਦਿਓ, ਨਾ ਉਹਨੂੰ ਦਾਣੇ ਦਿਓ, ਨਾ ਉਹਨੂੰ ਕੱਪੜੇ ਦਿਓ, ਉਹਨੂੰ ਉਦਾਂ ਹੀ ਦਰਸ਼ਨ ਕਰੋ। ਜੇ ਬਹੁਤਾ ਤੁਹਾਡਾ ਠੰਡ ਨਹੀਂ ਪੈਂਦੀ ਤੇ ਭਈ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਆਏ ਤੇ ਆ ਕੇ ਮੁੜ ਜਾਇਆ ਕਰੋ। ਤੇ ਦਰਸ਼ਨ ਤੁਹਾਨੂੰ ਹੁਕਮ ਹੈ, ਦਰਸ਼ਨ ਪਰਸੈ ਗੁਰੂ ਕੇ, ਸਵੇਰੇ ਦਰਸ਼ਨ ਕਰੋ, ਸ਼ਾਮ ਨੂੰ ਦਰਸ਼ਨ ਕਰੋ। ਦਿਨ ਦੇ ਟਾਈਮ ਇਮਾਨਦਾਰੀ ਦੀ ਆਪਣੀ ਕਮਾਈ ਕਰੋ, ਵਿਹਲੇ ਨਾ ਰਹੋ, ਕੋਈ ਵੀ ਮੁੰਡਾ ਵਿਹਲਾ ਨਾ ਰਹੋ। ਜੋ ਵੀ ਹੈ ਕੰਮ ਜਿੱਦਾਂ ਦਾ, ਮੈਂ ਨਾ ਤੁਸੀਂ ਪੱਥਰ ਲਾਣਾ ਸਿੱਖ ਲਓ, ਤੁਸੀਂ ਪਲੰਬਰ ਦਾ ਕੰਮ ਸਿੱਖੋ, ਮੋਟਰਸਾਈਕਲਾਂ ਦਾ ਸਿੱਖੋ, ਮੋਬਾਈਲਾਂ ਦਾ ਸਿੱਖੋ, ਜੋ ਵੀ ਅਜੋਕੇ ਸਮੇਂ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਤੁਸੀਂ ਸਿੱਖੋ, ਵਿਹਲੇ ਨਾ ਰਹੋ। ਸੋਚੋ ਵੀ ਘਰ ਨੂੰ ਜੇ ਜਾਣਾ ਤੇ ਘੱਟੋ ਘੱਟ 10 ਰੁਪਏ ਜਾਂ 20 ਰੁਪਏ ਲੈ ਕੇ ਜਾਣਾ, ਖਰਚ ਕਰਕੇ ਨਹੀਂ ਘਰ ਨੂੰ ਜਾਣਾ, ਲੈ ਕੇ ਕੁਛ ਨਾ ਕੁਛ ਜਾਣਾ। ਲੱਕੜੀਆਂ ਇੰਨੀਆਂ ਚੁੱਕ ਲਿਓ ਇਕੱਠੀਆਂ ਕਰਕੇ, ਉਹਦੀ ਅੱਗ ਬਾਲ ਲਵਾਂਗੇ, ਕੋਈ ਗੱਲ ਨਹੀਂ। ਕੋਈ ਹੋਰ ਕੋਈ ਚੀਜ਼ ਘਰ ਨੂੰ ਲੈ ਕੇ ਆਓ, ਤੇ ਘਰ ਤੋਂ ਬਾਹਰ ਨੂੰ ਜ਼ਿਆਦਾ ਛੁੱਟਣ ਦਾ ਪੈਸਾ ਨਾ ਬਰਬਾਦ ਕਰੋ। ਸਿਹਤਾਂ ਰੱਖੋ ਚੰਗੀਆਂ, ਤੇ ਰੋਜ਼ ਗੁਰਦੁਆਰੇ ਇਕੱਠੇ ਹੋ, ਕਿਰਤ ਕਮਾਈ ਸਾਫ ਸੁਥਰੀ ਰੱਖੋ। ਇਹ ਪਰਲੋਕ ਦਾ ਸਿੱਧਾ ਰਸਤਾ, ਉੱਥੇ ਜਾਣ ਲੱਗਿਆਂ ਕੋਈ ਰੁਕਾਵਟ ਗੁਰੂ ਨਾਨਕ ਨਹੀਂ ਪੈਣ ਦੇਣਗੇ। ਇਹ ਮੰਤਰ ਦਾ ਜਾਪ ਕਰੋ, ਗੁਰਬਾਣੀ ਨਾਲ ਆਪਣੇ ਆਪ ਨੂੰ ਮਾਇਬ ਕਰ ਲਓ। ਬਾਣੀ ਸਿੱਖ ਦਾ ਇੱਕ ਜੀਵਨ ਹੁੰਦਾ। ਇਹ ਜਿਹੜੇ ਤੁਹਾਨੂੰ ਕਹਿੰਦੇ ਬਾਣੀ ਪੜ੍ਹਨ ਦੀ ਲੋੜ ਨਹੀਂ, ਤੂੰ ਮੇਰੇ ਕੋਲ ਆਈ ਜਾਈ, ਜਾਂ ਤੂੰ ਮੇਰੀਆਂ ਇੱਥੇ ਚੌਂਕੀਆਂ ਭਰੀ ਜਾਈ, ਇਹਨਾਂ ਤੋਂ ਕਰੋ ਖਲਾਸੀ। ਕੋਈ ਬੰਦਾ ਤੁਹਾਨੂੰ ਲੁੱਟ ਰਹੇ ਨੇ ਬੰਦੇ, ਤੁਸੀਂ ਜਾ ਕੇ ਆਪ ਪੈਸੇ ਦੇ ਕੇ ਚੋਰ ਤਾਂ ਕਿਸੇ ਨੂੰ ਰਾਤ ਨੂੰ ਜਾ ਕੇ ਚੋਰੀ ਕਰੂਗਾ, ਠੱਗ ਕਿਸੇ ਨੂੰ ਉੱਦਾਂ ਧੋਖੇ ਨਾਲ ਠੱਗੂਗਾ। ਇਹ ਠੱਗ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ ਹੈ, ਇਹਨਾਂ ਤੋਂ ਬਚੋ। ਤੇ ਆਪਣਾ ਪੈਸਾ ਆਪਣੇ ਪਿੰਡ ਦੀ ਗੁਲਕ ਚ ਪਾ ਕੇ ਲੋੜ ਬੰਦਿਆਂ ਦੀ ਮਦਦ ਤੇ ਲਾਓ। ਇਹ ਕੁਝ ਸਨ ਬੇਨਤੀਆਂ, ਜਿਹਨਾਂ ਕਰਕੇ ਅਸੀਂ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਅੱਗੇ ਬਿਠਾਲਿਆ ਸੀ ਵੀ ਇਹਨਾਂ ਤੇ ਅੱਗੇ ਜ਼ਿੰਮੇਵਾਰੀ ਬਣਨੀ ਹੈ। ਇਹ ਸਾਡੀ ਦੇਸ਼ ਦੇ ਕੌਮ ਦੇ ਇਨੀ ਸਰਕਾਰ ਅੱਗੇ ਵਧਣਾ ਹੈ, ਤੇ ਜੇ ਇਹਨਾਂ ਦਾ ਜੀਵਨ ਅੱਛਾ ਹੋਏਗਾ ਤੇ ਇਹ ਆਪਣਾ ਪਿੰਡ ਸਵਾਰ ਕੇ ਰੱਖਣਗੇ। ਮੇਰਾ ਪਿੰਡ ਜੇ ਸੁਖੀ ਹੈ ਤੇ ਤਾਂ ਮੈਂ ਸੁਖੀ ਹਾਂ, ਜੇ ਮੇਰਾ ਪਿੰਡ ਸਾਰਾ ਦੁਖੀ ਹੈ ਤੇ ਮੈਂ ਵੀ ਵਿੱਚੇ ਹਾਂ, ਮੈਂ ਕਦੇ ਸੁਖੀ ਨਹੀਂ ਹੋ ਸਕਦਾ। ਪਿੰਡ ਸੁਖੀ ਕਿੱਦਾਂ ਕਰਨਾ ਹੈ, ਇਹ ਪਲੇਨ ਗੁਰੂ ਪਾਤਸ਼ਾਹ ਤੁਹਾਨੂੰ ਦੱਸਣਗੇ। ਇਹਨਾਂ ਨਾਲ ਜੁੜੋ, ਗੰਦਿਆਂ ਗਾਣਿਆਂ ਤੋਂ ਜ਼ਰੂਰ ਬਚ ਜਾਓ, ਮੀਡੀਆ ਤੋਂ ਬਚ ਜਾਓ, ਕੁੜੀਆਂ ਵੀ ਬਚ ਜਾਓ। ਜ਼ਿਆਦਾ ਯੂਟਿਊਬਾਂ 'ਤੇ ਬਹੁਤ ਗੰਦ ਆ ਰਿਹਾ, ਉਹਨਾਂ ਤੋਂ ਥੋੜ੍ਹਾ ਸੰਕੋਚ ਕਰੋ। ਆਪਣੇ ਪਿਓ ਦੀ ਮਾਂ ਦੀ ਇੱਜ਼ਤ ਨੂੰ ਬਰਕਰਾਰ ਕਰੋ। ਜੇ ਉਹਨਾਂ ਦੀ ਇੱਜ਼ਤ ਤੁਸੀਂ ਵਧਾ ਨਹੀਂ ਸਕਦੇ ਤੇ ਘਟਣ ਵੀ ਨਾ ਦਿਓ। ਬੜੇ ਔਖੇ ਔਖੇ ਬੱਚੇ ਪਾਲੀ ਜਾਂਦੇ ਨੇ, ਜਿੱਦਣ ਆਪ ਬੱਚੇ ਜੰਮੋਗੇ ਉਦੋਂ ਪਤਾ ਲੱਗੂਗਾ ਵੀ ਬੱਚਾ ਕਿਵੇਂ ਪਲਦਾ ਹੈ। ਤੇ ਉਹਨਾਂ ਦੀ ਇੱਜ਼ਤ ਜ਼ਰੂਰ ਰੱਖੋ। ਮਾਂ ਪਿਓ ਦੀ ਇੱਜ਼ਤ ਕਰਨੀ ਬਹੁਤ ਹੀ ਜ਼ਰੂਰੀ ਹੈ। ਦੂਜੀ ਗੁਰੂ ਦੀ ਇੱਜ਼ਤ ਕਰਨੀ ਹੈ। ਇਹ ਤੋਂ ਬਿਨਾਂ ਹੋਰ ਸਾਨੂੰ ਹਰ ਕਦੀ ਇੱਜ਼ਤ ਅਸੀਂ ਕਰਦੇ ਹਾਂ, ਉਹ ਔਰ ਸਾਡਾ ਸੈਪਰੇਟ ਗੱਲ ਹੈ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਤੁਹਾਡੇ ਪਿੰਡਾਂ 'ਚ ਖੁਸ਼ਹਾਲੀ ਬਣੀ ਰਹੇ। ਹਿੰਦੂ ਸਾਰੇ ਸੱਚੇ ਹਿੰਦੂ ਹੋਣ, ਮੁਸਲਮਾਨ ਸਾਰੇ ਸੱਚੇ ਮੁਸਲਮਾਨ ਹੋਣ, ਈਸਾਈ ਸਾਰੇ ਸੱਚੇ ਈਸਾਈ ਹੋਣ। ਉਹ ਵੀ ਨਸ਼ੇ ਨਾ ਪੀ ਜਾਣ, ਉਹ ਵੀ ਝੂਠ ਨਾ ਬੋਲੀ ਜਾਣ। ਨਸ਼ਿਆਂ ਤੇ ਮੈਨੂੰ ਕਹਿਣਾ ਪੈਂਦਾ ਵੀ 4 ਚੀਜ਼ਾਂ ਜ਼ਰੂਰੀ ਨੇ। ਇੱਕ ਤਾਂ ਸਭ ਤੋਂ ਜ਼ਰੂਰੀ ਸਿਹਤ ਹੈ, ਤੇ ਨਸ਼ੇ ਦੇ ਉੱਤੇ ਤੁਹਾਨੂੰ ਲਿਖ ਦਿੱਤਾ ਸਿਹਤ ਪੀਣਾ ਸਿਹਤ ਲਈ ਹਾਨੀਕਾਰਕ ਹੈ। ਜਿਹਦੀ ਸਿਹਤ ਨਹੀਂ ਹੈ ਉਹਦੇ ਪੱਲੇ ਕੱਖ ਨਹੀਂ। ਨਸ਼ਾ ਕੋਈ ਵੀ ਸਿਹਤ ਦੇ ਹੱਕ 'ਚ ਨਹੀਂ ਠੀਕ। ਦੂਸਰਾ, ਸਾਨੂੰ ਪੈਸਾ ਚਾਹੀਦਾ, ਡੰਗਰਾਂ ਨੂੰ ਪੈਸੇ ਨਹੀਂ ਚਾਹੀਦੇ। ਨਸ਼ੇ ਵਾਲੇ ਵੇਚਣ ਵਾਲੇ ਦੇ ਘਰ 4 ਪੈਸੇ ਹੋ ਜਾਣਗੇ, ਪਰ ਉਹ ਪੈਸੇ ਉਹਨੂੰ ਕਦੇ ਵੀ ਸੁੱਖ ਸ਼ਾਂਤੀ ਨਹੀਂ ਦੇਣਗੇ। ਜਿਹੜੇ ਹਜ਼ਾਰਾਂ ਘਰਾਂ 'ਚ ਅੱਗ ਲਾ ਕੇ 4 ਪੈਸੇ ਜੋੜਨੇ, ਉਹ ਪੈਸਾ ਨਹੀਂ ਹੁੰਦਾ, ਉਹ ਤਾਂ ਲਹੂ ਨਿਚੋੜਿਆ ਹੋਇਆ। ਤੀਸਰਾ ਹੁੰਦਾ, ਨਸ਼ੇ ਵਾਲੇ ਘਰ ਪੈਸਾ, ਪੀਣ ਵਾਲੇ ਦੇ ਘਰ ਪੈਸਾ ਨਹੀਂ ਜਮ੍ਹਾਂ ਹੋ ਸਕਦਾ। ਤੀਜੀ ਚੀਜ਼ ਦੀ ਸਾਨੂੰ ਲੋੜ ਹੈ ਇੱਜ਼ਤ ਦੀ। ਇੱਜ਼ਤ ਡੰਗਰਾਂ ਨੂੰ ਨਹੀਂ ਚਾਹੀਦੀ, ਸਾਨੂੰ ਚਾਹੀਦੀ ਹੈ। ਤੇ ਨਸ਼ੇ ਪੀਣ ਵਾਲੇ ਬੰਦੇ ਦੀ ਨਾ ਪਿੰਡ 'ਚ ਇੱਜ਼ਤ ਹੁੰਦੀ ਹੈ, ਨਾ ਉਹਦੇ ਘਰ ਵਿੱਚ ਇੱਜ਼ਤ ਹੁੰਦੀ ਹੈ, ਉਹਦੀ ਸਮਾਜ ਵਿੱਚ ਕੋਈ ਵੀ ਇੱਜ਼ਤ ਨਹੀਂ ਹੁੰਦੀ। ਉਹਦੇ ਹਰ ਲੋਕ ਉਹਨੂੰ ਤੋਹਮਤਾਂ ਲਾਉਂਦੇ ਨੇ, ਅਮਲੀ ਕਹਿੰਦੇ ਨੇ, ਕਈ ਉਹਨੂੰ ਗੱਲਾਂ ਲਾਉਂਦੇ ਨੇ।
ਅਗਲੀ ਹੈਗੀ ਹੈ ਸੁੱਖ ਸ਼ਾਂਤੀ ਘਰਾਂ ਵਿੱਚ। ਇਹ ਨਸ਼ੇ ਵਾਲੇ ਘਰ 'ਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਹੋਏਗੀ। ਤੇ ਗੁਰੂ ਪਾਤਸ਼ਾਹ ਰਹਿਮਤ ਕਰਨ, ਅਸੀਂ ਛੋਟੇ ਘਰ ਬਣਾ ਲਵਾਂਗੇ, ਬਾਣੀ ਪੜ੍ਹ ਕੇ ਸ਼ਾਂਤੀ ਆ ਸਕਦੀ ਹੈ, ਨਾਮ ਜਪ ਕੇ ਸ਼ਾਂਤੀ ਆ ਸਕਦੀ ਹੈ। ਕਲ ਤਾਤੀ ਠੰਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਸੋ ਆਖਰੀ ਬੇਨਤੀਆਂ ਨੇ ਕਿ ਪੀਵੋ ਪਹੁਲ ਉਹਨਾਂ ਦੀ ਸੁਨਤ, ਉਹਨਾਂ ਦਾ ਪਾਣੀ ਚ ਗੋਤਾ, ਉਹਨਾਂ ਦਾ ਜਨੇਊ, ਸਾਡਾ ਪੰਜਾਂ ਪਿਆਰਾਂ ਤੇ ਪਹੁੰਚ ਸਕਣਾ। ਕਿਸੇ ਵੀ ਬਾਬੇ ਡੇਰੇ ਤੇ ਨਹੀਂ ਜਾਣਾ, ਕੇਵਲ ਗੁਰੂ ਨਾਨਕ ਦੀ ਸਿਦਕ ਨਾਲ। ਗੁਰਬਾਣੀ ਪੰਜਾਬੀ ਚ ਤਾਂ ਲਿਖੀ ਹੈ ਵੀ ਹਰ ਬੰਦਾ ਇਹਨਾਂ ਤੋਂ ਗਿਆਨ ਲਏ, ਇਸ ਕਰਕੇ ਲਿਖੀ ਹੋਈ ਹੈ। ਤੇ ਅਸੀਂ ਨਹੀਂ ਜਾਣ ਸਕਦੇ ਵੀ ਅਸਲੀ ਸੰਤ ਕਿਹੜਾ ਤੇ ਨਕਲੀ ਸੰਤ ਕਿਹੜਾ ਹੈ। ਇਹ ਜ਼ਰੂਰ ਹੈ, ਸੰਤ ਜ਼ਰੂਰ ਹੁੰਦੇ ਨੇ, ਈਸਾਈਆਂ ਦੇ ਸੰਤ ਨੇ, ਮੁਸਲਮਾਨਾਂ ਦੇ ਪੀਰ ਫਕੀਰ ਨੇ, ਹਿੰਦੂਆਂ ਦੇ ਵੀ ਸੰਤ ਨੇ, ਸਿੱਖਾਂ ਵਿੱਚ ਵੀ ਕਿਸੇ ਨੂੰ ਸੰਤ ਕਹਿ ਦੋ। ਪਰ ਮੈਂ ਦੇਖਿਆ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਤੱਕ ਕਿਸੇ ਵੀ ਸਿੱਖ ਨੂੰ ਸੰਤ ਦਾ ਖਿਤਾਬ ਨਹੀਂ ਦਿੱਤਾ ਹੋਇਆ। ਸਾਰੇ ਲਿਖੇ ਹੋਏ ਨੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਗੁਰਦਿੱਤਾ, ਭਾਈ ਜਿਹੜੇ ਨੇ ਸਾਲੋ ਜੀ, ਭਾਈ ਅਜਿੱਤਾ ਰੰਧਾਵਾ, ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਹੀ ਸ਼ਬਦ ਮੈਂ ਪੜ੍ਹਿਆ। ਘੱਟੋ ਘੱਟ ਬਾਰ ਪੂਰੀ ਸਿੱਖਾਂ ਦੀ ਲਿਖੀ ਹੋਏ, ਹਰ ਇੱਕ ਦੇ ਨਾਂ ਗਏ ਭਾਈ ਸ਼ਬਦ ਵਰਤਿਆ ਹੋਇਆ। ਗੁਰੂ ਇੱਕ ਅਤੇ ਅਸੀਂ ਸਾਰੇ ਗੁਰ ਭਾਈ ਹਾਂ। ਕੋਈ ਵੱਡਾ ਭਾਈ ਹੈ, ਕੋਈ ਛੋਟਾ ਭਾਈ ਹੈ। ਇਸ ਕਰਕੇ ਸੰਤ ਦੀ ਪਦਵੀ ਬਹੁਤ ਉੱਚੀ ਹੈ ਤੇ ਗੁਰੂ ਪਾਤਸ਼ਾਹ ਰਹਿਮਤ ਕਰਨ ਇਹਨੂੰ ਦਾਗ ਨਹੀਂ ਲੱਗਣਾ ਚਾਹੀਦਾ। ਇਹ ਪਦਵੀ ਨੂੰ ਅਸੀਂ ਬੇਨਤੀ ਕਰਦੇ ਹਾਂ। ਇਹਨਾਂ 'ਚ ਮੇਰੇ ਵੀਰ ਤਾਂ ਸਿਆਣੇ ਨੇ, ਪਰ ਮੈਂ ਆਪਣੇ ਵੱਲੋਂ ਕਹਿਣਾ ਹੁੰਦਾ ਵੀ ਮੈਂ ਹਜੇ ਸਿੱਖ ਨਹੀਂ ਬਣਿਆ, ਮੈਂ ਇੱਕ ਸਿੱਖਿਆਰਥੀ ਹਾਂ। ਭਾਵ ਮੇਰੀ ਸਾਰੀ ਜ਼ਿੰਦਗੀ ਸਿੱਖਣ ਵਾਸਤੇ, ਹੋਰ ਵੀ ਸ਼ਾਇਦ ਕੋਈ ਜ਼ਿੰਦਗੀ ਮੈਨੂੰ ਲਾਣੀ ਪਏ ਸਿੱਖਣ ਵਾਸਤੇ, ਇੱਕ ਸਿੱਖ ਬਣਨ ਵਾਸਤੇ। ਮਰਨ ਤੋਂ ਬਾਅਦ ਤੁਸੀਂ ਮੈਨੂੰ ਜੋ ਮਰਜ਼ੀ ਕਹੋ, ਜੀਂਦੇ ਜੀ ਆਪਾਂ ਸਿੱਖਿਆਰਥੀ ਹਾਂ, ਸਿੱਖ ਕੰਪਲੀਟ ਹਜੇ ਨਹੀਂ ਹੈ। ਇਹ ਮੇਰੀ ਆਪਣੀ ਸੋਚ ਹੈ। ਇਸ ਕਰਕੇ ਮੇਰੇ ਕੋਲ ਵੀ ਲੋਕ ਕਈ ਤੁਰਦੇ ਨੇ, ਵਿਚਾਰੀਆਂ ਬੀਬੀਆਂ ਤੁਰੀਆਂ ਹੋਈਆਂ। ਮੈਨੂੰ ਬੜਾ ਦੁੱਖ ਲੱਗਦਾ ਜਦੋਂ ਕਿਰਾਇਆ ਭਾੜਾ ਪੁੱਟ ਕੇ ਮੇਰੇ ਕੋਲ ਜਾਂਦੇ ਨੇ ਵੀ ਇਹ ਵੀ ਇੱਕ ਬਾਬਾ ਹੈ। ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣਾ ਵੀ ਮੈਂ ਕੋਈ ਸੰਤ ਬਾਬਾ ਨਹੀਂ ਹੈ, ਮੈਂ ਤਾਂ ਸਿਰਫ ਤੁਹਾਡਾ ਚੌਂਕੀਦਾਰ ਆਪੇ ਬਣਿਆ। ਪੰਥ ਵਿੱਚੋਂ ਮੈਨੂੰ ਕੋਈ ਚੌਂਕੀਦਾਰਾ ਨਹੀਂ ਮਿਲਿਆ ਹੋਇਆ। ਇਹ ਤਾਂ ਮੇਰੇ ਮਨ ਵਿੱਚ ਐਸੀ ਇੱਕ ਵਿਚਾਰ ਉੱਠੇ ਆ ਜਿਹਦੇ ਕਰਕੇ ਅਸੀਂ ਪਿੰਡਾਂ 'ਚ ਜਾ ਕੇ ਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਛੋਟਾ ਜਿਹਾ ਜਥਾ ਬਣਾਇਆ। ਸਾਡੇ ਵਾਸਤੇ ਇੰਨੀਆਂ ਚਾਨਣੀਆਂ ਜਾਂ ਇੰਨਾ ਕੁਛ ਕਰਨ ਦੀ ਕੋਈ ਲੋੜ ਨਹੀਂ। ਅਸੀਂ ਤਾਂ ਭੁੰਜੇ ਬਹਿ ਕੇ ਵੀ ਤੁਹਾਡੇ ਨਾਲ ਸਾਂਝ ਪਾ ਸਕਦੇ ਹਾਂ। ਗੁਰੂ ਪਾਤਸ਼ਾਹ ਦਾ ਸਤਿਕਾਰ ਦੀ ਲੋੜ ਹੈ। ਸਾਂਝ ਤਾਂ ਤੁਹਾਡੇ ਵਿੱਚੋਂ ਹੀ ਹੈ। ਸਾਨੂੰ ਕੋਈ ਇੱਥੇ ਹਾਈਲਾਈਟ ਕੀਤਾ ਜਾਂਦਾ। ਬਾਬਾ ਵੀ ਉਹ ਹੁੰਦਾ ਜਿਹਦੀ ਡੈਕੋਰੇਸ਼ਨ ਬੜੀ ਹੋਏ ਤੇ ਉਹਦੀ ਬੱਤੀਆਂ ਬਹੁਤ ਲੱਗੀਆਂ ਹੋਣ ਤੇ ਨਾਲ 5-7 ਬਾਡੀਗਾਰਡ ਹੋਣ ਤੇ ਉਹ ਇਹਨਾਂ ਨੰਗੀਆਂ ਨਫਲਾਂ ਲੈ ਕੇ ਤੁਰੇ ਹੋਣ ਵੀ ਬਾਬਾ ਜੀ ਨੂੰ ਕੋਈ। ਉੱਥੇ ਤੁਹਾਡਾ ਦਿਲ ਆਪਣੇ ਆਪ ਹੀ ਉਹਨਾਂ ਦੇ ਅੱਗੇ ਝੁਕ ਜਾਣਾ। ਤੇ ਜੇ ਪਾਟੇ ਕੱਪੜਿਆਂ ਵਾਲਾ ਕੋਈ ਚੰਗਾ ਬੰਦਾ ਹੋਏ ਤੇ ਤੁਹਾਨੂੰ ਬੇਸ਼ੱਕ ਉਹਨੂੰ ਤੁਸੀਂ ਉਹਨੂੰ ਕਹੋ ਵੀ ਇਹ ਛਦਾਈ ਤੁਰਿਆ ਫਿਰਦਿਆ। ਕਿਉਂਕਿ ਨਾਨਕ ਨੂੰ ਨਹੀਂ ਕਿਹਾ ਕਰਾਈਆ, ਨਾਨਕ ਨੂੰ ਕਿਹਾ ਭੂਤਨਾ, ਨਾਨਕ ਨੂੰ ਕਿਹਾ ਬੇਤਾਲਾ। ਐਸੇ ਸ਼ਬਦ ਵਰਤੇ ਨਾਨਕ ਲਈ। ਕਿਉਂਕਿ ਉਹਦੀ ਅੱਜ ਫੋਟੋਆਂ ਤੇ ਜਿੱਦਾਂ ਨਾਨਕ ਸਰੀਆਂ ਨੇ ਉਹਨਾਂ ਦੀ ਫੋਟੋ ਬਣਾ ਦਿੱਤੀ ਵੀ ਜਿੱਦਾਂ ਮਾਲਾ ਪਾਈਆਂ ਨੇ, ਏਦਾਂ ਬਹੁਤ ਸੋਹਣੀ ਦਸਤਾਰ ਸਜਾਈ ਹੈ। ਉਹ ਵਿਚਾਰੇ 17 ਸਾਲ ਝੋਨਾ ਲਾਉਂਦੇ ਰਹੇ, ਘਾਹ ਖੋਤਦੇ ਰਹੇ ਤੇ ਪਹਿਲਾਂ ਉੱਦਾਂ ਤੁਰਦੇ ਰਹੇ। ਜੇ ਲੰਕਾ ਵੱਲ ਨੂੰ ਗਏ ਤੇ ਬਾਣੀ ਵਰਦੀ ਹੋ ਰੱਖੀ ਹੈ, ਜੇ ਮੱਕੇ ਵੱਲ ਨੂੰ ਗਏ ਤੇ ਨੀਲੀ ਵਰਦੀ ਪਾ ਲਈ ਹੈ, ਜੇ ਕਿਸੇ ਪਹਾੜ ਵਾਲੇ ਪਾਸੇ ਨੂੰ ਤੁਰੇ ਤੋਂ ਹੋਰ ਵਰਦੀ ਪਾ ਲਈ ਹੈ। ਉਹਨੂੰ ਕਿੱਥੇ ਮੌਕਾ ਮਿਲਿਆ ਹੋਣਾ ਦਾੜੀ ਐਨ ਵਧੀਆ ਕਰਕੇ ਸਵਾਰਨ ਦੀ। ਇਹ ਤਾਂ ਪੂਰੀ ਕਟਾਈ ਕੀਤੀ ਹੁੰਦੀ, ਵਧੀਆ ਬਣਾਈ ਹੁੰਦੀ ਫੋਟੋ। ਫੋਟੋ ਦਾ ਸਿੱਖ ਪੁਜਾਰੀ ਨਹੀਂ ਹੈ, ਸਿੱਖ ਕੇਵਲ ਸ਼ਬਦ ਦਾ ਪੁਜਾਰੀ। ਇਹ ਗੱਲ ਨੂੰ ਧਿਆਨ 'ਚ ਰੱਖੋ। ਤੇ ਆਖਰੀ ਬੇਨਤੀ ਹੈ, ਪੀਵੋ ਪਹੁਲ ਖੰਡੇ ਦੀ ਪੌਲ ਛਕਣੀ ਹੈ ਤੇ ਹੋਏ ਜਨਮ। ਜਿਹੜੇ ਘਰ ਵਿੱਚ ਝੂਠ ਨਹੀਂ ਹੋਏਗਾ, ਠੱਗੀ ਦੀ ਕਮਾਈ ਨਹੀਂ ਆਏਗੀ, ਨਸ਼ਾ ਨਹੀਂ ਹੋਏਗਾ, 2 ਟਾਈਮ ਦਾ ਨਿਤਨੇਮ ਹੋਏਗਾ, ਗੰਦੇ ਗਾਣੇ ਨਹੀਂ ਵੱਜਣਗੇ, ਆਏਗੇ ਸਿੱਖ ਸਾਧ ਦੀ ਸੇਵਾ ਹੋਏਗੀ, ਕਰੈਕਟਰ ਉੱਚੇ ਹੋਣਗੇ, ਉਸ ਘਰ ਦਾ ਹੋਏ ਜਨਮ ਉਹ ਘਰ ਬਦਲ ਜਾਏਗਾ। ਅਗਲਾ ਹੈ ਬਾਹੋ ਬਾਹੋ, ਪਹਿਲਾ ਪੈਗੰਬਰ ਦੁਨੀਆ ਦਾ ਜਿਹੜਾ ਗੁਰੂ ਬਣ ਕੇ ਚੇਲਾ ਬਣ ਰਿਹਾ। ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਜਦੋਂ ਪੰਜਾਂ ਕੋਲੋਂ ਜਾਚਨਾ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਦੇ ਨੇ, ਉਦੋਂ ਉਹ ਚੇਲੇ ਬਣ ਜਾਂਦੇ ਨੇ। ਤੇ ਜਦੋਂ 5 ਪਿਆਰਿਆਂ ਦੀ ਸਿਰਜਣਾ ਕਰਦੇ ਨੇ, ਉਦੋਂ ਗੁਰੂ ਹੁੰਦੇ ਨੇ। ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਈਸਾ ਨੇ ਆਪਣੇ ਚੇਲੇ ਨੂੰ ਇਹ ਦਰਜਾ ਨਹੀਂ ਦਿੱਤਾ, ਮੁਹੰਮਦ ਨੇ ਨਹੀਂ ਦਿੱਤਾ, ਰਾਮ ਨੇ ਨਹੀਂ ਦਿੱਤਾ। ਇਹ ਹੈ ਗੁਰੂ ਨਾਨਕ ਦੀ ਵਡਿਆਈ। ਲਹਿਣੇ ਦੇ ਪੈਰਾਂ ਦੇ ਉੱਤੇ ਮੱਥਾ ਟੇਕਣਾ ਸੰਗਤ ਵਿੱਚ। ਅੱਜ ਕੋਈ ਵੀ ਜਿੰਨੇ ਬਾਬੇ ਤੁਹਾਡੇ ਬੈਠੇ ਆ, ਕਿਸੇ ਵੀ ਬਾਬੇ ਨਾਲ ਇੱਕ ਪ੍ਰਕਿਰਿਆ ਨਹੀਂ ਕੀਤੀ ਵੀ ਉਹਦਾ ਚੈਨੀ ਤਾਕਤ ਹੋਏ ਵੀ ਉਹ ਆਪਣੇ ਜੀਂਦੇ ਜੀ ਕਿਸੇ ਦੇ ਅੰਦਰ ਆਪਣੀ ਜੋਤ ਰੱਖ ਦੇ। ਇਹ ਨਾਨਕ ਦੀ ਵਡਿਆਈ ਸੀ, ਤੁਹਾਨੂੰ ਉਹਦੇ ਗੁਣ ਗਾਣੇ ਚਾਹੀਦੇ ਸੀ। ਇਹ ਹੈਗਾ ਦੂਸਰਾ ਗੱਲ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ
ਬਾਹੋ ਬਾਹੋ ਆਪੇ ਗੁਰ ਚੇਲਾ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਗਲਾ ਹੈਗਾ ਰਹਿਣੀ ਰਹਿ ਸੋਈ। ਉਹ ਜਿਹੜਾ ਮੇਰੀ ਦੱਸੀ ਹੋਈ ਰਹਿਤ ਮਰਿਆਦਾ ਵਿੱਚ ਰਹੇਗਾ, ਮੇਰਾ ਉਹਦਾ ਨਾਲ ਸਿੱਖ ਤੇ ਗੁਰੂ ਦਾ ਰਿਸ਼ਤਾ ਜੁੜਿਆ ਰਹੇਗਾ, ਸੋਈ ਸਿੱਖ ਮੇਰਾ। ਤੇ ਉਹ ਮੈਂ ਦਰਜਾ ਦੇਖੋ, ਆ ਵੀ ਇੱਕ ਦਰਜਾ ਅਜੀਬ ਦਿੱਤਾ ਗੁਰੂ ਪਾਤਸ਼ਾਹ ਨੇ। ਉਹ ਸਾਹਿਬ ਰਹਿਣੀ ਵਿੱਚ ਰਹਿਣ ਵਾਲਾ ਬੰਦਾ ਮੇਰਾ ਸਾਹਿਬ ਤੇ ਮੈਂ ਉਹਦਾ ਨੌਕਰ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਅਗਲੀ ਪੰਕਤੀ ਧਿਆਨ ਨਾਲ ਸੁਣੋ, ਰਹਿਤ ਬਿਨਾ ਨਾ ਸਿੱਖ ਕਹਾਵੇ। ਜਿਹੜਾ ਰਹਿਤ ਵਿੱਚ ਨਹੀਂ ਰਹੇਗਾ ਉਹ ਮੇਰਾ ਸਿੱਖ ਨਹੀਂ ਕਹਾ ਸਕਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹ ਭਾਣਾ ਜਿਹੜਾ ਗੁਰੂ ਕੀ ਰਹਿਤ ਹੈ, ਜਿਹੜਾ ਇਹਦੇ ਚ ਨਹੀਂ, ਪਹਿਲਾਂ ਅੰਦਰ ਦੀ ਰਹਿਤ ਰੱਖੀ ਗਈ ਹੈ, ਤੇ ਗੁਰੂ ਗੋਬਿੰਦ ਸਿੰਘ ਨੇ ਅੰਦਰ ਦੀ ਤੇ ਬਾਹਰ ਦੀਆਂ ਦੋ ਰਹਿਤਾਂ ਬਣਾ ਦਿੱਤੀਆਂ। ਇਸ ਕਰਕੇ ਲੋਕ ਬਾਹਰ ਦੀ ਰਹਿਤ ਤੋਂ ਡਰ ਗਏ ਵੀ ਕਿਰਪਾਨ ਨਾ ਪਾਣੀ ਪਏ। ਕਿਰਪਾਨ ਤਾਂ ਸਾਡੀ ਬਹੁਤ ਆਨ ਸ਼ਾਨ ਦੀ ਪ੍ਰਤੀਕ ਹੈ। ਕੜਾ ਪ੍ਰਤੀਕ ਸੋਨੇ ਦਾ ਨਹੀਂ ਹੈ, ਲੋਹੇ ਦਾ ਰੱਖਿਆ। ਇਸ ਕਰਕੇ ਇਹ ਹੈ ਰਹਿਤ ਬਿਨਾ ਨਾ ਸਿੱਖ ਕਹਾਵੇ। ਰਹਿਤ ਬਿਨਾ ਦਰ, ਜਦੋਂ ਰੂਹ ਗਾਂ ਦਰ ਤੇ ਜਾਊਗੀ ਚੋਟਾਂ ਖਾਏਗੀ, ਉਹਦਾ ਕੋਈ ਬਾਲੀ ਵਾਰਸ ਨਹੀਂ ਹੋਏਗਾ। ਰਹਿਤ ਬਿਨਾ ਦਰ ਚੋਟਾਂ ਖਾਵੇ। ਸਤਿਗੁਰ ਬਾਝੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਸਿੱਖਾਂ ਦਾ ਹੋਰ ਗੁਰੂ ਨਹੀਂ ਹੋ ਸਕਦਾ। ਆਉਣ ਵਾਲੇ ਬੱਚਿਆਂ ਦਾ, ਅੱਗੇ ਬੱਚਿਆਂ ਦਾ, ਅੱਗੇ ਬੱਚਿਆਂ, ਸਾਰੀ ਕੌਮ ਦਾ ਜੇ ਗੁਰੂ ਅੱਗੇ ਰਹੂਗਾ ਤੇ ਬਣਿਆ ਰਹੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਕਰਕੇ ਸਾਲਾਂ ਬੱਧੀ ਨਹੀਂ, ਤੁਸੀਂ ਸਦੀਆਂ ਤੱਕ ਧਰਮ ਨੂੰ ਲੈ ਕੇ ਜਾਣਾ। ਜੇ ਤੁਸੀਂ ਹੁਣ ਦੀ ਕੁੰਡੀ ਤੋੜ ਦਿੱਤੀ, ਇਹ ਕੁੰਡੀ ਟੁੱਟ ਗਈ ਤੇ ਅਗਲੀ ਚੈਨ ਸਾਰੀ ਸਾਰੀ ਡਿਸਟਰਬ ਹੋਣ ਲੱਗੀ ਹੈ। ਤਾਂ ਅਸੀਂ ਜ਼ੋਰ ਲਾਇਆ, ਬਿਲਕੁਲ ਕਿਸੇ ਬਾਬੇ ਦੇ ਡੇਰੇ ਤੇ ਨਾ ਜਾਓ ਜਿਹੜੇ ਤੁਹਾਨੂੰ 5 ਸ਼ਬਦ ਦਿੰਦੇ ਨੇ, 15-15 ਕਿੱਲੇ ਬਲ ਗਏ ਨੇ, ਤੁਹਾਡਾ ਉੱਥੇ ਕੋਈ ਨਿਸ਼ਾਨ ਸਾਹਿਬ ਨਹੀਂ, ਤੁਹਾਡੀ ਉੱਥੇ ਕੋਈ ਅਰਦਾਸ ਨਹੀਂ, ਤੁਹਾਡੇ ਉੱਥੇ ਕੋਈ ਦੇਗ ਨਹੀਂ, ਉੱਥੇ ਤੁਹਾਡੇ ਗੁਰੂ ਦਾ ਪ੍ਰਕਾਸ਼ ਨਹੀਂ, ਉੱਥੇ ਕੋਈ ਚੰਦੋਆ ਨਹੀਂ, ਉੱਥੇ ਕੁਛ ਵੀ ਲੰਗਰ ਨਹੀਂ ਹੈ। 7 ਦਿਨ ਹੀ ਉਹ ਡੇਰਾ ਖੁੱਲ੍ਹਣਾ, ਤੁਸੀਂ ਉੱਥੇ ਪੱਗਾਂ 'ਚ ਬੰਨ੍ਹ ਕੇ ਬਹਿ ਜਾਣਾ। ਜਦੋਂ ਅਸੀਂ ਤੁਹਾਨੂੰ ਠੀਕ ਡਾਇਰੈਕਸ਼ਨ ਨਹੀਂ ਦੇ ਸਕੇ ਤਾਂ ਤੁਸੀਂ ਧੱਕੇ ਖਾ ਕੇ ਇੱਧਰ ਉੱਧਰ ਧੱਕੇ ਗਏ ਆ। ਇਹ ਸਾਡੀ ਕੌਮ ਦੇ ਆਗੂਆਂ ਦੀ ਤੇ ਪ੍ਰੀਚਰਾਂ ਦੀ ਗਲਤੀ ਹੋਈ ਹੈ। ਈਸਾਈਆਂ ਦਾ ਪ੍ਰਚਾਰਕ ਬੜਾ ਤੇਜ਼ ਹੈ, ਧਰਮ ਵੀ ਚੰਗਾ ਹੈ, ਪਰ ਤੁਹਾਡਾ ਧਰਮ ਸਭ ਤੋਂ ਚੰਗਾ ਹੈ ਤੁਹਾਡੇ ਲਈ। ਤੇ ਤੁਹਾਡੇ ਪ੍ਰੀਚਰ ਜਿਹੜੇ ਨੇ ਉਹ ਬਹੁਤ ਖਤਰਨਾਕ ਹੋ ਗਏ। ਉਹਨਾਂ ਨੂੰ ਕੋਈ ਲੋੜ ਨਹੀਂ ਹੈ ਧਰਮ ਦੀ, ਉਹਨਾਂ ਤੋਂ ਸਿਰਫ ਪੈਸੇ ਦੀ ਲੋੜ ਰਹਿ ਗਈ ਹੈ, ਜਿਹਦੇ ਕਰਕੇ ਅੱਜ ਸਾਡੀ ਇਹ ਹਾਲਤ ਹੋ ਗਈ ਹੈ। ਇੱਕ ਵਾਰ 2 ਮੁੰਡੇ ਆਏ ਅਮਰੀਕਾ ਤੋਂ, ਉਹਨੇ B.Tech ਕਰਕੇ ਭਾਰਤ ਨੂੰ ਆਏ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਭਾਰਤ 'ਚ ਕਿਉਂ ਆਏ ਹੈ? ਉਹ ਆਂਦੇ ਵੀ ਅਸੀਂ 2 ਸਾਲ ਭਾਰਤ ਵਿੱਚ ਰਹਿਣਾ, ਚਾਹੇ 2 ਬੰਦੇ ਈਸਾਈ ਬਣ ਜਾਣ, ਚਾਹੇ 4 ਬੰਦੇ 2 ਸਾਲਾਂ 'ਚ ਈਸਾਈ ਬਣਨ, ਉਹ ਤੋਂ ਬਾਅਦ ਜ਼ਿੰਦਗੀ ਭਰ ਅਸੀਂ ਅਮਰੀਕਾ 'ਚ ਆਪਣੀ ਨੌਕਰੀ ਕਰਾਂਗੇ, ਬੱਚੇ ਪੈਦਾ ਕਰਾਂਗੇ, ਸਭ ਤੋਂ ਪਹਿਲਾਂ ਆਪਣੀ ਕੌਮ ਦਾ ਧਰਮ ਦਾ ਜ਼ਿੰਮੇਵਾਰੀ ਨਿਭਾਵਾਂਗੇ। 2 ਬੰਦਿਆਂ ਨੂੰ 4 ਬੰਦਿਆਂ ਨੂੰ ਈਸਾਈ ਬਣਾ ਕੇ ਅਸੀਂ ਫਿਰ ਅਮਰੀਕਾ ਜਾਵਾਂਗੇ। ਤੁਹਾਡੇ 'ਚ ਕੋਈ ਐਸੀ ਸੋਚ ਹੀ ਨਹੀਂ ਵੀ ਅਸੀਂ ਕਿਸੇ ਬੰਦੇ ਨੂੰ ਸਿੱਖ ਬਣਾਉਣਾ। ਪਹਿਲਾਂ ਤਾਂ ਸਾਨੂੰ ਲੋੜ ਹੀ ਨਹੀਂ ਸੀ, ਸਾਡੇ ਮਾਂ ਪਿਓ ਸਿੱਖ ਸੀ, ਅਸੀਂ ਆਪੇ ਸਿੱਖ ਹੋਣਾ ਸੀ। ਆ ਜਿੰਨੇ ਵੀ ਸਿੱਖ ਨੇ ਹੁਣ, ਇਹਨਾਂ ਦੇ ਬੱਚੇ ਆਪਣੇ ਆਪ ਸਿੱਖ ਬਣ ਗਏ। ਇਹ ਸਾਡੀ ਚੈਨ ਤੋੜ ਕੇ ਰੱਖੀ ਹੈ। ਇਸ ਕਰਕੇ ਅੱਜ ਚੈਨ ਚੜ੍ਹਨ ਦੀ ਲੋੜ ਹੈ। ਸਾਰੇ ਇਹ ਗੱਲ ਨੂੰ ਸਮਝੋ। ਤੇ ਹੁਣ ਹਜੇ ਕੀਰਤਨ ਹੋਣਾ ਹੈ, ਜਲਦਬਾਜ਼ੀ ਨਾ ਕਰਿਓ, ਬੜਾ ਇੰਤਜ਼ਾਮ ਕੀਤਾ ਹੋਇਆ, ਚੰਗੀ ਸਾਊਂਡ ਹੈ। ਹਜੇ ਪੌਣਾ ਘੰਟਾ ਵਿੱਚ ਕੀਰਤਨ ਹੋਰ ਚੱਲੇਗਾ। ਆਪ ਜੀ ਨੇ ਇਸੇ ਤਰੀਕੇ ਨਾਲ ਹਾਜ਼ਰੀ ਭਰ ਕੇ ਤੇ ਲੋੜ ਬੰਦਿਆਂ ਨੂੰ ਲੰਗਰ ਦੀ ਲੋੜ ਹੈ ਉਹ ਲੰਗਰ ਛਕਣਗੇ। ਤੇ ਕੀਰਤਨੀ ਆਪ ਜੀ ਨਾਲ ਕੀਰਤਨ ਦੀ ਸਾਂਝ ਪਾਣੀ ਹੈ। ਤੇ ਗੁਰੂ ਪਾਤਸ਼ਾਹ ਰਹਿਮਤ ਕਰਨ, ਇਹ ਬਾਰ-ਬਾਰ ਐਸੇ ਸਮਾਗਮ ਨਹੀਂ ਬਣਦੇ ਤੇ ਉਹਦਾ ਰੋਜ਼ ਤੁਸੀਂ ਗੁਰਦੁਆਰਿਆਂ 'ਚ ਜੋ ਆਓ। ਮੁੰਡੇ ਕੀਰਤਨ ਸਿੱਖੋ, ਸਾਡੇ ਕੋਲ ਕਲਾਸ ਹੈ, ਉਹਦੇ 'ਚ ਤੁਹਾਨੂੰ ਕੀਰਤਨ ਸਿਖਾਇਆ ਜਾਏਗਾ। ਫ੍ਰੀ 2 ਸਾਲ ਦਾ ਸਰਟੀਫਿਕੇਟ ਦਿੱਤਾ ਜਾਏਗਾ ਤਾਂ ਕਿ ਤੁਸੀਂ ਚੰਗੇ ਗ੍ਰੰਥੀ ਤੇ ਪ੍ਰਚਾਰਕ ਬਣ ਸਕੋ। ਜਿਨ੍ਹਾਂ ਦੀ ਸਾਨੂੰ ਲੋੜ ਹੈ ਉਹਨਾਂ ਦਾ ਜ਼ਰੂਰ ਧਿਆਨ ਰੱਖੋ। ਤੇ ਹੁਣ ਕੀਰਤਨ ਦਾ ਲਾਹਾ ਇੱਦਾਂ ਹੀ ਚੱਲੇਗਾ। ਆਪ ਜੀ ਨਾਲ ਰੂਬਰੂ ਹੋ ਕੇ ਕੀਰਤਨੀ ਆ ਜਾਓ, ਆ ਜਾ ਰਾਜੂ ਜੀ। ਵਾਹਿਗੁਰੂ ਵਾਹਿਗੁਰੂ। ਤਬਲੇ ਵਾਲਾ ਕੌਣ?